ਪੰਜਾਬ ਪੰਜਾਬੀਅਤ ਦਾ ਪਹਿਰੇਦਾਰ, ਸਰਬ ਸਾਂਝੀਵਾਲਤਾ ਦੀ ਆਵਾਜ਼। ਮੀਡੀਆ ਪੰਜਾਬ ਟੈਲੀਵਿਜ਼ਨ ਦੇਖ ਰਹੇ ਪਿਆਰੇ ਦਰਸ਼ਕਾਂ ਨੂੰ ਦਾਸ ਰਵਿੰਦਰ ਸਿੰਘ ਆਲਮਗੀਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਗੱਲਾਂ ਕਰੀਏ ਪ੍ਰੋਗਰਾਮ ਦੇ ਤਹਿਤ ਅਸੀਂ ਭਖਦੇ ਮਸਲਿਆਂ ਵਿੱਚੋਂ ਜਿਸ ਵਿਸ਼ੇ 'ਤੇ ਵਿਚਾਰ ਕਰਨ ਜਾ ਰਹੇ ਹਾਂ ਉਹ ਹੈ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜਿਸ ਗੱਲ ਨੂੰ ਲੈ ਕੇ, ਜਿਨ੍ਹਾਂ ਮੰਗਾਂ ਨੂੰ ਲੈ ਕੇ ਪਿਛਲੇ 42 ਦਿਨਾਂ ਤੋਂ ਭੁੱਖ ਹੜਤਾਲ ਕਰਕੇ ਪ੍ਰੋਟੈਸਟ ਕਰ ਰਹੇ ਨੇ ਸਮੇਂ ਦੀਆਂ ਸਰਕਾਰਾਂ ਦੇ ਕੋਲ, ਉਸ 'ਤੇ ਵਿਸ਼ੇਸ਼ ਤੌਰ 'ਤੇ ਵਿਚਾਰਾਂ ਕਰਨ ਹਿੱਤ ਸਾਂਝ ਪਾਉਣ ਲਈ ਪਿਆਰੇ ਦਰਸ਼ਕਾਂ ਨਾਲ ਸਾਡੇ ਸਟੂਡੀਓ ਵਿੱਚ ਅੱਜ ਸਰਦਾਰ ਰਘਵੀਰ ਸਿੰਘ ਜੀ ਕੁਹਾੜ, ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਮੁੱਖ ਸੇਵਾਦਾਰ ਮੌਜੂਦ ਨੇ, ਵਿਸ਼ੇਸ਼ ਤੌਰ 'ਤੇ ਆਏ ਹੋਏ ਨੇ। ਉਹਨਾਂ ਨੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਿਆਰੇ ਦਰਸ਼ਕੋ, ਮੈਂ ਆਪ ਜੀ ਦੇ ਰੂਬਰੂ ਇਹ ਬੇਨਤੀ ਕੀਤੀ ਹੈ ਵੀ ਅੱਜ ਅਸੀਂ ਇਸ ਮਸਲੇ 'ਤੇ ਵਿਚਾਰ ਕਰਨ ਜਾ ਰਹੇ ਹਾਂ। 1978 ਤੋਂ ਲੈ ਕੇ ਜੇ ਅਸੀਂ ਦੇਖੀਏ ਸਾਡੇ ਨਾਲ ਜਿਹੜਾ ਧੱਕਾ ਹੁੰਦਾ ਆ ਰਿਹਾ, ਉਸ ਧੱਕੇ ਦੇ ਵਿੱਚ ਜਿੱਥੇ ਬਹੁਤ ਸਾਰੇ ਸਿੰਘ ਆਪਣੀਆਂ ਜਾਨਾਂ ਕੁਰਬਾਨ ਕਰ ਗਏ, ਸ਼ਹਾਦਤਾਂ ਪ੍ਰਾਪਤ ਕਰ ਗਏ, ਔਰ ਇਸ ਜ਼ੁਲਮੋ ਸਤਮ ਦੇ ਅੰਦਰ ਬਹੁਤ ਸਾਰੇ ਪਰਿਵਾਰਾਂ ਦਾ ਉਜਾੜਾ ਹੋਇਆ। ਬਹੁਤ ਸਾਰੇ ਮੇਰੇ ਵੀਰ ਲਗਭਗ 30 ਸਾਲ ਦੇ ਸਮੇਂ ਤੋਂ ਜੇਲ੍ਹਾਂ ਵਿੱਚ ਨੇ ਔਰ ਬਿਨਾਂ ਕਿਸੇ ਕੇਸ ਤੋਂ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਹੋਇਆ ਹੈ। ਇਹਨਾਂ ਵੀਰਾਂ ਨੂੰ ਇਸ ਜੇਲ੍ਹਾਂ ਦੀ ਜਿਹੜੀ ਕੈਦ ਭਰੀ ਜ਼ਿੰਦਗੀ ਹੈ ਉਹਦੇ ਤੋਂ ਰਿਹਾ ਕਰਾਉਣ ਲਈ, ਸੁੱਖ ਦੀ ਜ਼ਿੰਦਗੀ ਵਿੱਚ ਲੈ ਕੇ ਆਉਣ ਲਈ ਪਿਛਲੇ ਸਮੇਂ ਤੋਂ ਵਿਸ਼ੇਸ਼ ਤੌਰ 'ਤੇ ਪ੍ਰੋਟੈਸਟ ਕਰਦੇ ਆ ਰਹੇ ਨੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ। ਔਰ ਭਾਈ ਸਾਹਿਬ ਜੀ ਵੱਲੋਂ ਪਹਿਲਾਂ ਵੀ ਪ੍ਰੋਟੈਸਟ ਕੀਤਾ ਗਿਆ ਔਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਇਹ ਵਚਨ ਕੀਤੇ, ਵਾਅਦੇ ਕੀਤੇ ਵੀ ਅਸੀਂ ਉਹ ਸਾਰੇ ਵੀਰ, ਚਾਹੇ ਉਹ ਪੰਜਾਬ ਦੀਆਂ ਜੇਲ੍ਹਾਂ ਵਿੱਚ ਨੇ, ਚਾਹੇ ਭਾਰਤ ਦੀ ਕਿਸੇ ਵੀ ਜੇਲ੍ਹ ਵਿੱਚ ਨੇ, ਉਹਨਾਂ ਨੂੰ ਜੋ ਬਣਦੀ ਰਾਹਤ ਹੈ ਕੇਵਲ ਉਹ ਨਹੀਂ ਸਗੋਂ ਸਮੁੱਚੇ ਤੌਰ 'ਤੇ ਰਿਹਾ ਕਰਾਂਗੇ। ਔਰ ਐਸਾ ਨਾ ਹੋਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਬੜਾ ਲੰਮਾ ਸਮਾਂ ਸਰਕਾਰਾਂ ਨੂੰ ਉਡੀਕਿਆ ਔਰ ਉਡੀਕਣ ਤੋਂ ਬਾਅਦ ਉਹ ਫਿਰ ਦੁਬਾਰਾ ਪ੍ਰੋਟੈਸਟ 'ਤੇ ਬੈਠੇ ਨੇ ਔਰ ਅੱਜ 40 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ। ਭਾਈ ਸਾਹਿਬ ਜੀ ਦੇ ਇਸ ਪ੍ਰੋਟੈਸਟ ਰਾਹੀਂ ਸਾਨੂੰ ਕੀ ਪ੍ਰਾਪਤੀ ਹੁਣ ਤੱਕ ਹੋਈ ਹੈ ਔਰ ਕਿਹੜੀਆਂ ਆਸਾਂ ਨੇ, ਸਰਕਾਰਾਂ ਸਾਨੂੰ ਕੀ ਦੇ ਸਕਦੀਆਂ ਨੇ, ਇਹ ਸਾਰੀ ਵਿਸਥਾਰਤ ਜਾਣਕਾਰੀ ਦੀ ਆਪਾਂ ਸਾਂਝ ਪਾਉਣ ਜਾ ਰਹੇ ਹਾਂ। ਵੀਰ ਜੀ, ਆਪ ਜੀ ਇਹਦੇ ਬਾਰੇ ਕੀ ਜਾਣਕਾਰੀ ਪਿਆਰੇ ਦਰਸ਼ਕਾਂ ਨੂੰ ਦਿਓਗੇ? ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤੇ ਮੀਡੀਆ ਪੰਜਾਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ, ਭਾਵੇਂ ਉਹ ਇੰਟਰਨੈਟ ਤੇ ਟੀਵੀ ਰਾਹੀਂ ਜਿਹੜੇ ਮਾਧਿਅਮ ਰਾਹੀਂ ਉਹ ਦੇਖ ਰਹੇ ਨੇ, ਦਾਸ ਵੱਲੋਂ ਫਤਿਹ ਪ੍ਰਵਾਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਭਾਈ ਸਾਹਿਬ ਜੀ ਗੱਲ ਕੀਤੀ ਹੈ ਸੰਘਰਸ਼ ਦੀ 1978 ਤੋਂ ਲੈ ਕੇ ਜੀ ਤੇ ਹੁਣ ਤੱਕ ਦੀ। ਹਾਂਜੀ, ਗੱਲ ਸੰਘਰਸ਼ ਦੀ ਹੈ, ਉਸ ਸੰਘਰਸ਼ ਦੀ ਹੈ ਜਿਹੜੇ ਵਿੱਚ ਆਪਣੇ ਹੱਕਾਂ ਦੀ ਗੱਲ ਕੀਤੀ ਗਈ ਹੈ। ਬਿਲਕੁਲ ਜੀ, ਕਿਉਂਕਿ ਇਹ ਸਾਡੇ ਜਮਾਂਦਰੂ ਹੱਕ ਨੇ ਜੀ, ਆਪਣੇ ਧਰਮ ਨੂੰ ਪ੍ਰਫੁੱਲਤ ਕਰਨਾ, ਬਿਲਕੁਲ ਜੀ, ਆਪਣੀ ਹੱਕੀ ਮੰਗਾਂ ਨੂੰ ਮਨਾਉਣਾ, ਜੀ ਜੀ, ਜਿਹੜੇ ਸਾਡੀ ਸਟੇਟ ਦੀਆਂ ਮੰਗਾਂ ਨੇ, ਸਾਡੇ ਜ਼ਿਮੀਂਦਾਰਾਂ ਦੀਆਂ ਮੰਗਾਂ ਨੇ, ਬਿਲਕੁਲ, ਇਹ ਸਾਰੀਆਂ ਮੰਗਾਂ ਇਹਦੇ ਵਿੱਚ ਸ਼ਾਮਲ ਨੇ। ਜੀ ਜੀ, ਉਹਦੇ ਵਿੱਚ ਭਾਵੇਂ ਇਹ ਸੰਘਰਸ਼ ਵੱਧ ਅਧਿਕਾਰਾਂ ਤੋਂ ਸ਼ੁਰੂ ਹੋਇਆ ਹੋਵੇ ਬਿਲਕੁਲ, ਤੇ ਭਾਵੇਂ ਉਹਦੇ ਵਿੱਚ ਖਾਲਿਸਤਾਨ ਦੀ ਮੰਗ ਹੋਵੇ, ਜੀ ਜੀ, ਸਾਰੀਆਂ ਜੋ ਸਿੱਖ ਕੌਮ ਦੀਆਂ ਮੰਗਾਂ ਨੇ ਅਤੇ ਜੋ ਸਿੱਖ ਕੌਮ ਦੇ ਰੋਸ ਨੇ, ਜੀ, ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ।
ਤੇ ਬੜਾ ਲੰਮਾ ਸੰਘਰਸ਼ ਹੰਢਾਇਆ, ਤੇ ਜਿਹੜੀ ਭਾਰਤ ਦੀ ਸਰਕਾਰ ਹੈ ਉਸ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰਕੇ ਜੀ ਜੀ ਇਸ ਸੰਘਰਸ਼ ਨੂੰ ਦਬਾਉਣ ਦੀ ਵੀ ਕੋਸ਼ਿਸ਼ ਜੀ, ਕੀਤੀ ਜੀ। ਹੈ ਤੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਬਿਲਕੁਲ ਹੈ। ਬਿਲਕੁਲ ਹਰ ਇੱਕ ਹੀਲਾ ਵਸੀਲਾ ਉਹਨਾਂ ਨੇ ਵਰਤਿਆ ਹੈ। ਹੁਣ ਤੁਸੀਂ ਗੱਲ ਮੈਂ ਥੋੜਾ ਜਿਹਾ ਵਿਸ਼ੇ ਨੂੰ ਅੱਗੇ ਲੈ ਕੇ ਜਾਵਾਂ ਵੀ ਗੱਲ ਕੀਤੀ ਹੈ ਉਹਨਾਂ ਸਿੰਘਾਂ ਦੀ ਰਿਹਾਈ ਦੀ, ਜਿਹਦੇ ਵਿੱਚ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜੋ ਕਿ ਭੁੱਖ ਹੜਤਾਲ ਤੇ ਬੈਠੇ ਨੇ। ਜਿਹੜੇ ਇਹ ਸਿੰਘ ਨੇ ਇਹਨਾਂ ਦਾ ਕੋਈ ਆਪਸੀ ਆਪਣਾ ਮਫਾਦ ਨਹੀਂ ਸੀਗਾ ਜੇਲ੍ਹਾਂ ਦੇ ਵਿੱਚ ਜਾਣ ਦਾ। ਜੀ ਜੀ ਕੌਮ ਦੀਆਂ ਹੱਕੀ ਮੰਗਾਂ ਦੇ ਲਈ ਇਹਨਾਂ ਨੇ ਸੰਘਰਸ਼ ਕੀਤਾ। ਬਿਲਕੁਲ ਉੱਥੋਂ ਦੀਆਂ ਸਰਕਾਰਾਂ ਨੇ ਇਹਨਾਂ ਦੇ ਉੱਪਰ ਤਸ਼ੱਦਦ ਕੀਤੇ। ਜੀ ਬਿਲਕੁਲ ਇਹਨਾਂ ਦੇ ਪਰਿਵਾਰਾਂ ਨੂੰ ਹਰ ਇੱਕ ਤਰ੍ਹਾਂ ਦੀ ਗੁਲਾਮੀ ਦਾ ਅਹਿਸਾਸ ਕਰਾਇਆ, ਜੀ, ਉਹਨਾਂ ਜੀ। ਦੇ ਉਜਾੜੇ ਕੀਤੇ ਬਿਲਕੁਲ ਤੇ ਉਹਨਾਂ ਦੇ ਉੱਪਰ ਝੂਠੇ ਕੇਸ ਪਾ ਕੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ। ਬਿਲਕੁਲ ਦੇਖੋ ਇੱਥੇ ਕਿੱਡੀ ਸ਼ਰਮਸ਼ਾਰ ਉੱਥੋਂ ਦੇ ਢਾਂਚੇ ਦੀ ਗੱਲ ਏ ਕਿ ਹਿੰਦੁਸਤਾਨ ਦਾ ਪ੍ਰਸ਼ਾਸਨ ਸਿੱਖਾਂ ਦੇ ਨਾਲ ਨਜਾਇਜ਼ ਧੱਕਾ ਕਰਦਾ। ਜੀ ਸਭ ਤੋਂ ਪਹਿਲਾਂ ਕਿ ਜਿਸ ਸਿਸਟਮ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਵੱਧਣਾ ਹੈ ਉਹ ਇਹ ਪੁਲਿਸ ਦਾ ਸਿਸਟਮ, ਜੀ ਜੀ ਜਿਹਨੇ ਲੋਕਾਂ ਦੀ ਰੱਖਿਆ ਕਰਨੀ ਹੈ। ਬਿਲਕੁਲ ਉਸ ਸਿਸਟਮ ਨੇ ਉਹ ਇੰਨਾ ਜ਼ਿਆਦਾ ਕਰਪਟ ਵੇ ਕਿ ਉਸ ਸਿਸਟਮ ਨੇ ਉਹਨਾਂ ਸਿੰਘਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤੇ, ਬਿਲਕੁਲ ਜਿਹੜਾ ਕਿ ਕੋਈ ਵੀ ਦੁਨੀਆ ਦੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਇਸ ਆਗਿਆ ਚੀਜ਼ ਨੂੰ ਨਹੀਂ ਅਲਾਉ ਨਹੀਂ ਕਰਦੀ ਜੀ ਜੀ ਕਿ ਜਿਹੜਾ ਅਣਮਨੁੱਖੀ ਤਸ਼ੱਦਦ ਹੈ ਉਹ ਕੀਤਾ ਜਾਵੇ। ਇੰਡੀਆ ਦੀ ਜੋ ਪੰਜਾਬ ਦੀ ਪੁਲਿਸ ਹੈ ਉਸ ਦੇ ਟੌਰਚਰ ਸਿਸਟਮ ਤੋਂ ਆਪਾਂ ਸਾਰੇ ਭਲੀ ਭਾਂਤ ਜਾਣਦੇ। ਬਿਲਕੁਲ ਇੱਥੇ ਹੀ ਬਸ ਨਹੀਂ, ਉਹਨਾਂ ਦੇ ਉੱਪਰ ਝੂਠੇ ਕੇਸ ਵੀ ਪਾਏ ਗਏ ਜੀ। ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਗਿਆ, ਜੀ ਬਿਲਕੁਲ ਜਿਹਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਦਮਾ ਪਹੁੰਚਾ। ਉਹਨਾਂ ਦੇ ਜੋ ਬੱਚੇ ਨੇ ਉਹ ਵੀ ਆਪਣੇ ਮਾਪਿਓ ਦੇ ਪਿਆਰ ਤੋਂ ਹੀਣੇ ਹੋ ਗਏ। ਬਿਲਕੁਲ ਵਾਂਝੇ ਮਾਵਾਂ ਜਿਹੜੀਆਂ ਮਤਲਬ ਕਿ ਰੋਜ਼ ਆਪਣੇ ਬੱਚਿਆਂ ਨੂੰ ਉਡੀਕਦੀਆਂ ਨੇ, ਜੀ ਜੀ ਉਹਨਾਂ ਆਪਣੇ ਬੱਚਿਆਂ ਦੇ ਮੂੰਹ ਦੇਖਣ ਤੋਂ ਤਰਸ ਗਈਆਂ, ਬਿਲਕੁਲ ਜੀ ਬਿਲਕੁਲ। ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਸਿਸਟਮ ਨੇ ਇੰਨਾ, ਦੇਖੋ ਸਿਸਟਮ ਕਿੰਨਾ ਸ਼ਰਮਸਾਰ ਹੈ। ਉਸ ਤੋਂ ਬਾਅਦ ਜੇ ਅਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਤੇ ਕਾਨੂੰਨ ਦੇ ਉੱਪਰ ਕਰਦੇ ਹਾਂ, ਬਿਲਕੁਲ ਉੱਥੋਂ ਦੀਆਂ ਅਦਾਲਤਾਂ ਤੇ ਕਰਦੇ ਹਾਂ, ਉਹਨਾਂ ਅਦਾਲਤਾਂ ਨੇ ਉਹਨਾਂ ਨੂੰ ਸਜ਼ਾਵਾਂ ਦੇ ਦਿੱਤੀਆਂ, ਜੀ ਹਾਂਜੀ ਜਦ ਕਿ ਉਹ ਬਹੁਤੇ ਕੇਸਾਂ ਦੇ ਵਿੱਚ ਉਹ ਸਜ਼ਾਵਾਂ ਬਣਦੀਆਂ ਵੀ ਨਹੀਂ ਸੀਗੀਆਂ। ਉਸਥੋਂ ਦੇ ਪੋਲੀਟੀਕਲ ਦੇ ਪ੍ਰੈਸ਼ਰ ਦੇ ਅੰਡਰ ਬਿਲਕੁਲ ਅੰਡਰ ਪੋਲੀਟੀਕਲ ਪ੍ਰੈਸ਼ਰ ਇਹ ਸਜ਼ਾਵਾਂ ਹੋਈਆਂ ਨੇ, ਜਦ ਕਿ ਕੋਈ ਮੈਂ ਨਹੀਂ ਸਮਝਦਾ ਵੀ ਇਨਸਾਫ ਵਾਲੀ ਗੱਲ ਹੈ। ਜੀ ਜੀ ਉਹਨਾਂ ਨੂੰ ਸਜ਼ਾਵਾਂ ਦੇ ਦਿੱਤੀਆਂ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ। ਇੱਥੋਂ ਤੱਕ ਵੀ ਚਲੋ ਬੰਦਾ ਬਰਦਾਸ਼ਤ ਕਰਦਾ ਵੀ ਚਲੋ ਬੰਦਿਆਂ ਦੇ ਉੱਤੇ ਕੇਸ ਪਾਏ ਆ, ਉਹਨਾਂ ਨੂੰ ਸਜ਼ਾਵਾਂ ਹੋ ਗਈਆਂ। ਫਿਰ ਬਾਅਦ ਵਿੱਚ ਹਰ ਇੱਕ ਨੂੰ ਆਸ ਹੁੰਦੀ ਹੈ ਕਿ ਚਲੋ ਜਦੋਂ ਇਹ ਮਤਲਬ ਸਜ਼ਾਵਾਂ ਪੂਰੀਆਂ ਹੋ ਗਈਆਂ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣ ਦਾ ਕਾਰਨ ਕੀ ਹੈ। ਬਿਲਕੁਲ ਕੋਈ ਵੀ ਇਨਸਾਫ ਪਸੰਦ ਜਥੇਬੰਦੀ, ਕੋਈ ਵੀ ਜਾਗਦੀ ਜ਼ਮੀਰ ਵਾਲਾ ਇਨਸਾਨ ਇਸ ਚੀਜ਼ ਨੂੰ ਮੇਰੇ ਖਿਆਲ 'ਚ ਪਸੰਦ ਨਹੀਂ ਕਰੇਗਾ। ਬਿਲਕੁਲ ਪਸੰਦ ਨਹੀਂ ਕਰੇਗਾ, ਕਿਉਂਕਿ ਪਹਿਲੀ ਤੇ ਗੱਲ ਉਹਨਾਂ ਦੀ ਉਸ ਕੈਦ ਅਧੀਨ ਛੁੱਟੀ ਬਣਦੀ ਆ। ਹਾਂਜੀ ਨਾ ਉਹਨਾਂ ਨੂੰ ਕੋਈ ਉਸ ਸਮੇਂ ਰਾਹਤ ਦਿੱਤੀ। ਹਾਂਜੀ ਹੁਣ ਉਸ ਕਿੰਨੀ ਕੁ ਸਜ਼ਾ ਅਦਾਲਤਾਂ ਨੇ ਲਾਈ, ਹਾਂਜੀ ਜਿਹੜੇ ਵੀ ਕੇਸ ਥੋਪੇ, ਹਾਂਜੀ ਉਹਨਾਂ ਕੇਸਾਂ ਥੋਪੇ ਹੋਏ ਕੇਸਾਂ ਦੇ ਅਨੁਸਾਰ ਲਾਈ ਹੋਈ ਸਜ਼ਾ ਵੀ ਪੂਰੀ ਹੋਣ ਤੋਂ ਬਾਅਦ ਹਾਂਜੀ ਫਿਰ ਵੀ ਪਰੋਲ ਜਾਂ ਹੋਰ ਕੋਈ ਛੁੱਟੀ ਬਣਦੀ ਤਾਂ ਉਹਨਾਂ ਨੂੰ ਪੂਰੀ ਰਿਹਾਈ ਆ, ਹਾਂਜੀ ਕਿਸੇ ਤਰ੍ਹਾਂ ਦੀ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ। ਹਾਂਜੀ ਔਰ ਜੇ ਛੁੱਟੀ ਦਿੱਤੀ ਵੀ ਗਈ ਹੈ ਤੇ ਉਹ ਪਿਛਲੀ ਜਿਹੜੀ ਭਾਈ ਸਾਹਿਬ ਨੇ ਭੁੱਖ ਹੜਤਾਲ ਕੀਤੀ ਸੀ ਹਾਂਜੀ ਉਹਦੇ ਤੋਂ ਬਾਅਦ ਭਾਈ ਸਾਹਿਬ ਨੂੰ ਤਾਂ ਇਹ ਕਿਹਾ ਗਿਆ ਵੀ ਇਹਨਾਂ ਨੂੰ ਰਿਹਾ ਕੀਤਾ ਜਾ ਰਿਹਾ, ਹਾਂਜੀ ਦਿੱਤੀ ਪਰੋਲ ਹੀ ਗਈ ਤੇ ਪਰੋਲ ਤੋਂ ਬਾਅਦ ਫਿਰ ਉਹ ਸਿੰਘ ਜਿਹੜੇ ਆ ਦੁਬਾਰਾ ਫਿਰ ਉਹਨਾਂ ਨੂੰ ਕੈਦ ਚ ਲਿਆ ਗਿਆ। ਮੇਰਾ ਨਹੀਂ ਖਿਆਲ ਕਿ ਕੋਈ ਵੀ ਸਿੰਘ ਜਿਹੜਾ ਆ ਉਹਨੂੰ ਪੂਰੀ ਰਿਹਾਈ ਦਿੱਤੀ ਗਈ ਹੈ। ਹਾਂਜੀ ਨਹੀਂ ਦਿੱਤੀ ਗਈ। ਦੇਖੋ ਮਤਲਬ ਕਿ ਜਿਹੜੀ ਚੀਜ਼ ਲੀਗਲ ਏ ਉਹਨੂੰ ਵੀ ਮਤਲਬ ਕਿ ਮਿੰਨਤਾਂ ਤਰਲਿਆਂ ਦੇ ਨਾਲ ਸੰਘਰਸ਼ ਦੇ ਤੋਂ ਬਾਅਦ ਦਿੱਤਾ ਜਾ ਰਿਹਾ ਵਾ। ਜੀ ਜੀ ਹੁਣ ਜੇ ਭਾਈ ਸਾਹਿਬ ਨੇ ਪਿਛਲੀ ਵਾਰੀ ਦੀ ਜੇ ਉਹਨਾਂ ਦੀ ਆਪਾਂ ਭੁੱਖ ਹੜਤਾਲ ਦੀ ਗੱਲ ਕਰੀਏ ਤੇ ਉਹਨਾਂ ਨੇ 44 ਦਿਨ ਮਤਲਬ ਕਿ ਭੁੱਖ ਹੜਤਾਲ ਰੱਖੀ। ਜੀ ਜੀ ਬੜੀ ਮਤਲਬ ਕਿ ਉਹਨਾਂ ਦੀ ਘਾਲਣਾ ਸੀ ਤੇ ਪੂਰਾ ਸਿੱਖ ਕੌਮ ਉਹਨਾਂ ਦੇ ਨਾਲ ਆਣ ਖੜੀ ਹੋਈ। ਜੀ ਬਿਲਕੁਲ, ਕਿਉਂਕਿ ਹਰ ਇੱਕ ਸਿੱਖ ਜਿਹੜਾ ਉਹ ਚਾਹੁੰਦਾ ਹੈ, ਹਰ ਇੱਕ ਇਨਸਾਫ ਪਸੰਦ, ਭਾਵੇਂ ਉਹ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ, ਹਰ ਇੱਕ ਬੰਦਾ ਜਿਹੜਾ ਇਨਸਾਫ ਪਸੰਦ ਬੰਦਾ ਬਿਲਕੁਲ ਉਹ ਮਤਲਬ ਕਿ ਚਾਹੁੰਦਾ ਹੈ ਕਿ ਕਿਸੇ ਦੇ ਨਾਲ ਧੱਕਾ ਨਾ ਹੋਵੇ ਤੇ ਉਹਨਾਂ ਦੀ ਰਿਹਾਈ ਜੈਸੀ ਜਿਹਦੀ ਜਾਗਦੀ ਹੋਈ ਜ਼ਮੀਨ ਆ, ਉਹ ਹਰ ਪ੍ਰਾਣੀ ਕਿਸੇ ਵੀ ਮਤ ਨਾਲ ਸੰਬੰਧਿਤ ਬਿਲਕੁਲ ਹਨਾ। ਤੇ ਉਹ ਦੇਖੋ ਉਹਨਾਂ ਨੇ 44 ਦਿਨ ਭੁੱਖ ਹੜਤਾਲ ਰੱਖੀ ਤੇ
ਇੱਕ ਵਾਰੀ ਜਿਹੜੀ ਉਥੋਂ ਦੀ ਸਰਕਾਰ ਸੀ ਉਹ ਬਖਲਾ ਗਈ ਸੀ। ਉਹਨਾਂ ਨੇ ਬੜੇ ਤਰ੍ਹਾਂ ਦੇ ਜਿਹੜੇ ਢੰਗ ਤਰੀਕੇ ਸੀ ਉਹਨਾਂ ਨੂੰ ਅਪਣਾਇਆ ਤੇ ਭਾਈ ਸਾਹਿਬ ਨੂੰ ਵਿਸ਼ਵਾਸ ਦੇ ਕੇ ਕਿ ਅਸੀਂ ਉਹਨਾਂ ਸਿੰਘਾਂ ਨੂੰ ਬਿਲਕੁਲ ਰਿਹਾ ਕਰਾਂਗੇ। ਇੱਥੋਂ ਤੱਕ ਮੈਂ ਤੁਹਾਡੀ ਗੱਲ ਕੱਟਦਾ ਹਾਂ ਹਾਂਜੀ ਵੀ ਸਰਕਾਰ ਹੀ ਨਹੀਂ, ਸਿੱਖਾਂ ਦੀ ਜਿਹੜੀ ਸਰਮੌਰ ਤਾਕਤ ਆ ਤਖਤ ਸਾਹਿਬਾਨ, ਹਾਂਜੀ ਤਖਤ ਸਾਹਿਬਾਨ ਦੇ ਜਿਹੜੇ ਸੇਵਾਦਾਰ ਆ ਹਾਂਜੀ ਉਹਨਾਂ ਰਾਹੀਂ ਹਾਂਜੀ ਜਦੋਂ ਇਹ ਗੱਲ ਕਹਾਈ ਗਈ ਕਿ ਭਾਈ ਸਾਹਿਬ ਜੀ ਕੌਮ ਤੁਹਾਡੇ ਨਾਲ ਆ, ਹਾਂਜੀ ਇਹਨਾਂ ਸਾਰੇ ਸਿੰਘਾਂ ਦੀ ਰਿਹਾਈ ਪੂਰੇ ਤੌਰ ਤੇ ਹੋਏਗੀ, ਹਾਂਜੀ ਤੁਸੀਂ ਇਸ ਭੁੱਖ ਹੜਤਾਲ ਨੂੰ ਬੰਦ ਕਰੋ। ਹੂੰ ਔਰ ਉਸ ਜਦੋਂ ਇੱਕ ਕੌਮ ਦੇ ਨੁਮਾਇੰਦੇ, ਉਹ ਵੀ ਰਾਜਨੀਤਿਕ ਨੁਮਾਇੰਦੇ ਨਹੀਂ, ਧਾਰਮਿਕ ਨੁਮਾਇੰਦੇ ਹਾਂਜੀ ਇਹ ਗੱਲ ਕਹਿ ਦੇਣ ਹਾਂਜੀ ਔਰ ਇਸ ਗੱਲ ਨੂੰ ਕਹਿਣ ਤੋਂ ਬਾਅਦ ਫੇਰ ਉਹ ਦਿੱਤੀ ਜਿਹੜੀ ਉਹਨਾਂ ਸਿੰਘਾਂ ਨੂੰ ਰਿਹਾਈ ਨਾ ਜਾਵੇ ਤੇ ਫਿਰ ਅਸੀਂ ਉੱਥੇ ਕੌਮ ਦੇ ਇਹਨਾਂ ਮੁੱਖ ਸੇਵਾਦਾਰਾਂ ਲਈ ਕੀ ਸੋਚ ਸਕਦੇ ਹਾਂ, ਇਹਨਾਂ ਤੋਂ ਅਸੀਂ ਕੀ ਕੌਮ ਦੀ ਚੜ੍ਹਦੀ ਕਲਾ ਦੀ ਆਸ ਰੱਖ ਸਕਦੇ। ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਮਤਲਬ ਕਿ ਗੱਲ ਕੀਤੀ ਹੈ। ਇਹ ਸਾਡੇ ਨਾਲ ਇੱਕ ਵਾਰੀ ਨਹੀਂ ਹੋਇਆ ਜੀ ਜੀ, ਇਹ ਕੌਮ ਦੀ ਬਦਕਿਸਮਤੀ ਹੈ ਕਿ ਸਾਡੇ ਉੱਥੇ ਧਰਮ ਦੇ ਉੱਪਰ ਸਿਆਸਤ ਹੈਵੀ ਹੈ। ਬਿਲਕੁਲ। ਤੇ ਉਥੋਂ ਦੇ ਜਿਹੜੇ ਸਿਆਸਤਦਾਨ ਹੈ ਜਿਨ੍ਹਾਂ ਨੂੰ ਅੱਜ ਅਸੀਂ ਪੰਥਕ ਸਰਕਾਰ ਦਾ ਖਿਤਾਬ ਦਿੰਦੇ ਆ, ਜੀ ਜੀ, ਉਹਨਾਂ ਦੇ ਅੰਡਰ ਜਿਹੜੀ ਸਾਡਾ ਧਾਰਮਿਕ ਸਿਸਟਮ ਹੈ ਉਹ ਚੱਲਣ ਦਿਆ। ਬਿਲਕੁਲ। ਉਹਦੇ ਵਿੱਚ ਜੇ ਸ਼੍ਰੋਮਣੀ ਕਮੇਟੀ ਦੀ ਚੋਣ ਹੈ ਤਾਂ ਉਹ ਉਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚੋਂ ਨਿਕਲਦੀ ਹੈ। ਬਿਲਕੁਲ। ਜੇ ਤਖਤਾਂ ਦੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਨੇ ਤਾਂ ਇਹ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪਰਚੀਆਂ ਕੱਢੀਆਂ ਜਾਂਦੀਆਂ ਨੇ। ਪੂਰਾ ਜਿਹੜਾ ਸਿਸਟਮ ਹੈ ਜਦ ਕਿ ਹੋਣਾ ਤੇ ਇਹ ਚਾਹੀਦਾ ਸੀ ਕਿ ਧਰਮ ਸਿਆਸਤ ਦੇ ਉੱਪਰ ਹੈਵੀ ਹੋਵੇ। ਬਿਲਕੁਲ। ਪਰ ਇਸ ਦੇ ਬਿਲਕੁਲ ਉਲਟ ਹੋਇਆ। ਬਿਲਕੁਲ ਮਤਲਬ ਇਦਾਂ ਹੋਇਆ ਕਿ ਜਿਹੜੀ ਸਿਆਸਤ ਹੈ ਉਹ ਧਰਮ ਦੇ ਉੱਪਰ ਹੈਵੀ ਹੈ। ਬਿਲਕੁਲ। ਹੁਣ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਰਾਮ ਰਹੀਮ ਜਿਹੜਾ ਝੂਠੇ ਸੌਦੇ ਵਾਲਾ ਸਿਰਸੇ ਵਾਲਾ ਸਾਧ ਹੈ, ਜੀ ਜੀ, ਉਹਦਾ ਮਸਲਾ ਬਣਿਆ ਤੇ ਪੂਰੀ ਕੌਮ ਜਾਗ ਗਈ। ਭਾਈ ਕੰਵਰ ਸਿੰਘ ਦੀ ਸ਼ਹੀਦੀ ਵੀ ਸ਼ਹਾਦਤ ਵੀ ਹੋਈ ਉੱਥੇ। ਬਿਲਕੁਲ। ਤੇ ਇੱਕ ਵਾਰੀ ਸੈਂਟਰ ਤੱਕ ਫਿਰ ਲੋਕ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਕੌਮ ਪੂਰੀ ਫੇਰ ਜਾ ਗਈ। ਜੀ ਜੀ, ਉਹਨਾਂ ਦੇਖੋ ਕੌਮ ਦੇ ਧਾਰਮਿਕ ਜਜ਼ਬਾਤਾਂ ਨੂੰ ਕੰਟਰੋਲ ਕਰਨ ਦੇ ਲਈ ਫਿਰ ਇੱਕ ਧਾਰਮਿਕ ਸਹਾਰਾ ਲਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਿੱਚ ਉਹਦੇ ਇੰਟਰਫੇਅਰ ਕਰਾਇਆ ਤੇ ਜਥੇਦਾਰਾਂ ਨੇ ਉਸ ਸੰਘਰਸ਼ ਨੂੰ ਆਪਣੇ ਹੱਥ 'ਚ ਲਿਆ ਤੇ ਉਸ ਸੰਘਰਸ਼ ਨੂੰ ਆਪਣੇ ਹੱਥ 'ਚ ਲੈਣ ਦੇ ਬਾਅਦ ਹੌਲੀ ਹੌਲੀ ਉਸ ਸੰਘਰਸ਼ ਨੂੰ ਟਾਰਪੀਡੋ ਕਰ ਦਿੱਤਾ। ਬਿਲਕੁਲ ਉਹ ਜਿਹੜੀਆਂ ਮੰਗਾਂ ਸੀ ਜਾਂ ਉਹ ਜਿਹੜਾ ਸੰਘਰਸ਼ ਸੀ ਉਹਨੂੰ ਠੰਡਾ ਕਰ ਦਿੱਤਾ ਗਿਆ। ਜੀ ਜੀ। ਫਿਰ ਤੁਸੀਂ ਉਸ ਤੋਂ ਬਾਅਦ ਲੁਧਿਆਣੇ ਆ ਜਾਓ, ਜਦੋਂ ਆਸ਼ੂਤੋਸ਼ ਦਾ ਪ੍ਰੋਗਰਾਮ ਲੁਧਿਆਣੇ ਹੁੰਦਾ ਹੈ, ਜੀ ਜੀ, ਉੱਥੇ ਵੀ ਸੰਗਤਾਂ ਦਾ ਜਿਹੜਾ ਰੋਹ ਸੀ ਉਹ ਜਾਗਿਆ। ਉੱਥੇ ਵੀ ਮਤਲਬ ਕਿ ਸ਼ਹਾਦਤ ਹੋਈ ਸਿੰਘ ਦੀ, ਭਾਈ ਦਰਸ਼ਨ ਸਿੰਘ ਜੀ ਲੋਹਾਰਾ ਦੀ ਸ਼ਹਾਦਤ ਹੋਈ। ਉੱਥੇ ਵੀ ਜਥੇਦਾਰ ਨੂੰ ਵਿੱਚ ਲਿਆ ਕੇ ਉਸ ਜਥੇਦਾਰ ਨੇ ਜਿਹੜੀਆਂ ਸਾਡੀਆਂ ਸੰਤ ਸਮਾਜ ਜਥੇਬੰਦੀਆਂ ਉਹ ਵਿੱਚ ਇਨਵੋਲਵ ਹੋ ਕੇ, ਹਾਂਜੀ, ਇਹ ਸਾਰੇ ਦਰਸ਼ਕ ਜਾਣਦੇ ਨੇ ਵੀ ਜੇ ਆਪਾਂ 5 ਦਸੰਬਰ 2009 ਲੁਧਿਆਣਾ ਕਾਂਡ ਪਾ ਦੇਈਏ, ਹਾਂਜੀ, ਤੇ ਸਾਡੇ ਇਸ ਵੇਲੇ ਜਿਹੜੇ ਸਾਡੀਆਂ ਸਟੇਜਾਂ ਤੇ ਗੁਰਮਤ ਗਿਆਨ ਦੀ ਗੱਲ ਵੀ ਕਰਦੇ ਨੇ, ਹਾਂਜੀ, ਔਰ ਉਹ ਜਿਹੜੇ ਨੇ ਸੰਤ ਸਮਾਜ ਦੇ ਮੁਖੀ ਵੀ ਨੇ, ਹਾਂਜੀ, ਹਾਂਜੀ, ਉਹ ਇਹ ਗੱਲ ਕਹਿ ਰਹੇ ਨੇ ਵੀ ਇਹ ਸ਼ਹਾਦਤਾਂ ਅਜਾਈਆਂ ਨਹੀਂ ਜਾਣਗੀਆਂ। ਹਾਂਜੀ, ਜੇ ਅਸੀਂ ਹੁਣ ਉੱਠ ਕੇ ਚੱਲੇ ਆ, ਕੱਲ ਅਸੀਂ ਤੁਹਾਡੇ ਨਾਲ ਆ, ਹਾਂਜੀ, ਪਰ ਪਤਾ ਨਹੀਂ ਰਾਤ ਵੇਲੇ ਉਸੇ 6 ਦਸੰਬਰ ਦੀ, ਜਿਵੇਂ ਕਿਉਂਕਿ ਦਾਸ ਵੀ ਉਹਨਾਂ ਤਰੀਕਾਂ 'ਚ ਭਾਰਤ ਵਿੱਚ ਹੀ ਸੀ, ਠੀਕ ਹੈ, ਉਹ 6 ਦਸੰਬਰ ਦੀ ਰਾਤ ਨੂੰ ਪਤਾ ਨਹੀਂ ਸਮੇਂ ਦੀ ਸਰਕਾਰ ਨੇ ਕਿਹੜੀ ਘੁਰਕੀ ਵੱਢੀ। ਹਾਂਜੀ। ਔਰ ਇਹ ਸਾਰੇ ਜਿਹੜੇ ਆਪਣੇ ਆਪ ਨੂੰ ਕੋਈ ਪੰਥਕ ਲਹਿਰ ਲੈ ਕੇ ਚੱਲ ਰਿਹਾ ਹੈ, ਕੋਈ ਗੁਰੂ ਮਾਨਿਓ ਗ੍ਰੰਥ ਦਾ ਨਾਂ ਲੈ ਕੇ ਚੱਲ ਰਿਹਾ ਹੈ, ਉਹ ਸਾਰੇ ਚੁੱਪ ਕਰਕੇ ਆਪਣੇ ਘਰੀ ਬੈਠ ਗਏ। ਭਾਈ ਦਰਸ਼ਨ ਸਿੰਘ ਦੀ ਸ਼ਹਾਦਤ ਮੈਂ ਤਾਂ ਉਸ ਨੂੰ ਐਵੇਂ ਗਿਣਦਾ ਵੀ ਉਹਦੀ ਕੋਈ ਕੀਮਤ ਜਿਹੜੀ ਆ ਉਹ ਅਸੀਂ ਨਹੀਂ ਲੈ ਸਕੇ। ਅੱਜ ਵੀ ਉਹ ਜਿਹੜਾ ਆਸ਼ੂਤੋਸ਼ ਦੇ ਡੇਰੇ ਵਾਲੇ ਆ, ਦਿਵਿਆ ਜੋਤੀ ਵਾਲੇ ਆ, ਉਹ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਨੂੰ ਅੱਗਾ ਲਾ ਰਹੇ ਆ, ਜੋ ਆਪਾਂ ਜੋਧਪੁਰ ਤਰਨਤਾਰਨ ਵਿੱਚ ਦੇਖਦੇ ਆ। ਇਹ ਜਿਹੜਾ ਸਾਡੇ ਨਾਲ ਮਤਲਬ ਇਹ ਸਾਰਾ ਕੁਝ ਵਾਪਰ ਰਿਹਾ, ਹਾਂਜੀ, ਇਹਨੂੰ ਆਪਾਂ ਕਹੀਏ ਧੱਕਾ ਹੋ ਰਿਹਾ, ਜ਼ੁਲਮ ਹੋ ਰਿਹਾ। ਇਸ ਜ਼ੁਲਮ ਦੇ ਖਿਲਾਫ ਜਦੋਂ ਵੀ ਕੋਈ ਵੀ ਸਿੰਘ ਉੱਠਦਾ,
ਕਿਉਂਕਿ ਲਹਿਰ ਤਾਂ ਇੱਕ ਸਿੰਘ ਨਾਲ ਹੀ ਬਣਦੀ ਆ। ਬਿਲਕੁਲ ਜੇ ਰਾਜੋਆਣਾ ਵੇਲੇ ਲਹਿਰ ਬਣ ਗਈ, ਹਾਂਜੀ ਉਹਨੂੰ ਵੀ ਤਾਰੋ ਪੀਡਾ ਕਰ ਦਿੱਤਾ ਗਿਆ। ਹਾਂਜੀ ਹੁਣ ਇਸ ਲਹਿਰ ਨੂੰ ਵੀ ਜਿਹੜੀ ਪ੍ਰੋਟੈਸਟ ਭਾਈ ਸਾਹਿਬ ਜੀ ਨੇ ਪਹਿਲਾਂ ਕੀਤਾ, ਹੁਣ ਦੁਬਾਰਾ ਸ਼ੁਰੂ ਆ। ਇਹਨੂੰ ਵੀ ਯਤਨ ਆ ਸਰਕਾਰ ਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਧਿਆਨ ਨਾ ਇੱਧਰ ਜਾਵੇ। ਔਰ ਸਾਡਾ, ਕਿਉਂਕਿ ਅਸੀਂ ਚਾਹੇ ਅਦਾਰਾ ਮੀਡੀਆ ਪੰਜਾਬ ਤੋਂ ਬੈਠੇ ਆ, ਚਾਹੇ ਸੋਸ਼ਲ ਮੀਡੀਆ, ਚਾਹੇ ਅਸੀਂ ਸੋਸ਼ਲ ਲੈਵਲ ਤੇ ਜਿੱਥੇ ਵੀ ਕੰਮ ਕਰਦੇ ਆ, ਉੱਥੇ ਸਾਡਾ ਇਹੀ ਫਰਜ਼ ਬਣਦਾ ਵੀ ਅਸੀਂ ਇਹ ਆਵਾਜ਼ ਉਠਾਈਏ, ਭਾਈ ਗੁਰਬਖਸ਼ ਸਿੰਘ ਦਾ ਸਾਥ ਦਿੱਤਾ ਜਾਏ ਔਰ ਤਾਂ ਕਿ ਆਪਾਂ ਜਿਹੜਾ ਆ ਇਸ ਸੰਘਰਸ਼ ਨੂੰ ਸਿਰੇ ਤੱਕ ਲੈ ਕੇ ਜਾ ਸਕੀਏ। ਔਰ ਭਾਈ ਸਾਹਿਬ, ਕਿੰਨੇ ਕੁ ਇਸ ਵੇਲੇ ਜਿਹੜੇ ਸਿੰਘ ਬਾਹਰਲੀਆਂ ਜੇਲ੍ਹਾਂ ਵਿੱਚ ਨੇ ਟੋਟਲ ਲਗਭਗ? ਤਕਰੀਬਨ ਪਿੱਛੇ ਜੇ ਜਿਹੜੀ ਜਸਪਾਲ ਸਿੰਘ ਮੰਝਪੁਰ ਦੀ ਵੀ ਰਿਪੋਰਟ ਸੀ, ਉਹਦੇ 'ਚ 120 ਦੇ ਕਰੀਬ ਸਿੱਖ ਜਿਹੜੇ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਪੂਰੀਆਂ ਹੋ ਚੁੱਕੀਆਂ ਨੇ, ਉਹ ਜੇਲ੍ਹਾਂ ਦੇ ਵਿੱਚ ਨੇ। ਠੀਕ ਹੈ ਜੀ। ਤੇ ਜਿਨ੍ਹਾਂ ਨੂੰ ਮਤਲਬ ਕਿ ਹੁਣ ਜਦੋਂ ਭਾਈ ਗੁਰਬਖਸ਼ ਸਿੰਘ ਦੀ ਆਪਾਂ ਭੁੱਖ ਹੜਤਾਲ ਵੱਲ ਵੀ ਜਾਂਦੇ ਆ, ਤੇ ਜਦੋਂ ਪਿਛਲੀ ਵਾਰੀ ਇਹਨਾਂ ਨੇ 6 ਸਿੰਘਾਂ ਦੀ ਮੰਗ ਰੱਖੀ ਸੀ ਵੀ ਇਹ 6 ਸਿੰਘਾਂ ਦੀ ਸਜ਼ਾ ਜਿਹੜੀ ਹੈ ਨਾ, ਇਹ ਬਿਲਕੁਲ ਅਫੀਸ਼ੀਅਲੀ ਡਾਕੂਮੈਂਟ ਨੇ ਵੀ ਇਹਨਾਂ ਨੂੰ ਓਵਰ ਸਜ਼ਾ ਹੋ ਚੁੱਕੀ ਹੈ, ਸਜ਼ਾ ਓਵਰ ਭੋਗ ਚੁੱਕੇ ਨੇ। ਉਹਨਾਂ ਦਾ ਇਹ ਕੋਈ ਮਤਲਬ ਕਿ ਬਿਲਕੁਲ ਜਾਇਜ਼ ਮੰਗ ਆ, ਨਜਾਇਜ਼ ਨਹੀਂ ਵੀ ਇਹਨੂੰ ਮਤਲਬ ਕਿ ਅਸੀਂ ਕਹੀਏ ਵੀ ਗੌਰਮੈਂਟ ਕੋਲ ਅਸੀਂ ਉਹ ਚੀਜ਼ ਮੰਗ ਰਹੇ ਆ ਜਿਹੜੀ ਗੌਰਮੈਂਟ ਦੇ ਹੱਥ 'ਚ ਨਹੀਂ ਗਈ। ਕੋਰਟਾਂ ਨੂੰ ਮਤਲਬ ਕਿ ਦੇ ਥਰੂ ਉਹ ਸਜ਼ਾ ਹੋਈ ਹੈ, ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਫਿਰ ਉਸ ਟਾਈਮ ਜਿਹੜਾ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਵੀ ਸਿੰਘ ਸਾਹਿਬ ਵੀ ਆਏ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਆਏ, ਸੰਤ ਸਮਾਜ ਵੀ ਆਇਆ, ਉਹਨਾਂ ਨੇ ਭਾਈ ਸਾਹਿਬ ਨੂੰ ਵਿਸ਼ਵਾਸ ਲੈ ਕੇ, ਬਿਲਕੁਲ ਧਾਰਮਿਕ ਜਥੇਬੰਦੀਆਂ ਸਾਡੀਆਂ ਨੇ ਉਦੋਂ ਚੰਡੀਗੜ੍ਹ 'ਚ ਪੂਰਾ ਭਰੋਸਾ ਦਵਾਇਆ ਅਸੀਂ ਤੁਹਾਡੇ ਨਾਲ ਆ, ਇਸ ਸੰਘਰਸ਼ ਦੇ ਵਿੱਚ ਤੁਸੀਂ ਇੱਕ ਵਾਰੀ ਜਲ ਪਾਣੀ ਛਕ ਲਓ। ਤੇ ਉਹਨਾਂ ਨੇ ਹੁਣ ਦੇਖੋ ਅਕਾਲ ਤਖ਼ਤ ਸਾਹਿਬ ਦੇ ਅੱਗੇ ਹਰ ਇੱਕ ਸਿੱਖ ਦਾ ਜਿਹੜਾ ਉਹ ਸਿਰ ਝੁਕਦਾ ਹੈ, ਤੇ ਉਹਨਾਂ ਨੂੰ ਮਤਲਬ ਕਿ ਆਸ਼ਵਾਸਨ ਦੇ ਕੇ ਵੀ ਅਸੀਂ ਅੱਗੇ ਤੋਂ ਇਹ ਜਿਹੜਾ ਕੇਸ ਇਹਨੂੰ ਅੱਗੇ ਲੈ ਕੇ ਜਾਵਾਂਗੇ। ਪਰ ਉਹ ਗੱਲ ਉੱਥੇ ਦੀ ਉੱਥੇ ਹੀ ਰਹਿ ਗਈ। ਜਿੱਦਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਨਾ ਲੁਧਿਆਣਾ ਕਾਂਡ ਦੀ, ਉਹੋ ਜਿਹੇ ਹੋਰ ਵੀ ਕਾਂਡ ਹੋਏ। ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ, ਭਾਈ ਜਸਪਾਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਜਿਹੜਾ ਪਰਿਵਾਰ ਸੀ ਤੇ ਇਲਾਕੇ ਦੇ ਸਿੰਘ ਉਹ ਚਾਹੁੰਦੇ ਸੀ ਵੀ ਜਿੰਨਾ ਚਿਰ ਉਹਨਾਂ ਬੰਦਿਆਂ ਨੂੰ ਫੜਿਆ ਨਹੀਂ ਜਾਂਦਾ ਅਸੀਂ ਇਹਦਾ ਸੰਸਕਾਰ ਨਹੀਂ ਕਰਨਾ। ਉੱਥੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੌਜੂਦ ਸੀ ਤੇ ਉਹਨਾਂ ਨੇ ਕਿਹਾ ਨਹੀਂ ਤੁਸੀਂ ਸੰਸਕਾਰ ਕਰੋ, ਅਸੀਂ ਇਸ ਚੀਜ਼ ਦਾ ਜਿਹੜਾ ਤੌਰ ਤੇ ਉਹ ਦੇਖ ਲਓ ਅੱਜ ਤੁਹਾਡੇ ਸਾਹਮਣੇ ਆ, ਉਹ ਜਿਹੜੇ ਦੋਸ਼ੀ ਸਨ ਉਹ ਅੱਜ ਬਾਹਰ ਤੁਰੇ ਫਿਰਦੇ ਨੇ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ। ਉਹ ਈਵਨ ਇੱਥੋਂ ਤੱਕ ਵੀ ਉਹ ਜਿਹੜਾ ਗੋਲੀ ਚਲਵਾਉਣ ਦਾ ਹੁਕਮ ਦੇਣ ਵਾਲਾ, ਉਹਨੂੰ ਤਰੱਕੀ ਵੀ ਦਿੱਤੀ ਗਈ। ਬੇਸ਼ੱਕ ਉਹਨੂੰ ਥੋੜੇ ਦਿਨਾਂ ਲਈ ਬਦਲ ਕੇ ਦੂਜੇ ਥਾਂ ਲਾ ਕੇ ਤਰੱਕੀਆਂ ਵੀ ਦਿੱਤੀਆਂ ਗਈਆਂ, ਕਿਉਂਕਿ ਉਸ ਦਿਨ ਵੀ 31 ਅਗਸਤ ਵਾਲੇ ਦਿਨ ਵੀ ਜਿਸ ਦਿਨ ਇਹ ਗੋਲੀ ਚੱਲੀ, ਗੋਲੀ ਕਾਂਡ ਹੋਇਆ, ਕੁਦਰਤੀ ਪੰਜਾਬ ਦੀ ਯਾਤਰਾ ਤੇ ਹੋਣ ਤੇ ਕਾਹਨੂੰਵਾਨ ਅਸੀਂ ਦੇਖਣ ਗਏ ਹੋਏ ਸੀ। ਬੱਚੇ ਕਹਿੰਦੇ ਅਸੀਂ ਕਾਹਨੂੰਵਾਨ ਛੰਭ ਦੇਖਣਾ, ਤੇ ਜਦੋਂ ਅਸੀਂ ਉੱਥੋਂ ਨਿਕਲ ਕੇ ਹਜੇ ਬਟਾਲੇ ਨਹੀਂ ਪਹੁੰਚੇ ਤੇ ਗੋਲੀ ਕਾਂਡ ਹੋ ਗਿਆ। ਔਰ ਉਸ ਤੋਂ ਬਾਅਦ ਵਾਕਿਆ ਹੀ ਜਥੇਦਾਰ ਨੇ ਵੀ ਨਾਲ ਹੋਰ ਸਾਧੂ ਸਮਾਜ ਦੇ ਲੋਕਾਂ ਨੇ ਵੀ ਜਾ ਕੇ ਇਹ ਗੱਲ ਕਹੀ ਅਸੀਂ ਤੁਹਾਡੇ ਨਾਲ ਖੜੇ ਆ, ਆਪਾਂ ਇੱਕ ਵਾਰੀ ਲਾਸ਼ਾਂ ਨਾ ਰੋਲੀਏ, ਇਹਨਾਂ ਦਾ ਦਾਹ ਸੰਸਕਾਰ ਕਰ ਦਈਏ। ਤੇ ਫਿਰ ਜਿਹੜੇ ਆ ਪਤਾ ਨਹੀਂ ਕਿਉਂ ਕਿਹੜੀਆਂ ਇਹਨਾਂ ਦੀਆਂ ਮਜਬੂਰੀਆਂ ਨੇ ਜਿਹਦੇ ਨਾਲੇ ਫਿਰ ਚੁੱਪ ਕਰ ਜਾਂਦੇ ਨੇ। ਦੇਖੋ ਇਹ ਮਤਲਬ ਕਿ ਭਾਈ ਸਾਹਿਬ ਜੀ, ਜਿੱਦਾਂ ਜੇ ਆਪਾਂ ਗੱਲ ਕਰੀਏ ਕਿ ਸਿੰਘਾਂ ਦੇ ਰੋਹ ਦੀ, ਤੇ ਸਿੰਘਾਂ ਦਾ ਰੋਹ ਅੱਜ ਵੀ ਠਾਠਾ ਮਾਰਨਾ, ਸਿੰਘਾਂ ਦੇ ਵਿੱਚ ਰੋਹ ਅੱਜ ਵੀ ਘਟਿਆ ਨਹੀਂਗਾ। ਸਿੰਘਾਂ ਦੇ ਵਿੱਚ ਅੱਜ ਵੀ ਉਹੀ ਜਿਹੜਾ ਰੋਹ ਜਾਗਦਾ, ਜ਼ਮੀਰ ਜਾਗਦੀ ਏ, ਉਹ ਸੰਘਰਸ਼ ਕਰਨ ਲਈ ਤਿਆਰ ਨੇ। ਪਰ ਜਿਹੜੇ ਸਾਡੇ ਅੱਗੇ ਲੱਗ ਕੇ ਸਾਨੂੰ ਇਸ ਪਾਸੇ ਤੋਂ ਜਿੱਦਾਂ ਹਟਾਇਆ ਜਾਂਦਾ, ਸਾਡੇ ਧਾਰਮਿਕ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਕੇ ਉਹ ਸਾਨੂੰ ਜਿਹੜੀ ਸਾਡੀ ਮੰਜ਼ਿਲ ਹੁੰਦੀ ਹੈ ਜਾਂ ਸਾਡਾ ਜਿਹੜਾ ਨਿਸ਼ਾਨਾ ਹੁੰਦਾ ਹੈ, ਸਾਨੂੰ ਬਿਲਕੁਲ ਇੱਕ ਪਾਸੇ ਕਰ ਦਿੱਤਾ ਜਾਂਦਾ। ਤੇ ਅਜਿਹਾ ਸਾਡੇ ਨਾਲ ਇੱਕ ਵਾਰ ਨਹੀਂ ਵਾਰ-ਵਾਰ ਹੋਇਆ। ਤੁਹਾਡੇ ਸਾਹਮਣੇ ਪਿਛਲੀ ਵਾਰ ਜਦੋਂ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਭੁੱਖ ਹੜਤਾਲ ਰੱਖੀ ਤੇ ਉਦੋਂ ਵੀ ਸਾਡੇ ਨਾਲ ਹੋਇਆ। ਮੈਂ ਵੈਸੇ ਉਹਨਾਂ ਦੀ ਇਹ ਪ੍ਰਾਪਤੀ ਵੀ ਸਮਝਦਾ ਵੀ ਜਦੋਂ ਉਹਨਾਂ ਨੇ ਭੁੱਖ ਹੜਤਾਲ ਰੱਖੀ 44 ਦਿਨ, ਤੇ ਚਲੋ ਸਿੰਘਾਂ ਨੂੰ ਇੱਕ ਵਾਰੀ ਪਰੋਲ ਮਿਲੀ, ਪਰ ਉਹ ਕਾਫੀ ਨਹੀਂ ਸੀਗੀ, ਜਦ ਕਿ ਉਹਨਾਂ ਦੀ ਪੂਰਨ ਤੌਰ ਤੇ ਰਿਹਾਈ ਬਣਦੀ ਸੀਗੀ ਉਹਨਾਂ ਸਾਰੇ ਸਿੰਘਾਂ ਦੀ। ਤੇ ਉਹਨਾਂ ਦਾ ਮਤਲਬ ਕਿ ਉਹਨਾਂ ਦੀ ਸਗੋਂ ਜਿਹੜੇ ਉਹਨਾਂ ਦੇ ਨਾਲ ਧੱਕਾ ਹੋਇਆ ਸੀ ਉਸ ਦਾ ਬਣਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਸੀ, ਪਰ ਉਹਨਾਂ ਨੂੰ ਥੋੜੇ ਦਿਨ ਰੱਖ ਕੇ ਘਰ ਰਹਿਣ ਦਿੱਤਾ ਪਰੋਲ ਦੇ ਉੱਤੇ, ਤੇ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ।
ਔਰ ਹੁਣ ਵੀ ਜਦੋਂ ਆਪਾਂ ਦੇਖਦੇ ਹਾਂ ਹਾਂਜੀ ਪਿਛਲੇ ਦਿਨੀ ਸਮੇਂ ਦੀ ਸਰਕਾਰ ਹਾਂਜੀ ਜਿਹਨੂੰ ਅਸੀਂ ਪੰਥ ਦੀ ਸਰਕਾਰ, ਹਾਂਜੀ ਕਿਉਂਕਿ ਉਹ ਪੰਥ ਦੇ ਨਾਂ ਤੇ ਵੋਟ ਮੰਗ ਕੇ ਸਰਕਾਰ ਬਣਦੀ ਆ, ਹਾਂਜੀ ਇਹ ਜਿਹੜੇ ਇਸ ਸਰਕਾਰ ਦੇ ਮੁਖੀ ਨੇ ਹਾਂਜੀ ਉਹਨਾਂ ਨੇ ਇਹ ਗੱਲ ਕਹੀ ਆ ਜੀ, ਬਾਹਰ ਸਾਡੇ ਕੇਂਦਰ ਸਰਕਾਰ ਨੂੰ ਭਾਈ ਸਾਹਿਬ ਦੀਆਂ ਮੰਗਾਂ ਜਿਹੜੀਆਂ ਉਹ ਮੰਨਣੀਆਂ ਚਾਹੀਦੀਆਂ। ਹਾਂਜੀ ਹਾਂਜੀ ਔਰ ਜਦੋਂ ਅਸੀਂ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਐਸੇ ਕੈਦੀ ਨਹੀਂ ਜਿਨ੍ਹਾਂ ਨੂੰ ਇਹ ਛੱਡ ਸਕਦੇ ਨੇ ਆਪ। ਦੇਖੋ ਇਹ ਤੇ ਨਾ ਭਾਈ ਸਾਹਿਬ ਜੀ ਕਹਿੰਦੇ ਨਾ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਜੀ ਜੀ ਜਿਹੜੀ ਹੁਣ ਸਟੇਟ ਦੀ ਗਵਰਨਮੈਂਟ ਹੈ ਜਿਹੜੀ ਆਪਣੇ ਆਪ ਨੂੰ ਪੰਥਕ ਸਰਕਾਰ ਖਵਾਉਂਦੀ ਹੈ, ਇਹਨਾਂ ਨੇ ਹੁਣ ਡਰਾਮਾ ਜਿਹਾ ਕੀਤਾ ਵੀ ਜਿਹੜੀਆਂ ਬਾਹਰ ਦੀਆਂ ਸਟੇਟਾਂ ਨੇ ਉਹਨਾਂ ਦੇ ਜਿੱਥੇ ਜਿੱਥੇ ਵੀ ਆਪਣੇ ਸਿੱਖ ਕੈਦੀ ਨੇ ਉਹਨਾਂ ਨੂੰ ਰਿਹਾ ਕਰਨ ਦੇ ਲਈ ਚਿੱਠੀਆਂ ਲਿਖੀਆਂ ਨੇ। ਜੀ ਜੀ ਜਦ ਕਿ ਉਹਨਾਂ ਦਾ ਆਪਣਾ ਘਰ ਆ ਜਿਹੜਾ ਪਟਿਆਲੇ ਦੇ ਵਿੱਚ ਬੰਦ ਨੇ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ, ਨਾਭੇ ਦੀ ਜੇਲ੍ਹ ਦੇ ਵਿੱਚ ਵੀ ਸਿੰਘ ਬੰਦ ਨੇ, ਤੇ ਉਹਨਾਂ ਦੀਆਂ ਸਜ਼ਾ ਤੇ ਇਹ ਜਿਹੜਾ ਇਹਨਾਂ ਦੀਆਂ ਸਿੰਘਾਂ ਨੂੰ ਰਿਹਾ ਕਰਨ ਦਾ ਹੈ ਨਾ 1997 ਦੇ ਵਿੱਚ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਹੈ ਤੇ ਜਿਹੜਾ ਇਹਨਾਂ ਦਾ ਚੋਣ ਮੈਨੀਫੈਸਟੋ ਸੀਗਾ ਉਹਦੇ ਵਿੱਚ ਬਾਦਲ ਸਾਹਿਬ ਦੀ ਇਹ ਮੰਗ ਸੀਗੀ। ਜੀ ਜੀ ਉਹਦੇ 'ਚ ਇਹਨਾਂ ਨੇ ਲੋਕਾਂ ਸੰਗਤਾਂ ਨੂੰ ਵੋਟਾਂ ਲੈਣ ਦੇ ਲਈ ਜਦੋਂ ਗਏ ਨੇ ਤੇ ਸੰਗਤਾਂ ਦੇ ਵਿੱਚ ਇਹਨਾਂ ਨੇ ਆਪਣੀ ਮੈਨੀਫੈਸਟੋ 'ਚ ਇਹ ਗੱਲ ਪਾਈ ਸੀਗੀ ਕਿ ਸਾਡੀ ਸਰਕਾਰ ਆਊਗੀ ਤੇ ਅਸੀਂ ਉਹਨਾਂ ਸਿੰਘਾਂ ਨੂੰ ਰਿਹਾ ਕਰਾਂਗੇ। ਜੀ ਜੀ ਤੇ ਉਹ ਦੇਖ ਲਓ ਵੀ 1997 ਤੋਂ ਲੈ ਕੇ ਹੁਣ ਤੱਕ ਕਿੰਨਾ ਚਿਰ ਹੋ ਗਿਆ, ਅਜੇ ਤੱਕ ਕੋਈ 18 ਸਾਲ ਦਾ ਪੀਰੀਅਡ ਬਣਦਾ ਜੀ। ਨਹੀਂ ਕਿਸੇ ਨੂੰ ਕਿਸੇ ਰਿਹਾ ਨਹੀਂ ਕੀਤਾ ਗਿਆ। ਹੁਣ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਵੀ ਨਾ ਦੋ ਸਿੰਘ ਨੇ, ਮਤਲਬ ਕਿ ਉਹਨਾਂ ਦੀ ਬਾਜ ਸਿੰਘ ਤੇ ਹਰਦੀਪ ਸਿੰਘ, ਜੀ ਜੀ ਉਹਨਾਂ ਨੂੰ ਮਤਲਬ ਕਿ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਵੇ, ਉਹਨਾਂ ਦੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ। ਹੁਣ ਬਾਦਲ ਸਾਹਿਬ ਇੱਕ ਪਾਸੇ ਤੇ ਸੈਂਟਰ ਗਵਰਨਮੈਂਟ ਨੂੰ ਤੇ ਬਾਹਰਲੀਆਂ ਸਟੇਟਾਂ ਨੂੰ ਇਹ ਚਿੱਠੀਆਂ ਲਿਖਣ ਰਹੇ ਨੇ ਜੀ ਜੀ ਵੀ ਉਹਨਾਂ ਨੂੰ ਬਾਹਰੋਂ ਰਿਹਾ ਕੀਤੇ, ਤੇ ਇਹ ਵੀ ਪ੍ਰੈਸ ਦੇ ਵਿੱਚ ਕਹਿੰਦੇ ਨੇ ਕਿ ਉਹ ਸਾਡੇ ਹੱਥ ਵਾਸ ਨਹੀਂ, ਬਾਹਰਲੀਆਂ ਸਟੇਟਾਂ ਦੇ ਹੱਥ ਵਾਸੇ, ਤੇ ਜਿਹੜਾ ਉਹਨਾਂ ਦੇ ਹੱਥ ਵਾਸੇ ਬਾਦਲ ਸਾਹਿਬ ਉਹਦੇ ਲਈ ਚੁੱਪ ਕਿਉਂ ਨੇ? ਬਿਲਕੁਲ ਆਪਣੀ ਸਟੇਟ ਦੇ ਵਿੱਚ ਜਿਹੜਾ ਇਹਨਾਂ ਦੇ ਕੋਲ ਇਹਨਾਂ ਦੇ ਹੱਕ, ਪਹਿਲ ਤਾਂ ਇਹਨਾਂ ਨੂੰ ਇਹ ਕਰਨੀ ਚਾਹੀਦੀ ਆ ਹਾਂਜੀ ਵੀ ਅਸੀਂ ਆ ਜਿਹੜੇ ਬੰਦੇ ਨੇ ਹਾਂਜੀ ਇਹਨਾਂ ਨੂੰ ਰਿਹਾ ਕੀਤਾ। ਹਾਂਜੀ ਹਾਂਜੀ ਜੇ ਵਾਕਿਆ ਇਹ ਕੌਮੀ ਹਮਦਰਦੀ ਇਹਨਾਂ ਦੇ ਹਿਰਦੇ 'ਚ ਹੈ ਹਾਂਜੀ ਹਾਂਜੀ ਵੀ ਇਹਨਾਂ ਨੂੰ ਅਸੀਂ ਰਿਹਾ ਕੀਤਾ। ਹਾਂਜੀ ਬਾਹਰਲੀਆਂ ਸਟੇਟਾਂ ਵੀ ਜਿਹੜੀਆਂ ਨੇ ਉਹ ਜਿਹੜੇ ਬੰਦੇ ਓਵਰ ਸਜ਼ਾ ਭੁਗਤ ਰਹੇ ਨੇ, ਹਾਂਜੀ ਹਾਂਜੀ ਆਪਣੀ ਸਜ਼ਾ ਤੋਂ ਦੁੱਗਣੀ ਸਜ਼ਾ ਭੁਗਤ ਰਹੇ ਨੇ, ਉਹਨਾਂ ਨੂੰ ਰਿਹਾ ਕਰਨ ਨਹੀਂ ਕੀਤਾ ਇਹਨਾਂ ਨੇ। ਬਹੁਤ ਜਾਤੀਆਂ ਮਤਲਬ ਕਿ ਉੱਥੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬਹੁਤ ਸਿੰਘ ਨੇ ਇਦਾਂ ਦੇ ਜੀ ਜੀ ਜਿਨ੍ਹਾਂ ਨੂੰ ਰਿਹਾ ਨਹੀਂ ਕਰ ਰਹੀਆਂ ਉੱਥੋਂ ਦੀ ਜਿਹੜੀ ਸਟੇਟ ਗਵਰਨਮੈਂਟ ਦੇ। ਇੱਥੋਂ ਤੱਕ ਤੇ ਗੱਲ ਹੈਗੀ ਹੈ 1982 ਚ ਜਦੋਂ ਭਾਈ ਸਾਹਿਬ ਜੀ ਮੋਰਚਾ ਲੱਗਾ ਜੀ ਜੀ ਤੇ ਉਸ ਮੋਰਚੇ ਦੇ ਵਿੱਚ ਜਿਹੜੇ ਸਾਫ ਸੁਥਰੀ ਛਵੀ ਵਾਲੇ ਬੰਦੇ ਸੀ, ਅਕਾਲੀ ਬੰਦੇ ਸੀਗੇ, ਹੈਨਾ, ਮਤਲਬ ਕਿ ਮੈਂ ਇੱਥੇ ਇਹ ਵੈਸੇ ਗੱਲ ਕਹਿਣ ਤੋਂ ਗਰੇਜ ਨਹੀਂ ਕਰਦਾ ਕਿ ਅਕਾਲੀ ਦਲ ਦਾ ਪੁਰਾਤਨ ਇਤਿਹਾਸ ਬਹੁਤ ਵਧੀਆ, ਕੁਰਬਾਨੀਆਂ ਨਾਲ ਭਰਿਆ, ਪਰ ਜਿਹੜੇ ਉਹਦੇ ਲੀਡਰ ਨੇ ਉਹਨਾਂ ਨੇ ਹਮੇਸ਼ਾ ਹੀ ਕੌਮ ਨੂੰ ਪਿੱਠ ਦਿਖਾਈ ਆ। ਜੀ ਜੀ ਉਹ ਭਾਵੇਂ ਪੁਰਾਤਨ ਲੀਡਰ ਹੋਣ ਤੇ ਭਾਵੇਂ ਅੱਜ ਦੇ ਲੀਡਰ ਹੋਣ, ਅਕਾਲੀ ਦਲ ਦੇ ਇਤਿਹਾਸ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ, ਕੋਈ ਸ਼ੰਕਾ ਨਹੀਂ, ਪਰ ਉਹਨਾਂ ਦੇ ਲੀਡਰਾਂ ਨੇ ਹਮੇਸ਼ਾ ਹੀ ਕੌਮ ਦੇ ਨਾਲ ਵਿਸ਼ਵਾਸਘਾਤ ਕੀਤਾ। ਬਿਲਕੁਲ। ਤੇ ਜਦੋਂ 82 ਦੇ ਵਿੱਚ ਉਹਨਾਂ ਨੇ ਧਰਮਯੁੱਧ ਮੋਰਚੇ 'ਚ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਦੇ ਵਿੱਚ ਗਏ, ਜੀ ਜੀ ਉਹਨਾਂ ਦੇ ਉੱਪਰ ਵੀ ਬਾਅਦ ਦੇ ਵਿੱਚ ਜਦੋਂ ਸਰਕਾਰ ਦੂਜੀ ਆਈ ਤੇ ਲੁਧਿਆਣੇ ਬੈਂਕ ਦੀ ਡਕੈਤੀ ਦਾ ਇੱਕ ਕੇਸ ਸੀਗਾ, ਜੀ ਜੀ ਉਹਦੇ ਵਿੱਚ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਟਾਰਗੇਟ ਬਣਾਇਆ ਉਸ ਟਾਈਮ ਦੀ ਗਵਰਨਮੈਂਟ ਨੇ, ਤੇ ਉਹਨਾਂ ਬੰਦਿਆਂ ਦੇ ਉੱਪਰ ਝੂਠੇ ਕੇਸ ਪਾਏ, ਜਦ ਕਿ ਉਹ ਬੰਦੇ ਮਤਲਬ ਕਿ ਉਸ ਚੀਜ਼ 'ਚ ਇਨਵੋਲਵ ਵੀ ਨਹੀਂ ਸੀਗੇ। ਜੀ ਜੀ ਤੇ 2012 ਦੇ ਵਿੱਚ ਇੱਕ ਲੁਧਿਆਣੇ ਦੀ ਕੋਰਟ ਨੇ ਉਹਨਾਂ ਨੂੰ ਮਤਲਬ ਕਿ ਸਜ਼ਾ ਸੁਣਾਈ। ਉਹਨਾਂ ਦੀ ਉਮਰ ਤੁਸੀਂ ਸਾਰਿਆਂ ਨੂੰ ਨੇ ਦੇਖਿਆ, ਸਾਰੇ ਗੱਲਾਂ ਆਈਆਂ ਤੇ 93 ਸਾਲ ਤੱਕ ਦੇ ਬਜ਼ੁਰਗ ਸੀ। ਡਾਕਟਰ ਆਸਾ ਸਿੰਘ ਹੋਣੀ 93 ਸਾਲ ਦੇ ਬਜ਼ੁਰਗ, 90 ਸਾਲ ਦੇ ਬਜ਼ੁਰਗ, 80 ਸਾਲ ਦੇ ਬਜ਼ੁਰਗ, ਕਿ ਜਿਹੜੇ ਬਿਮਾਰੀਆਂ ਨਾਲ ਵੀ ਪੀੜਤ ਸਨ। ਜੀ ਜੀ ਕਿ ਹਿਊਮਨ ਰਾਈਟ ਜਾਂ ਮਤਲਬ ਕਿ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਗੱਲਾਂ ਉਹ ਸਾਰੇ ਪੰਜਾਬ ਦੀਆਂ ਜੇਲ੍ਹਾਂ 'ਚ ਨੇ। ਬਿਲਕੁਲ। ਕਿ ਉਹਨਾਂ ਨੂੰ ਮਤਲਬ ਕਿ ਜੇਲ੍ਹਾਂ ਦੇ ਵਿੱਚ ਰੱਖਣਾ ਮੈਂ ਕਿ ਕੋਈ ਹਿਊਮਨ ਰਾਈਟ ਕਹਿੰਦੀ ਹੈ, ਜਾਂ ਕੋਈ ਵੀ ਇਨਸਾਫ ਪਸੰਦ ਇਨਸਾਨ ਜਾਂ ਕਿ ਕੋਈ ਵੀ ਕਮੇਟੀ ਜਾਂ ਸੰਸਥਾ ਉਸ ਚੀਜ਼ ਨੂੰ ਅਲਾਉ ਨਹੀਂ ਕਰਦੀ, ਪਰ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਤੇ ਅਜੇ ਤੱਕ ਉਹ ਜੇਲ੍ਹਾਂ ਦੇ ਵਿੱਚ ਨਹੀਂ। ਬਿਲਕੁਲ ਬਿਲਕੁਲ। ਬੇਸ਼ੱਕ ਥੋੜਿਆਂ ਨੂੰ ਵਿੱਚੋਂ ਹੁਣ ਇੱਕ ਦੋ ਨੂੰ ਪਰੋਲ ਮਿਲੀ ਹੈ, ਪਰ ਮਤਲਬ ਕਿ ਜਦ ਕਿ ਉਹਨਾਂ ਦਾ ਮਤਲਬ ਕਿ ਰੱਖਣਾ ਹੀ ਨਹੀਂ ਚਾਹੀਦਾ। 93 ਸਾਲ ਦੇ ਬਜ਼ੁਰਗ ਤੋਂ ਕੀ ਪ੍ਰਸ਼ਾਸਨ ਨੂੰ ਖਤਰਾ ਹੋ ਸਕਦਾ? ਔਰ ਇਹੀ ਇੱਕ ਇਹਨੂੰ ਹੀ ਜ਼ੁਲਮ ਧੱਕਾ ਅਸੀਂ ਕਹਿੰਦੇ ਆ। ਹਾਂਜੀ। ਔਰ ਇਸੇ ਜ਼ੁਲਮੋ ਸਤਮ ਨੂੰ ਰੋਕਣ ਲਈ ਹਾਂਜੀ
ਜਿਸ ਗੁਰੂ ਜਿਹਦੇ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਹਾਂਜੀ ਤੇ ਜਦੋਂ ਅਸੀਂ ਧਿਆਨ ਮਾਰਦੇ ਹਾਂ ਆਪਣੇ ਇਤਿਹਾਸ ਦੇ ਪੱਤਰਿਆਂ ਵੱਲ, ਹਾਂਜੀ ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈ, ਜੇ ਗੁਰੂ ਨਾਨਕ ਸਾਹਿਬ ਜੀ ਨੇ ਹਾਂਜੀ ਝੂਠ ਦਾ ਮਲਮਾ ਲਾਉਣ ਲਈ ਹਾਂਜੀ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ, ਹਾਂਜੀ ਔਰ ਜਦੋਂ ਅਗਿਆਨਤਾ ਦੇ ਅੰਧਕਾਰ ਵਿੱਚੋਂ ਕੱਢ ਕੇ ਮਨੁੱਖਤਾ ਨੂੰ ਗਿਆਨ ਦਿੱਤਾ, ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ, ਤੇ ਫਿਰ ਜਦੋਂ ਜ਼ਾਲਮ ਨੇ ਅੱਜ ਵੀ ਭਾਰਤ ਦੀ ਧਰਤੀ ਤੇ, ਮੈਂ ਪੜ੍ਹਦਾ ਅਖਬਾਰਾਂ, ਤੁਸੀਂ ਵੀ ਪੜ੍ਹਦੇ ਹੋ, ਵੀ ਧਰਮ ਪਰਿਵਰਤਨ ਇੱਕ ਮੁਹਿੰਮ ਸ਼ੁਰੂ ਹੋਈ ਹੈ। ਹਾਂਜੀ ਧਰਮ ਪਰਿਵਰਤਨ ਦੀ ਗੱਲ, ਧਰਮ ਪਰਿਵਰਤਨ ਯੁੱਗ ਕਹਿ ਲਓ ਉਹਨੂੰ, ਧਰਮ ਪਰਿਵਰਤਨ ਸੰਮੇਲਨ ਦਾ ਨਾਂ, ਕਈ ਤਰ੍ਹਾਂ ਦੇ ਨਾਂ ਦਿੱਤੇ ਜਾ ਰਹੇ ਆ। ਹਾਂਜੀ ਔਰ ਉਹਦੇ ਵਿੱਚ ਇਹ ਗੱਲ ਹੋ ਰਹੀ ਹੈ ਜੀ, ਜਿਨ੍ਹਾਂ ਨੇ 700 ਸਾਲ ਪਹਿਲਾਂ ਹਾਂਜੀ ਉਸ ਧਰਮ ਨੂੰ ਛੱਡ ਕੇ ਉਹ ਦੂਜੇ ਧਰਮ 'ਚ ਕਨਵਰਟ ਹੋਏ, ਹਾਂਜੀ ਜਿਹੜੇ ਬੰਦੇ 300 ਸਾਲ ਜਾਂ 400 ਸਾਲ ਪਹਿਲਾਂ ਜਦੋਂ ਉਹਨਾਂ ਬੰਦਿਆਂ ਨੇ ਧਰਮ ਕਨਵਰਟ ਕੀਤਾ, ਉਹਨਾਂ ਦੇ ਧਰਮ ਨੂੰ ਧਰਮ ਪਰਿਵਰਤਨ ਕਰਾ ਰਹੀ ਸੀ ਸਮੇਂ ਦੀ ਸਰਕਾਰ, ਸਮੇਂ ਦੀ ਬਾਦਸ਼ਾਹਤ ਨੂੰ ਧਰਮ ਪਰਿਵਰਤਨ ਤੋਂ ਰੋਕਣ ਲਈ ਹਾਂਜੀ 9ਵੇਂ ਪਾਤਸ਼ਾਹ ਜੀ ਗਏ ਨੇ, ਬਿਲਕੁਲ, ਔਰ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਹਾਂਜੀ ਵੀ ਬਹੁਤ ਵਾਰੀ ਮੈਂ ਇਹ ਗੱਲ ਕਹਿਣਾ ਵੀ ਮਕਤੂਲ ਤੇ ਜਿਹਦਾ ਕਤਲ ਕਰਨਾ, ਹਾਂਜੀ ਕਾਤਲ ਜਿਹੜਾ ਮਕਤੂਲ ਤੱਕ ਤਾਂ ਜਾਂਦਾ, ਪਰ ਅੱਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲਾ ਪਰਚਾ ਵੀ ਮਕਤੂਲ ਕਾਤਲ ਕੋਲ ਗਿਆ, ਹਾਂਜੀ ਵੀ ਜਾਂ ਮੈਨੂੰ ਤੁਸੀਂ ਕਤਲ ਕਰ ਦਿਓ, ਹਾਂਜੀ ਜਾਂ ਜਿਹੜਾ ਮੇਰਾ ਧਰਮ ਤਬਦੀਲ ਕਰਾ ਲਓ। ਉਸ ਵੇਲੇ ਜੇ ਸਤਿਗੁਰ ਜੀ ਨੇ ਹਾਂਜੀ ਇਹ ਕਰਮ ਕੀਤਾ ਤੇ ਉਹ ਜਿਸ ਧਰਮ ਲਈ ਕੀਤਾ, ਹਾਂਜੀ ਅੱਜ ਉਹ ਧਰਮ ਦਾ ਜੇ ਉਹਨਾਂ ਕੋਲ ਬਾਗਡੋਰ ਆਈ ਇੱਕ ਸਿਸਟਮ ਦੇ ਵਿੱਚ ਭਾਰਤ ਦੀ, ਹਾਂਜੀ ਉਹ ਲੋਕਾਂ ਉਹਨਾਂ ਦਾ ਧਰਮ ਤਬਦੀਲ ਕਰਾ ਰਹੇ ਨੇ। ਹਾਂਜੀ ਔਰ ਇਹਦੇ ਵਿੱਚ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਹਾਂਜੀ ਉਹ ਇਹ ਆ ਵੀ ਸਾਡੇ ਸਤਿਗੁਰ ਜੀ ਨੇ ਤੇ ਧਰਮ ਤਬਦੀਲ ਇਹਨਾਂ ਦਾ ਹੋਣ ਤੋਂ ਉਸ ਵੇਲੇ ਰੋਕਿਆ, ਔਰ ਅੱਜ ਇਹ ਕਹਿ ਰਹੇ ਨੇ ਜੀ ਉਹ ਉਸ ਵੇਲੇ ਡਰਦੇ ਹੋਏ ਇਸਲਾਮੀਅਤ ਕਬੂਲ ਕਰ ਗਏ। ਹਾਂਜੀ ਦੂਸਰੀ ਗੱਲ ਬਈ ਉਹ ਡਰਦੇ ਹੋਏ ਜਿਹੜੇ ਨੇ ਕ੍ਰਿਸਚਨ ਬਣ ਗਏ 200 ਸਾਲ ਜਦੋਂ ਕ੍ਰਿਸਚਨਾਂ ਦਾ ਰਾਜ ਆ, ਤੇ ਇਹਨਾਂ ਤੋਂ ਰਾਹਤ ਲੈਣ ਲਈ ਹਾਂਜੀ ਉਹ ਉਸ ਵੇਲੇ ਜਿਹੜਾ ਸਿੱਖੀ ਵਿੱਚ ਆ ਗਏ, ਤੇ ਹੁਣ ਉਹਨਾਂ ਨੂੰ ਅਸੀਂ ਵਾਪਸ ਲੈ ਕੇ ਜਾਣਾ। ਇਸੇ ਕਰਕੇ ਅਮਰੀਕਾ ਦੀ ਜਥੇਬੰਦੀ ਨੇ ਜਾਂ ਸਾਡੇ ਸਿੱਖਾਂ ਨੇ ਇਹ ਗੱਲ ਛੇੜੀ ਆ ਕਿ ਸਿੱਖ ਇੱਕ ਹਿੰਦੂ ਨਹੀਂ, ਸਿੱਖ ਸਿੱਖ ਹੈ। ਸਾਨੂੰ ਇਹੋ ਜਿਹੇ ਪ੍ਰੋਟੈਸਟ ਕਿਉਂ ਕਰਨੇ ਪੈ ਰਹੇ ਨੇ? ਕਾਰਨ ਉਹਦਾ ਇਹੀ ਹੈ ਕਿ ਜ਼ੁਲਮ ਦੀਆਂ ਜਿਹੜੀਆਂ ਅੰਧੇਰੀਆਂ ਨੇ ਉਹ ਆਪਣੇ ਲੈਵਲ ਤੇ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਰੋਕਣ ਲਈ ਉਸ ਜ਼ੁਲਮੋ ਸਤੰਭ ਨੂੰ ਜੇ ਕੋਈ ਵੀਰ ਚੱਲਦਾ ਤੇ ਸਾਨੂੰ ਉਹਦਾ ਸਾਥ ਦੇਣਾ ਪੂਰਾ ਬਣਦਾ। ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਅੱਜ ਪੰਜਾਬ ਜਾਂ ਭਾਰਤ ਦੇ ਲੋਕਾਂ ਨੂੰ ਛੱਡ ਕੇ ਵਿਦੇਸ਼ਾਂ ਦੇ ਲੋਕ ਕਿੰਨੇ ਕੁ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਨਾਲ ਖੜੇ ਹੋਏ ਨੇ? ਹਾਂਜੀ ਦੇਖੋ, ਮਤਲਬ ਕਿ ਜਿੱਥੋਂ ਤੱਕ ਭਾਈ ਗੁਰਬਖਸ਼ ਸਿੰਘ ਦੇ ਨਾਲ ਖੜਨ ਦੀ ਗੱਲ ਹੈ, ਮੈਂ ਕਿ ਪੂਰਨ ਤੌਰ ਤੇ ਲੋਕਾਂ ਦੀ ਹਮਦਰਦੀ ਹੈ। ਬੇਸ਼ੱਕ ਹੁਣ ਜਿਹੜੇ ਵਿਦੇਸ਼ਾਂ ਦੇ ਸਿੱਖ ਨੇ ਉੱਥੇ ਜਾ ਕੇ ਉਹਨਾਂ ਦੇ ਨਾਲ ਨਹੀਂ ਬੈਠ ਸਕਦੇ, ਕਿਉਂਕਿ ਕੁਝ ਸਿੰਘਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਜਿਹੜੀ ਉੱਥੇ ਜਾ ਹੀ ਨਹੀਂ ਸਕਦੇ, ਤੇ ਕੁਝ ਮਤਲਬ ਕਿ ਇੱਥੋਂ ਮੈਂ ਕਿ ਉੱਦਾਂ ਵੀ ਰੁਝੇਵਿਆਂ ਦੇ ਕਾਰਨ ਵੀ, ਪਰ ਜਿਹੜੀ ਉਹਨਾਂ ਦੀ ਦਿਲੀ ਹਮਦਰਦੀ ਹੈ ਉਹ ਹਰ ਇੱਕ ਸਿੱਖ ਦੀ ਭਾਈ ਗੁਰਬਖਸ਼ ਸਿੰਘ ਦੇ ਨਾਲ ਹੈ, ਤੇ ਉਹ ਇਹ ਚਾਹੁੰਦੇ ਨੇ ਕਿ ਮਤਲਬ ਕਿ ਉਹਨਾਂ ਦੇ ਜਿਹੜੇ ਮਕਸਦ ਦੇ ਲਈ ਉਹ ਬੈਠੇ ਨੇ। ਹੁਣ ਜੇ ਭਾਈ ਗੁਰਬਖਸ਼ ਸਿੰਘ ਦੀ ਗੱਲ ਕਰੀਏ ਤੇ ਭਾਈ ਗੁਰਬਖਸ਼ ਸਿੰਘ ਦਾ ਇਹਦੇ ਕੋਈ ਆਪਣਾ ਪਰਸਨਲ ਮਫਾਦ, ਬਿਲਕੁਲ ਨਿੱਜੀ ਮਫਾਦ ਨਹੀਂ। ਔਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਬਈ ਜਿੰਨੇ ਸਿੰਘ ਇਸ ਵੇਲੇ ਓਵਰਸਟੇ ਭੁਗਤ ਰਹੇ ਨੇ, ਜਦੋਂ ਅਸੀਂ ਉਹਨਾਂ ਵੱਲ ਨੂੰ ਦੇਖਦੇ ਹਾਂ, ਕਿਸੇ ਨੇ ਆਪਣੀ ਜ਼ਮੀਨ ਦੇ ਝਗੜੇ 'ਚ ਕਤਲ ਨਹੀਂ ਕੀਤਾ, ਕਿਸੇ ਨੇ ਕਿਸੇ ਹੋਰ ਡਕੈਤੀ 'ਚ ਨਹੀਂ ਉਹਨੂੰ ਕੈਦ ਹੋਈ, ਕੋਈ ਉਹ ਜਿਹੜੀ ਕੈਦ ਆ ਕਿਸੇ ਵੀ ਮਤਲਬ ਐਵੇਂ ਸੰਸਾਰ ਦੀਆਂ ਲੜਾਈਆਂ ਲਈ ਨਹੀਂ, ਉਹ ਤਾਂ ਮਨੁੱਖਤਾ ਦੇ ਵੱਧ ਅਧਿਕਾਰਾਂ ਦੀ ਗੱਲ ਹੈ। ਜਿੱਥੋਂ 1978 ਤੋਂ ਬਾਅਦ ਅਸੀਂ ਤੁਰਦੇ ਆ, ਉਹ ਜਿਹੜੇ ਆ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ, ਜੇਲ੍ਹਾਂ ਵਿੱਚ ਗਏ ਨੇ, ਤੇ ਅੱਜ ਉਹ ਜੇਲ੍ਹਾਂ ਵਿੱਚ ਬੈਠੇ ਆ, ਉਹਨਾਂ ਨੂੰ ਓਵਰਸਟੇ ਹੋ ਗਿਆ। ਉਹ ਉਹਨਾਂ ਲਈ ਜੇ ਭਾਈ ਗੁਰਬਖਸ਼ ਸਿੰਘ ਜੀ ਪ੍ਰੋਟੈਸਟ ਕਰ ਰਹੇ ਨੇ
ਤੇ ਸਾਨੂੰ ਉਹਨਾਂ ਦਾ ਮੈਂ ਸਾਥ ਇਹ ਦੇਣਾ ਮਹਿਸੂਸ ਚਾਹੀਦਾ। ਕਰਦਾ ਕਿ ਜਿੱਥੇ ਅਸੀਂ ਇੱਥੇ ਅੱਜ ਮੀਡੀਏ ਦੇ ਮਾਧਿਅਮ ਰਾਹੀਂ ਹਾਂਜੀ ਪੂਰੀ ਸੰਗਤ ਜਿਹੜੀ ਵੀ ਸਾਨੂੰ ਸੁਣ ਰਹੀ ਹੈ, ਹਾਂਜੀ ਉਹਨਾਂ ਨੂੰ ਬੇਨਤੀ ਕਰਦੇ ਆ। ਉੱਥੇ ਪੰਜਾਬ ਦੇ ਵਿੱਚ, ਭਾਰਤ ਵਿੱਚ ਬੈਠੇ ਲੋਕਾਂ ਨੂੰ ਵੀ ਇਹ ਬੇਨਤੀ ਹੈ ਵੀ ਹਾਂਜੀ ਹਾਂਜੀ ਆਪਾਂ ਵੱਧ ਤੋਂ ਵੱਧ ਭਾਈ ਸਾਹਿਬ ਦੇ ਨਾਲ ਖੜੇ ਹੋਈਏ ਹਾਂਜੀ ਹਾਂਜੀ ਔਰ ਉਹਨਾਂ ਨਾਲ ਸਾਥ ਦਈਏ, ਬਿਲਕੁਲ ਤਾਂ ਕਿ ਸਮੇਂ ਦੀਆਂ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਹਾਂਜੀ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਹਾਂਜੀ ਹਾਂਜੀ ਕਿ ਭਾਈ ਇਹ ਜਿਹੜਾ ਜ਼ੁਲਮ ਹੈ ਇਸ ਨੂੰ ਰੋਕਣਾ ਹੈ। ਬਿਲਕੁਲ। ਦੇਖੋ ਭਾਈ ਸਾਹਿਬ ਜੀ, ਜਿੱਦਾਂ ਤੁਸੀਂ ਗੱਲ ਕੀਤੀ ਏ, ਮੈਂ ਕਿ ਥੋੜੀ ਜੀ ਗੱਲ ਮੈਂ ਦੂਸਰੇ ਪਾਸੇ ਲੈ ਕੇ ਜਾਵਾਂ, ਧਰਮ ਕਨਵਰਟ ਦੀ। ਸਾਡੇ ਸਿੱਖ ਧਰਮ ਦੇ ਵਿੱਚ ਸ਼ੁਰੂ ਤੋਂ ਹੀ ਮੈਂ ਕਿ ਸਾਨੂੰ ਇਹ ਆਦੇਸ਼ ਆ, ਹੁਕਮ ਆ ਵੀ ਜਿਹੜੇ ਧਰਮ ਦੇ ਵਿੱਚ ਕੋਈ ਰਹਿੰਦਾ ਉਸ ਧਰਮ ਦੇ ਵਿੱਚ ਉਹ ਪਰਪੱਕ ਹੋਣਾ ਚਾਹੀਦਾ। ਬਿਲਕੁਲ, ਬਿਲਕੁਲ। ਜੇ ਕੋਈ ਹਿੰਦੂ ਹੈ ਤੇ ਪੂਰਨ ਤੌਰ ਤੇ ਹਿੰਦੂ ਬਣੇ, ਜੇ ਕੋਈ ਮੁਸਲਮਾਨ ਹੈ ਤੇ ਮੁਸਲਮਾਨ ਬਣੇ, ਜੇ ਕੋਈ ਸਿੱਖ ਹੈ ਤੇ ਉਹ ਪੱਕਾ ਸਿੱਖ ਬਣੇ। ਬਿਲਕੁਲ। ਹੁਣ ਗੱਲ ਜਨੇਊ ਦੀ ਆਉਂਦੀ ਹੈ, ਇੱਕ ਪਾਸੇ ਇੱਕ ਬੰਦਾ ਜਨੇਊ ਪਾਉਣ ਵਾਲਾ, ਦੂਜੇ ਪਾਸੇ ਇੱਕ ਬੰਦਾ ਜਨੇਊ ਲਾਉਣ ਵਾਲਾ, ਜੀ, ਤੇ ਜੀ। ਤੀਸਰਾ ਬੰਦਾ ਜਿਹੜਾ ਜਨੇਊ ਦੀ ਰੱਖਿਆ ਕਰਨ ਵਾਲਾ। ਜੀ। ਉਹ ਕਹਿੰਦਾ ਜੇ ਮੈਂ ਧੱਕੇ ਨਾਲ ਲਾਉਣ ਨਹੀਂ ਦੇਣਾ ਤੇ ਮੈਂ ਧੱਕੇ ਨਾਲ ਪਾਉਣ ਵੀ ਨਹੀਂ ਦੇਣਾ। ਉਹ ਜੀ। ਮਤਲਬ ਕਿ ਬਿਲਕੁਲ ਇਨਸਾਫ ਦੀ ਸਿੱਖ ਧਰਮ ਉਹ ਸਿੱਖ ਗੱਲ ਧਰਮ ਉੱਤੇ ਉਹ ਆ। ਸਿੱਖ- ਦੇਖੋ ਜੇ ਮਤਲਬ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਜੀ, ਤੇ ਜੀ। ਉਹਨਾਂ ਨੇ ਮਤਲਬ ਕਿ ਕਿਹਾ ਵੀ ਮੈਨੂੰ ਉਹ ਜਨੇਊ ਪਾਓ ਜਿਹੜਾ ਕਦੇ ਵੀ ਟੁੱਟੇ ਨਾ। ਬਿਲਕੁਲ। ਤੇ ਜੇ ਜਨੇਊ ਲਾਉਣ ਦੀ ਗੱਲ ਆਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਜਾਂਦੇ ਨੇ ਮੈਂ ਕਿ ਉਸ ਜਨੇਊ ਦੀ ਰੱਖਿਆ ਦੇ ਲਈ, ਜੀ। ਜਿਹੜੇ ਜਨੇਊ ਨੂੰ ਉਸ ਟਾਈਮ ਦਾ ਜਾਬਰ ਲਾ ਰਿਹਾ ਵਾ। ਬਿਲਕੁਲ। ਸਾਡੀ ਮਤਲਬ ਕਿ ਧਰਮ ਨੇ ਸਾਨੂੰ ਇਹ ਸਿਖਾਇਆ ਵੀ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਕਿਉਂਕਿ ਜਿਹੜਾ ਨਹੀਂ ਸਾਨੂੰ ਕਰਨਾ। ਅਸੀਂ ਇਸ ਫਲਸਫੇ ਦੇ ਪਹਿਰੇਦਾਰ ਹੈ, ਨਿਰਭਉ ਨਿਰਵੈਰ। ਹਾਂਜੀ, ਸਾਨੂੰ ਸਤਿਗੁਰੂ ਜੀ ਕਹਿੰਦੇ ਆ ਭੈ ਕਾਹੂ ਕੋ ਦੇਤਨ ਮਹਿ ਭੈ ਮਾਨ ਧਿਆਨ। ਤੇ ਪਰ ਫਿਰ ਵੀ ਜਦੋਂ ਇਹ ਵੀ ਗੱਲ ਜਿਹੜਾ ਮੈਂ ਥੋੜਾ ਜਿਹਾ ਇਵੇਂ ਕਰਦਾ ਹੁੰਦਾ ਵੀ ਜਦੋਂ ਅਸੀਂ ਪਿਛੋਕੜ ਵੱਲ ਜਾਂਦੇ 1978 ਤੇ, ਹਾਂਜੀ 1977 ਦੀ ਐਮਰਜੈਂਸੀ ਹੈ, ਹਾਂਜੀ ਉਸ ਤੋਂ ਬਾਅਦ 1978 ਦਾ ਸਾਡੇ ਤੇ ਜਿਹੜਾ ਨਿਰੰਕਾਰੀ ਕਾਂਡ ਹੈ, ਹਾਂ ਜਿੱਥੋਂ ਸਾਡੇ ਮਤਲਬ ਸੰਘਰਸ਼ ਦੀ ਆਰੰਭਤਾ ਹੁੰਦੀ ਹੈ। ਔਰ 1978 ਦੇ ਜਿਹੜਾ ਇਹ ਸੰਘਰਸ਼ ਆ, ਇੱਥੋਂ ਹੀ ਅਨੰਦਪੁਰ ਸਾਹਿਬ ਦਾ ਮੋਰਚਾ ਲੱਗਦਾ, ਮਤਾ ਪਾਸ ਹੁੰਦਾ। ਔਰ ਇਹ ਸਾਰਾ ਸੀ ਕਿ ਵੱਧ ਅਧਿਕਾਰਾਂ ਦੀ ਗੱਲ, ਸਟੇਟਸ ਨੂੰ ਵੱਧ ਅਧਿਕਾਰ ਦਿੱਤੇ ਜਾਣ। ਹਾਂਜੀ 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 ਔਰ ਉਹ ਵੱਧ ਅਧਿਕਾਰ ਦਿਵਾਉਣ ਲਈ ਜਿਹੜਾ ਸਭ ਤੋਂ ਵੱਡਾ ਸੰਘਰਸ਼ ਸ਼ੁਰੂ ਹੋਇਆ, ਉਸ ਸੰਘਰਸ਼ ਦੇ ਤਹਿਤ ਜਿਹੜੇ ਸਿੰਘ ਨੇ ਉਹਨਾਂ ਨੂੰ ਇਸ ਜ਼ੁਲਮ ਦਾ ਭਾਈ ਸਾਹਿਬ ਜੀ ਵੱਧ ਅਧਿਕਾਰਾਂ ਦੀ ਜਦੋਂ ਆਪਾਂ 78 ਦੀ ਗੱਲ ਲਈਏ ਤੇ ਉਸ ਟਾਈਮ ਦਾ ਜਿਹੜਾ ਨਿਰੰਕਾਰੀ ਸੀ ਉਹਨੇ ਸਾਡੀ ਕੌਮ ਨੂੰ ਸਿੱਧਾ ਚੈਲੰਜ ਕੀਤਾ, ਕਿਉਂਕਿ ਅਸੀਂ ਨਹੀਂ ਇਹ ਕਦੀ ਵੀ ਕੋਈ ਸਿੱਖ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਸਾਡੇ ਧਰਮ ਦੇ ਉੱਪਰ ਕੋਈ ਹਮਲਾ ਕਰੇ ਜੀ, ਜੀ। ਜਾਂ ਉਹਦਾ ਕੋਈ ਸਵਾਂਗ ਰਚੇ। ਕਦੀ ਵੀ ਕੋਈ ਸਿੱਖ ਵੀ ਇਹ ਬਰਦਾਸ਼ਤ ਨਹੀਂ ਕਰ ਸਕਦਾ। ਬਿਲਕੁਲ ਐਸੀ ਗੱਲ ਆ, ਪਰ ਹਾਂਜੀ ਉਹਦਾ ਜਿਹੜਾ ਬੇਸ ਆ ਵੀਰ ਜੀ, ਹਾਂਜੀ ਉਹ ਤਾਂ ਇਹ ਹੀ ਆ ਨਾ ਕਿ ਵੱਧ ਅਧਿਕਾਰਾਂ ਦੀ ਗੱਲ ਹਾਂਜੀ ਸਿੱਖਾਂ ਨੇ ਕੀਤੀ। ਬਿਲਕੁਲ ਸਭ ਤੋਂ ਬੇਸ਼ੱਕ ਅੱਜ ਉਹ ਅਸਾਮ 'ਚ ਹੋਣ, ਝਾੜਖੰਡ 'ਚ ਹੋਣ, ਉੱਤਰਾਂਚਲ 'ਚ ਹੋਣ, ਉਹ ਦੂਜੇ ਸੂਬਿਆਂ 'ਚ ਲੋਕ ਹੋਣ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਪਰ ਸਭ ਤੋਂ ਪਹਿਲੀ ਜਿਹੜੀ ਆਵਾਜ਼ ਸੀ ਉਹ ਸਿੱਖਾਂ ਨੇ ਉਠਾਈ ਸੀ। ਸਿੱਖਾਂ ਨੂੰ ਦੱਬਣ ਦੇ ਲਈ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਇਹਨੂੰ ਨਿਰੰਕਾਰੀ ਨੂੰ ਯੂਜ਼ ਕੀਤਾ। ਔਰ ਇਹਦੇ ਰਾਹੀਂ ਜੋ 1978 ਦੀ ਵਿਸਾਖੀ ਤੇ ਹੋਇਆ, ਸਿੰਘਾਂ ਨੇ ਜੋ 5 ਦਸੰਬਰ 2009 ਨੂੰ ਹਾਂਜੀ ਆਸ਼ੂਤੋਸ਼ ਦਿਵਿਆ ਜੋਤੀ ਵਾਲੇ ਨੂੰ ਰੋਕਣ ਲਈ ਹਾਂਜੀ ਭਾਈ ਦਰਸ਼ਨ ਸਿੰਘ ਜੀ ਲੋਹਾਰਾ ਤੇ ਉਹਨਾਂ ਦੇ ਸਾਥੀ ਗਏ ਨੇ, ਹਾਂਜੀ ਉਵੇਂ ਹੀ ਭਾਈ ਫੌਜਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਉੱਥੇ ਗਏ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹਾਂ, ਕੋਈ ਹਥਿਆਰ ਨਹੀਂ ਸੀ ਉਹਨਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਨੂੰ ਰੋਕਣ ਲਈ ਗਏ ਨੇ। ਹਾਂਜੀ ਕਿ ਸਮੇਂ ਦੀ ਸਰਕਾਰ ਨੇ ਹਾਂਜੀ ਕਿ ਜਾਂ ਨਿਰੰਕਾਰੀ ਦੇ ਗੁੰਡਿਆਂ ਨੇ ਉਹਨਾਂ ਤੇ ਹਮਲਾ ਕੀਤਾ। ਫਿਰ ਦੇਖੋ ਉੱਥੇ ਵੀ ਸਾਡੇ ਨਾਲ ਕਿੱਡਾ ਵੱਡਾ ਸਾਡੇ ਨਾਲ ਧੱਕਾ ਹੋਇਆ। ਜਿਹੜੇ ਸਿੰਘ ਉੱਥੇ ਗਏ ਨੇ ਉਸ ਦਾ ਪ੍ਰੋਗਰਾਮ ਨੂੰ ਬੰਦ ਕਰਾਉਣ ਲਈ ਉਹ ਇੱਕ ਬੇਨਤੀ ਲੈ ਕੇ ਗਏ ਸੀ, ਬਿਲਕੁਲ। ਪਰ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ, ਜੀ, ਜੀ। ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਜੀ। ਤੇ ਜਿਹੜੇ ਉਸ ਟਾਈਮ ਦੇ ਦੋਸ਼ੀ ਸੀਗੇ ਤੇ ਜਿਹੜੇ ਉਸ ਟਾਈਮ ਦੇ ਦੋਸ਼ੀਆਂ ਦੀ ਹੈਲਪ ਕਰਨ ਵਾਲੇ ਸਨ, ਉਹ ਕੌਣ ਸਨ? ਉਸ ਟਾਈਮ ਦੇ ਪੰਥਕ ਲੀਡਰ। ਬਿਲਕੁਲ। ਬਾਦਲ ਸਾਹਿਬ ਉਸ ਟਾਈਮ ਦੇ ਚੀਫ ਮਿਨਿਸਟਰ ਸੀਗੇ। ਜੀ, ਜੀ। ਬਾਦਲ ਸਾਹਿਬ ਨੇ ਉਸ ਨੂੰ ਪੂਰੀ ਸਿਕਿਉਰਿਟੀ ਦੇ ਕੇ ਅੰਮ੍ਰਿਤਸਰ ਤੋਂ ਉਸ ਟਾਈਮ ਦਿੱਲੀ ਭੇਜਿਆ। ਜੀ, ਜੀ। ਫਿਰ ਉਹਦੇ ਵਿੱਚ ਸਿੱਖਾਂ ਨੂੰ ਕਿੰਨਾ ਇਨਸਾਫ ਮਿਲਿਆ? ਕੋਈ ਇਨਸਾਫ ਨਹੀਂ ਮਿਲਿਆ। ਸਿੱਖਾਂ ਦੇ ਨਾਲ ਮਤਲਬ ਕਿ ਜਿਹੜੇ ਉੱਥੇ ਸਿੰਘ ਸ਼ਹੀਦ ਹੋਏ ਸੀ, ਕਿਸੇ
ਵੀ ਦੋਸ਼ੀ ਨੂੰ ਮਤਲਬ ਕਿ ਕੋਈ ਸਜ਼ਾ ਨਹੀਂ ਹੋਈ, ਬਿਲਕੁਲ ਸਗੋਂ ਮਤਲਬ ਕਿ ਉਹਨਾਂ ਉਸ ਕੇਸ ਦਾ ਬਾਹਰਲੀ ਕੋਰਟ ਦੇ ਵਿੱਚ, ਜਦ ਕਿ ਦੇਖੋ ਅੱਜ ਤੱਕ ਇਦਾਂ ਨਹੀਂ ਹੋਇਆ ਵੀ ਕੇਸ ਅੰਮ੍ਰਿਤਸਰ 'ਚ ਹੁੰਦੇ ਆ ਤੇ ਉਸ ਦਾ ਜਿਹੜਾ ਫੈਸਲਾ ਜਾਂ ਕੇਸ ਹੈ ਉਹ ਜਾ ਕੇ ਦਿੱਲੀ ਚੱਲ ਜਾਂਦੇ ਆ। ਬਿਲਕੁਲ ਜੇ ਉਸ ਡਿਸਟ੍ਰਿਕਟ ਦੇ ਵਿੱਚ ਕੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਵੀ ਇੰਡੀਆ ਪੰਜਾਬ ਦੀ ਗਵਰਨਮੈਂਟ ਉਸ ਨੂੰ ਸਿਕਿਉਰਿਟੀ ਨਹੀਂ ਸੀ ਦੇ ਸਕਦੀ, ਜੇ ਹੁਣ ਇਦਾਂ ਦਾ ਕੋਈ ਗੱਲ ਸੀ ਉਹ ਕੇਸ ਉੱਥੇ ਚੱਲਣੇ ਚਾਹੀਦੇ ਸੀ, ਪਰ ਇਹਨਾਂ ਨੇ ਜਾਣ ਬੁੱਝ ਕੇ ਉਹ ਕੇਸ ਉੱਥੇ ਜਾ ਕੇ ਚਲਾਏ ਤੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ। ਫਿਰ ਦੇਖੋ ਜਿਹੜੀ ਆਪਣੇ ਵੱਧ ਅਧਿਕਾਰਾਂ ਦੀ ਮੋਰਚੇ ਦੀ ਗੱਲ ਹੈ, ਜੇ ਉਹ ਮੋਰਚਾ ਲਾਇਆ ਤੇ ਉਹ ਮੋਰਚਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੇ ਘਰ ਲਈ ਤੇ ਨਹੀਂ ਲਾਇਆ, ਬਿਲਕੁਲ ਕਿਸੇ ਸਿੰਘ ਨੇ ਉਹ ਆਪਣੇ ਘਰ ਲਈ ਨਹੀਂ ਲਾਇਆ, ਜੀ ਜੀ ਉਹ ਸੀ ਪੰਜਾਬ ਦੇ ਹਿੱਤਾਂ ਦੀ ਗੱਲ, ਧਰਮ ਦੀ ਗੱਲ। ਤੇ ਜੇ ਪੰਜਾਬ ਦੇ ਹਿੱਤ ਮਿਲਦੇ ਨੇ, ਜੇ ਸਾਨੂੰ ਵੱਧ ਅਧਿਕਾਰ ਮਿਲਦੇ ਨੇ ਤੇ ਉਹਦਾ ਕੱਲਾ ਸਿੱਖਾਂ ਨੂੰ ਫਾਇਦਾ ਨਹੀਂਗਾ ਜੀ, ਉਹ ਸਾਰਿਆਂ ਨੂੰ ਫਾਇਦਾ। ਉਹਦੇ ਚ ਹੁਣ ਜਿਹੜਾ ਬਹੁਮਤ ਵਪਾਰੀ ਵਰਗ ਏ ਉਹ ਸਾਡੇ ਹਿੰਦੂ ਵੀਰ ਨੇ ਤੇ ਉਹਨਾਂ ਨੂੰ ਵੀ ਉਸ ਚੀਜ਼ ਦਾ ਬਰਾਬਰ ਦਾ ਫਾਇਦਾ ਵਾ। ਪਰ ਉਹ ਜਿਹੜੀ ਗੱਲ ਵੇ, ਹੁਣ ਦੇਖੋ ਜਿਹੜੀ ਮੰਗ ਆ ਬਾਹਰਲੀਆਂ ਸਟੇਟਾਂ 'ਚ ਵੀ ਉੱਭਰੀ, ਬਿਲਕੁਲ, ਪਰ ਉਹਨਾਂ ਨੂੰ ਇਹਨਾਂ ਨੇ ਇਦਾਂ ਦੀ ਕੁੱਟ ਨਹੀਂ ਕੁੱਟੀ ਜਿੱਦਾਂ ਦੀ ਪੰਜਾਬ ਦੇ ਸਿੱਖਾਂ ਨੂੰ ਕੁੱਟੀ ਹੈ। ਜੀ ਜੀ ਇਹਦੇ 'ਚ ਜੇ ਮੈਂ ਥੋੜਾ ਜਿਹਾ ਹੋਰ ਪਿੱਛੇ ਜਾਵਾਂ, ਜਦੋਂ ਐਮਰਜੈਂਸੀ ਲੱਗਦੀ ਹੈ ਇੰਦਰਾ, ਉਸ ਟਾਈਮ ਕਿਸੇ ਸਟੇਟ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ, ਸਿਰਫ ਤੇ ਸਿਰਫ ਐਮਰਜੈਂਸੀ ਦਾ ਵਿਰੋਧ ਕੀਤਾ ਪੰਜਾਬ ਦੇ ਲੋਕਾਂ ਨੇ। ਬਿਲਕੁਲ ਤੇ ਉਸ ਜਿਹੜਾ ਚੀਜ਼ ਦਾ ਉਸ ਨੂੰ ਖਮਿਆਜਾ ਇਹ ਭੁਗਤਣਾ ਪਿਆ ਕਿ ਉਹਨਾਂ ਨੇ ਉਹਨਾਂ ਹਜ਼ਾਰਾਂ ਜੇਲ੍ਹਾਂ ਦੇ ਵਿੱਚ ਵੀ ਭੇਜਿਆ, ਪਰ ਕੋਈ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਸ ਚੀਜ਼ ਨੂੰ ਬਦਲਾ ਲਓ ਭਾਵਨਾ ਦੇ ਨਾਲ ਇਹ ਸਾਰਾ ਕੁਝ ਜਿਹੜਾ ਸੀ ਇਹ ਸੈਂਟਰ ਦੀ ਗਵਰਨਮੈਂਟ ਨੇ ਸਾਡੇ ਨਾਲ ਕੀਤਾ, ਭਾਵੇਂ ਉਹ 78 ਦੇ ਵਿੱਚ ਨਿਰੰਕਾਰੀ ਕਾਂਡ ਹੋਵੇ, ਭਾਵੇਂ ਉਸ ਤੋਂ ਬਾਅਦ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਤੀਜਾ ਘੱਲੂਘਾਰਾ ਹੋਵੇ। ਇਹ ਸਾਰਾ ਕੁਝ ਉਹਨਾਂ ਨੇ ਇੱਕ ਬਦਲਾ ਲਓ ਭਾਵਨਾ ਦੇ ਨਾਲ ਕੀਤਾ। ਤੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਸੀ ਅਨੰਦਪੁਰ ਦੇ ਮਤੇ ਦੇ ਵਿੱਚ, ਵੱਧ ਅਧਿਕਾਰਾਂ ਦੇ ਮਤੇ ਦੇ ਵਿੱਚ ਕੋਈ ਨਜਾਇਜ਼ ਮੰਗ ਨਹੀਂ ਸੀ। ਹੁਣ ਜੇ ਦੇਖੋ 25 ਧਾਰਾ ਦੀ ਗੱਲ ਅੱਜ ਚੱਲਦੀ ਹੈ, ਉਸ ਟਾਈਮ 20-25 ਧਾਰਾ ਸਾੜੀ ਗਈ, ਬਿਲਕੁਲ ਹੈ ਨਾ, ਜਦ ਕਿ ਅਸੀਂ ਹਿੰਦੂ ਹੈ ਹੀ ਨਹੀਂਗੇ। ਹੁਣ ਤੁਸੀਂ ਇਹ ਦੇਖਿਆ ਹੋਊਗਾ ਭਾਈ ਸਾਹਿਬ ਜੀ, ਜਦੋਂ ਕੋਈ ਤੇ ਹੋ ਜਾਂਦੀ ਨਾ ਗੱਲ ਵੀ ਉਦੋਂ ਵੀ ਇੱਥੇ ਆਹ ਕੰਮ ਹੋ ਗਿਆ, ਉਦੋਂ ਜੋ ਬਦਨਾਮ ਕਰਨਾ ਹੈ ਉਦੋਂ ਕਹਿਣਗੇ ਇਹ ਸਿੱਖ ਨੇ ਕੰਮ ਕਰ ਦਿੱਤਾ, ਆਹ ਸਿੱਖਾਂ ਨੇ ਕੰਮ ਕਰ ਦਿੱਤਾ, ਤੇ ਉਦੋਂ ਅਸੀਂ ਉਹਨਾਂ ਨੂੰ ਹਿੰਦੂ ਨਹੀਂ ਲੱਗਦੇ, ਬਿਲਕੁਲ ਹੈ ਨਾ। ਜਦੋਂ ਮਤਲਬ ਕਿ ਉਦੋਂ ਕਹਿਣਗੇ ਵੀ ਇਹ ਸਿੱਖ ਜਿਹੜੇ ਨੇ ਹਿੰਦੂਆਂ ਦਾ ਅੰਗ ਨਹੀਂ, ਬਿਲਕੁਲ, ਤੇ ਜਦ ਕਿ ਜਦੋਂ ਕੋਈ ਕੰਮ ਹੁੰਦਾ ਉਦੋਂ ਇਹ ਸਿੱਖਾਂ ਨੇ ਇਹ ਕੰਮ ਕਰ ਦਿੱਤਾ। ਦੇਖੋ ਹੁਣ ਹੋਰ ਵੀ ਕਈ ਗੱਲਾਂ ਨੇ, ਜਿੱਦਾਂ ਅਸੀਂ ਹਰ ਇੱਕ ਤੌਰ ਤੇ ਆਪਾਂ ਜੇ ਇਹਨੂੰ ਵਿਚਾਰੀਏ ਸੋਚੀਏ, ਤੇ ਜਦੋਂ ਅਸੀਂ ਇੰਡੀਆ ਦੇ ਵਿੱਚ ਜਾ ਕੇ ਵਿਆਹ ਕਰਾਉਂਦੇ ਆ, ਉੱਥੋਂ ਸਾਨੂੰ ਸਰਟੀਫਿਕੇਟ ਮਿਲਦਾ, ਅਸੀਂ ਕਸ਼ਿਸ਼ ਲੈ ਕੇ ਬੜੇ ਫਖਰ ਦੇ ਨਾਲ ਬਾਹਰ ਆਉਂਦੇ ਆ, ਸਾਡਾ ਵਿਆਹ ਹਿੰਦੂ ਮੈਰਿਜ ਐਕਟ ਦੇ ਅਧੀਨ। ਜੀ ਜੀ ਬਿਲਕੁਲ, ਜਿੰਨੇ ਵੀ ਸਾਡੀਆਂ ਉੱਥੇ ਰਜਿਸਟਰੀਆਂ, ਜੋ ਸਾਡੇ ਆਨੰਦ ਕਾਰਜ ਜੋ ਵੀ, ਉਹ ਸਾਰੇ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦੇ ਨੇ। ਔਰ ਦੇਖੋ ਇੱਕ ਹੈਰਾਨੀਜਨਕ ਗੱਲ ਆ ਕਿ ਪਾਕਿਸਤਾਨ ਨੇ ਆਨੰਦ ਕਾਰਜ ਐਕਟ ਬਣਾਤਾ, ਸੋਧ ਹੋ ਗਈ। ਔਰ ਮੈਨੂੰ ਜਿੱਥੋਂ ਤੱਕ ਜਾਣਕਾਰੀ, ਕੈਨੇਡਾ ਵਿੱਚ ਆਨੰਦ ਕਾਰਜ ਐਕਟ ਆ ਗਿਆ। ਹਾਂਜੀ, ਉੱਥੇ ਵੀ ਆ ਗਿਆ। ਔਰ ਜਿਸ ਦੇਸ਼ ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਜਿਸ ਕੌਮ ਨੇ ਦਿੱਤੀਆਂ, ਉਹਨਾਂ ਦੇ ਉੱਤੇ ਹਜੇ ਤੱਕ ਉਸ ਐਕਟ ਵਿੱਚ ਹੀ ਸੋਧ ਨਹੀਂ ਕੀਤੀ ਗਈ। ਉਹੀ ਫਰੇਮ ਆ ਹਿੰਦੂ ਐਕਟ ਅਧੀਨ। ਬਾਹਰਲੀਆਂ ਜਿਹੜੀਆਂ ਬਾਹਰਲੇ ਕੰਟਰੀ ਨੇ ਉਹ ਸਿੱਖਾਂ ਨੂੰ ਵੱਖਰੀ ਕੌਮ ਮੰਨਦੇ ਨੇ। ਜੀ ਜੀ, ਪਰ ਜਿਹੜੀ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ 95% ਸਿੱਖ ਕੁਰਬਾਨੀਆਂ ਦਿੰਦੇ ਨੇ, ਉਹ ਇਸ ਨੂੰ ਅੱਜ ਵੀ ਹਿੰਦੂ ਤੇ ਹਿੰਦੂਆਂ ਦਾ ਇੱਕ ਭਾਗ ਮੰਨਦੇ ਨੇ, ਜਦ ਕਿ ਸਾਡੀ ਉਹਨਾਂ ਦੇ ਨਾਲ ਕੋਈ ਚੀਜ਼ ਮੇਲ ਹੀ ਨਹੀਂ ਖਾਂਦੀ। ਨਾ ਸਾਡੇ ਕੋਈ ਸਿਧਾਂਤਕ ਮੇਲ ਨੇ, ਹੈ ਨਾ, ਕੋਈ ਸਿਧਾਂਤਕ ਮੇਲ ਨਹੀਂਗਾ। ਉਹ ਮੂਰਤੀ ਦੇ ਪੁਜਾਰੀ, ਅਸੀਂ ਇੱਕ ਓਂਕਾਰ ਦੇ ਪੁਜਾਰੀ, ਇੱਕ ਅਕਾਲ ਪੁਰਖ ਦੇ ਪੁਜਾਰੀ। ਸਾਡੇ 'ਚ ਬਹੁਤ ਜ਼ਿਆਦੀਆਂ ਵਿਲੱਖਣਤਾ ਨੇ ਕਿ ਅਸੀਂ ਜਿਹੜੇ ਆ ਮਤਲਬ ਕਿ ਆਪਣੇ ਆਪ 'ਚ ਪੂਰਨ ਤੌਰ ਤੇ ਸਾਡਾ ਇੱਕ ਧਰਮ ਹੈ, ਸਾਡਾ ਸੱਭਿਆਚਾਰ ਹੈ, ਸਾਡਾ ਕਲਚਰ ਹੈ, ਸਾਡੀਆਂ ਖੇਡਾਂ ਨੇ, ਸਾਡੀ ਬੋਲੀ ਹੈ। ਬਿਲਕੁਲ, ਅਸੀਂ ਕਿੱਦਾਂ ਹਿੰਦੂ ਹੋ ਸਕਦੇ ਹਾਂ? ਸਾਡੀ ਹਰ ਇੱਕ ਚੀਜ਼ ਆਪਣੀ ਹੈ। ਉਸ ਕੌਮ ਨੂੰ ਕਿਹਾ ਜਾ ਸਕਦਾ ਜਿਹਦੇ ਕੋਲ ਕੋਈ ਉਹਨਾਂ ਦਾ ਆਪਣਾ ਨਾ ਹੋਵੇ, ਉਹਨਾਂ ਦੀਆਂ ਆਪਣੀਆਂ ਖੇਡਾਂ ਨਾ ਹੋਣ, ਆਪਣੀ ਬੋਲੀ ਨਾ ਹੋਵੇ, ਆਪਣਾ ਸੱਭਿਆਚਾਰ ਨਾ ਹੋਵੇ। ਉਸ ਚੀਜ਼ ਨੂੰ ਤੇ ਤੁਸੀਂ ਕਹੋ ਵੀ ਉਹਨਾਂ ਦਾ ਅੰਗ ਨੇ, ਅਸੀਂ ਕਿਸੇ ਦਾ ਕਿੱਦਾਂ ਹੋ ਸਕਦੇ ਹਾਂ? ਜੀ ਜੀ, ਪਰ ਇਹ ਜਿਹੜੀ ਗੱਲ ਹੈ ਵੀ ਉਹਨਾਂ ਵੱਲੋਂ ਪੂਰਾ ਜ਼ੋਰ ਲੱਗਾ ਹੋਇਆ ਵੀ ਅਸੀਂ ਇਹਨਾਂ ਦਾ ਤਾਰੋ ਪੀੜਾ ਕਰਨਾ ਹੀ ਕਰਨਾ। ਪਰ ਸਾਡੇ ਵਿੱਚ ਜਿਹੜੀ ਸੁਚੇਤਗੀ ਹੈ ਉਹ ਉਨੀ ਨਹੀਂ ਜਿੰਨੀ ਚਾਹੀਦੀ ਹੈ। ਜਿਹੜੇ ਸੁਚੇਤ ਸਿੱਖ ਨੇ ਉਹਨਾਂ ਨੂੰ ਰੋਲਣ ਦਾ ਯਤਨ ਕੀਤਾ ਜਾ ਰਿਹਾ। ਔਰ ਸਾਨੂੰ ਇਹਦੇ ਵੱਲੋਂ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਸਾਵਧਾਨ ਹੋ ਕੇ ਚੱਲਣ ਦੀ ਬਹੁਤ ਵੱਡੀ ਲੋੜ ਆ।
ਔਰ ਦੂਸਰਾ ਇਹ ਵੀ ਜੇ ਫਿਰ ਆਪਾਂ ਆਪਣੇ ਵਿਸ਼ੇ 'ਚ ਆਈਏ ਹਾਂਜੀ ਵੀ ਭਾਈ ਸਾਹਿਬ ਜੀ ਨੇ ਜਿਨ੍ਹਾਂ ਸਿੱਖਾਂ ਲਈ ਹਾਂਜੀ ਮੋਰਚਾ ਲਾਇਆ, ਹਾਂਜੀ ਸਾਨੂੰ ਇੱਥੋਂ ਅੱਜ ਜਿੰਨੇ ਕੁ ਦਰਸ਼ਕਾਂ ਨੇ ਸਾਨੂੰ ਇਸ ਮਾਧਿਅਮ ਰਾਹੀਂ ਸੁਣਨਾ ਹੈ, ਹਾਂਜੀ ਉਹ ਆਪੋ ਆਪਣੇ ਲੈਵਲ ਤੇ, ਕਿਉਂਕਿ ਵੀਰ ਜੀ ਇਸ ਵੇਲੇ ਕੇਵਲ ਉਹ ਗੱਲ ਨਹੀਂ ਰਹਿ ਗਈ ਕਿ ਪ੍ਰਿੰਟ ਮੀਡੀਆ ਹਾਂਜੀ ਜਾਂ ਇਲੈਕਟ੍ਰੋਨਿਕ ਮੀਡੀਆ ਚੈਨਲ ਨੇ, ਹਾਂਜੀ ਹਰ ਬੰਦਾ ਮੀਡੀਆ, ਹਰ ਬੰਦੇ ਦੇ ਕੋਲ ਬੜੇ ਬੜੇ ਤਰ੍ਹਾਂ ਦੇ ਸਾਧਨ ਨੇ। ਹਾਂਜੀ ਉਹ ਆਪਦੇ ਫੋਨ ਦੇ ਉੱਤੋਂ ਬੈਠਾ ਹੀ ਆਪਦੇ ਜਿੰਨੇ ਕੁ ਉਹਦੇ ਕੰਟੈਕਟ ਨੇ, ਕਿਸੇ ਦੇ 500 ਨੇ, 5000 ਨੇ, ਹਾਂਜੀ ਸਾਰਿਆਂ ਤੱਕ ਇਹ ਗੱਲ ਪਹੁੰਚਾ ਸਕਦਾ ਵੀ ਆਓ ਭਾਈ ਗੁਰਬਖਸ਼ ਸਿੰਘ ਦਾ ਸਾਥ ਦਈਏ। ਔਰ ਆਪਾਂ ਉਹਨਾਂ ਸਿੰਘਾਂ ਲਈ ਹਾਂਜੀ ਜਿਨ੍ਹਾਂ ਨੂੰ, ਜਿੱਦਾਂ ਆਪਾਂ ਹੁਣ ਗੱਲ ਕਰਦੇ ਹਟੇ ਆ ਵੀ ਬਾਪੂ ਆਸਾ ਸਿੰਘ ਹੁਣਾਂ ਨੂੰ ਮੈਂ ਨਿੱਜੀ ਤੌਰ ਤੇ ਬਹੁਤ ਵਾਰੀ ਮਿਲਿਆ, ਠੀਕ ਹੈ ਬੜੀ ਚੰਗੀ ਤਰ੍ਹਾਂ ਜਾਣਦਾ, ਹਾਂਜੀ ਔਰ ਨਾਮ ਸਿਮਰਨ ਵਾਲੀ ਉਹ ਰੂਹ, ਤੇ ਉਹਨਾਂ ਨੂੰ ਬਿਲਕੁਲ ਬੁਢਾਪੇ ਵਿੱਚ, ਹਾਂਜੀ 2005 ਤੱਕ ਉਹ ਜੇਲ੍ਹ ਵਿੱਚ ਕੋਈ ਨਹੀਂ ਸੀ, ਹਾਂਜੀ ਆਪਦੇ ਘਰ ਸੀਗੇ, ਬਿਮਾਰ ਅਵਸਥਾ, ਔਰ ਬੁਢਾਪਾ, ਉਹਨਾਂ ਨੂੰ ਬੜੀਆਂ ਸਾਰੀਆਂ ਸਰੀਰਕ ਬਿਮਾਰੀਆਂ ਵੀ ਨੇ। ਨੇ ਹੁਣ ਉਹਨਾਂ ਨੂੰ 12 ਵਿੱਚ ਲਿਆਤਾ ਜੀ, ਤੁਸੀਂ ਵੀ ਜਿਹੜਾ ਲੁਧਿਆਣਾ ਬੈਂਕ ਕਾਂਡ ਆ ਉਹਦੇ 'ਚ ਸ਼ਾਮਲ ਹੋ, ਹਾਂਜੀ ਕਿ ਤੁਹਾਨੂੰ ਜੇਲ੍ਹ ਦੇ ਵਿੱਚ ਇੰਨੀ ਕੁ ਸਜ਼ਾ ਦਿੱਤੀ ਜਾਂਦੀ ਹੈ। ਮਤਲਬ ਐਸੀਆਂ ਇਹ ਜਿਹੜੇ ਸਾਡੇ ਨਾਲ ਧੱਕੇ ਨੇ, ਹਾਂਜੀ ਇਹਨਾਂ ਧੱਕਿਆਂ ਨੂੰ ਜੇ ਅਸੀਂ ਸਹਿੰਦੇ ਰਹੇ ਹਾਂਜੀ ਤੇ ਫਿਰ ਧੱਕੇ ਵੱਧਦੇ ਹੀ ਨੇ। ਇਹਦੇ ਲਈ ਬਾਹਰ ਬੈਠੇ ਸਿੱਖ ਤਾਂ, ਚਾਹੇ ਉਹ ਤੁਸੀਂ ਫਰਾਂਸ ਵਿੱਚ ਬੈਠੇ ਹੋ, ਯੂਰਪ ਦੇ ਕਿਸੇ ਕੋਨੇ ਵਿੱਚ ਕੋਈ ਸਿੱਖ ਬੈਠਾ, ਕਿਤੇ ਵੀ ਬੈਠਾ, ਉਹ ਤਤਪਰ ਨੇ, ਚਿੰਤਤ ਨੇ। ਹਾਂਜੀ ਪਰ ਮੈਂ ਬਹੁਤ ਵਾਰੀ, ਕੱਲ੍ਹ ਵੀ ਮੇਰੀ ਗੱਲ ਸਾਡੇ ਬੈਂਕ ਮੈਨੇਜਰ ਨੇ, ਉਹਨਾਂ ਨਾਲ ਗੱਲ ਚੱਲਦੀ ਸੀ ਵੀ ਬਾਹਰ ਤੇ ਮਾਹੌਲ ਹੈ ਵੀ ਪੰਜਾਬ ਦੇ ਵਿੱਚ ਇਹ ਹਵਾ ਕਿਵੇਂ ਬਣ ਸਕਦੀ ਹੈ। ਐਕਚੁਅਲੀ ਭਾਈ ਸਾਹਿਬ ਜੀ, ਜਿਹੜੀ ਹਵਾ ਦੀ ਗੱਲ ਹੈ ਨਾ, ਜਦੋਂ ਭਾਈ ਸਾਹਿਬ ਜੀ ਪਿਛਲੀ ਵਾਰੀ ਪੰਜਾਬ ਦੇ ਵਿੱਚ ਚੰਡੀਗੜ੍ਹ ਬੈਠੇ ਜੀ ਜੀ ਤੇ ਲੋਕਾਂ ਦਾ ਬਹੁਤ ਭਰਵਾਂ ਹੁੰਗਾਰਾ ਸੀ। ਜੀ ਜੀ ਐਤਕੀ ਉੱਥੋਂ ਦੀ ਜਿਹੜੀ ਸਟੇਟ ਗਵਰਨਮੈਂਟ ਨੇ, ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ, ਪਹਿਲੀ ਗੱਲ ਬੈਠਣ ਨਹੀਂ ਦਿੱਤਾ, ਬੈਠਣ ਨਹੀਂ ਦਿੱਤਾ, ਹੈ ਨਾ। ਉਹਨਾਂ ਨੇ ਮਤਲਬ ਕਿ ਉਹਨਾਂ ਨੂੰ ਕਿਉਂਕਿ ਉਹ ਨਾ ਬੈਠਣ ਦੇਣ ਦਾ ਕਾਰਨ, ਹਾਂਜੀ ਲੋਕੀ ਤੇ ਬੜੇ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਮੈਂ ਇਹ ਮਹਿਸੂਸ ਕਰਦਾ ਡਰ ਹੀ ਇਹ ਸੀ ਕਿ ਪਤਾ ਨਹੀਂ ਕਿੱਡੀ ਵੱਡੀ ਲਹਿਰ ਬਣ ਜਾਏ ਹਾਂਜੀ ਕਿ ਸਾਡੇ ਕੋਲੋਂ ਇਹ ਸੰਭਾਲੀ ਜਾਏ ਜਾਂ ਨਾ। ਹਾਂਜੀ 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 ਤੇ ਵੈਸੇ ਮੈਂ ਪਰਸਨਲੀ ਤੌਰ ਤੇ ਮਹਿਸੂਸ ਕਰਦਾ ਕਿ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਐਤਕੀ ਬੈਠਣ ਦਿੱਤਾ ਜਾਂਦਾ ਤੇ ਇਹ ਲਹਿਰ ਪਿਛਲੇ ਨਾਲੋਂ ਘੱਟ ਨਾ ਰਹਿੰਦੀ। ਬਹੁਤ ਵੱਡੀ ਇਹ ਬਹੁਤ ਵੱਡੀ ਲਹਿਰ ਸੀ, ਕਿਉਂਕਿ ਪੰਜਾਬ ਦਾ ਲੋਕ, ਹਰ ਇੱਕ ਬੰਦਾ ਜ਼ਮੀਰ ਵਾਲਾ ਜਿਹੜਾ ਬੰਦਾ ਹੈ, ਉਸਨੇ ਹਰ ਇੱਕ ਬੰਦੇ ਦਾ ਇੱਥੇ ਸਾਥ ਦੇਣਾ ਸੀ। ਹਰਿਆਣੇ ਦੇ ਵਿੱਚ ਸਿੱਖਾਂ ਦੀ ਗਿਣਤੀ ਘੱਟ ਕਰ ਲਓ, ਪਰ ਫਿਰ ਵੀ ਮੈਂ ਕਹਿੰਦਾ ਉੱਥੋਂ ਦੇ ਸਿੱਖਾਂ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ, ਦੇ ਰਹੇ ਆ। ਮੈਂ ਕੀ ਨਹੀਂ ਕਿਹਾ ਵੀ ਉਹਨਾਂ ਨੇ ਸਾਥ ਨਹੀਂ ਦਿੱਤਾ, ਬਹੁਤ ਭਰਪੂਰ ਸਾਥ ਦਿੱਤਾ ਹੈ ਉਹਨਾਂ ਨੇ, ਤੇ ਉਹਨਾਂ ਦੇ ਨਾਲ ਹਰ ਇੱਕ ਤਰੀਕੇ ਦੇ ਨਾਲ ਉਹ ਖੜੇ ਨੇ। ਜੀ ਜੀ ਵੀ ਕਿਉਂਕਿ ਦੇਖੋ ਜਿਹੜੀ ਮੰਗ ਹੈ, ਇਹ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ, ਇਹ ਇਕੱਲੇ ਭਾਈ ਗੁਰਬਖਸ਼ ਸਿੰਘ ਦੀ ਮੰਗ ਨਹੀਂ ਹੈਗੀ, ਇਹ ਮਨੁੱਖਤਾ ਦੀ ਮੰਗ ਹੈ। ਤੇ ਉਹਨਾਂ ਜਿਹੜੇ ਜ਼ਮੀਰ ਤੇ ਜਾਗਦੇ ਹੋਏ ਲੋਕ ਨੇ, ਉਹਨਾਂ ਨੂੰ ਇਹਦੇ ਨਾਲ ਜੁੜਨਾ ਹੀ ਚਾਹੀਦਾ ਵੇ, ਤੇ ਜੁੜੇ ਵੀ ਨੇ ਲੋਕ। ਤੇ ਅੱਜ ਵੀ ਹੁਣ ਜਿਹੜੇ ਲੋਕ ਮਤਲਬ ਕਿ ਬਾਹਰ ਬੈਠੇ ਨੇ, ਵਿਦੇਸ਼ਾਂ 'ਚ ਜਾਂ ਆਪਣੇ ਪੰਜਾਬ 'ਚ ਨੇ, ਜਾਂ ਇੰਡੀਆ 'ਚ ਕਿਸੇ ਵੀ ਵਸਦੇ ਨੇ, ਉਹ ਜਿਸ ਤਰ੍ਹਾਂ ਦਾ ਵੀ ਇਹਦੇ ਵਿੱਚ ਯੋਗਦਾਨ ਪਾ ਸਕਦੇ ਨੇ, ਉਹਨਾਂ ਨੂੰ ਜ਼ਰੂਰ ਪਾਉਣਾ ਚਾਹੀਦਾ, ਕਿਉਂਕਿ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਕਰਨੀ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਉਹਨਾਂ ਨੇ ਇਸ ਟਾਈਮ ਜਿਹੜਾ ਉੱਥੇ ਜ਼ਬਰ ਹੋ ਰਿਹਾ, ਉਹਨਾਂ ਦਾ ਇਹ ਨਾਅਰਾ ਵੀ ਹੈ ਕਿ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ, ਉਹ ਸਬਰ ਦੇ ਨਾਲ ਉੱਥੇ ਮੁਕਾਬਲਾ ਕਰ ਰਹੇ ਨੇ ਉਹਨਾਂ ਜ਼ਾਲਮਾਂ ਦਾ, ਜਿਨ੍ਹਾਂ ਨੇ ਸਿੱਖਾਂ ਨੂੰ ਅਜੇ ਤੱਕ ਉਹਨਾਂ ਦੇ ਬਣਦੇ ਅਧਿਕਾਰ ਨਹੀਂ ਦਿੱਤੇ, ਉਹਨਾਂ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੈ। ਤੇ ਇਹ ਜਦ ਕਿ ਉਹਨਾਂ ਦੀਆਂ ਰਿਹਾਈਆਂ ਜਿਹੜੀਆਂ ਨੇ ਇਹ ਲੀਗਲ ਨੇ, ਕਾਨੂੰਨੀ ਤੌਰ ਤੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ। ਅੱਜ ਵੀ ਜਿਹੜੇ ਸਟੇਟ ਗਵਰਨਮੈਂਟ ਬਾਹਰਲੀਆਂ ਸਟੇਟਾਂ ਨੂੰ ਚਿੱਠੀ ਲਿਖਣ ਦਾ ਇੱਕ ਡਰਾਮਾ ਕਰ ਰਹੀ ਹੈ, ਇੱਕ ਢਕੁੰਜ ਰਚ ਰਹੀ ਹੈ ਕਿ ਅਸੀਂ ਉੱਥੇ ਚਿੱਠੀ ਲਿਖੀਏ, ਉਹਨਾਂ ਨੂੰ ਆਪਣੇ ਘਰ ਤੋਂ ਪਹਿਲ ਕਰਨੀ ਚਾਹੀਦੀ। ਬਿਲਕੁਲ, ਆਪਾਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਆ ਵੀ ਜੇ ਪੰਜਾਬ ਦਾ ਚੀਫ ਮਿਨਿਸਟਰ ਜਾਂ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਇਹ ਗੱਲ ਕਰਦਾ ਵੀ ਅਸੀਂ ਉਹ ਬਾਹਰਲੇ ਸਟੇਟਸ ਨੂੰ ਲੈਟਰ ਲਿਖ ਰਹੇ ਹਾਂ, ਉਹਨਾਂ ਤੋਂ ਇਹ ਮੰਗ ਕਰਦੇ ਆ, ਤੇ ਉਹ ਕੇਵਲ ਲੈਟਰ ਦਾ ਇੱਕ ਡਰਾਮਾ, ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ ਲੋਕਾਂ ਦੇ। ਚੰਗੀ ਗੱਲ ਤਾਂ ਇਹ ਹੋਵੇ ਕਿ ਉਹ ਜੇਲ੍ਹ ਮਿਨਿਸਟਰ ਰਾਹੀਂ
ਠੀਕ ਹੈ ਜੀ। ਹਾਂਜੀ ਜੇਲ੍ਹ ਮਿਨਿਸਟਰ ਰਾਹੀਂ ਹਾਂਜੀ ਇਹ ਗੱਲ ਕਹਾਈ ਜਾਵੇ ਵੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਭਾਈ ਬਾਜ ਸਿੰਘ, ਭਾਈ ਹਰਦੀਪ ਸਿੰਘ ਜੀ, ਹਾਂਜੀ ਜਾਂ ਪਟਿਆਲਾ ਜੇਲ੍ਹ 'ਚ ਹਾਂਜੀ ਜਾਂ ਨਾਭਾ ਜੇਲ੍ਹ 'ਚ ਹਾਂਜੀ ਜਿਹੜੇ ਕੈਦੀ ਬੈਠੇ ਨੇ, ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨੇ, ਹੋਰ ਵੀ ਜਿਹੜੇ ਕੈਦੀ ਜੇਲ੍ਹਾਂ ਦੇ ਨੇ, ਵਿੱਚ ਕਾਫੀ ਕੈਦੀ ਨੇ ਇਦਾਂ ਉਹ ਦੇ। ਇਹ ਸਾਰੇ ਜਿਹੜੇ ਓਵਰਸਟੇ ਕੈਦੀ ਨੇ, ਹਾਂਜੀ ਇਹਨਾਂ ਨੂੰ ਅਸੀਂ ਰਿਹਾ ਕਰਦੇ ਹਾਂ। ਉਹਨਾਂ ਨੂੰ ਰਿਹਾ ਕਰਨ ਦੀ ਪਹਿਲ ਸਟੇਟ ਗਵਰਨਮੈਂਟ ਨੂੰ ਕਰਨੀ ਚਾਹੀਦੀ ਬਿਲਕੁਲ, ਹੈ, ਪਹਿਲ ਆਪਣੇ ਆਪ ਨੂੰ ਪੰਜਾਬ ਪੰਥਕ ਸਰਕਾਰ ਕਹਾਉਂਦੀ। ਬਿਲਕੁਲ। ਤੇ ਇਹਦੇ ਨਾਲ ਹਾਂਜੀ ਦੂਸਰੀਆਂ ਸਟੇਟਾਂ ਨੂੰ ਇਹ ਆਪ ਹੀ ਫਿਰ ਇਹ ਤੋਂ ਮਹਿਸੂਸ ਹੋਏਗਾ ਵੀ ਕਹਿਣ ਜੋਗੇ ਹੋਣਗੇ ਹਾਂਜੀ ਹਾਂਜੀ ਵੀ ਅਸੀਂ ਪਹਿਲ ਕਦਮੀ ਕੀਤੀ ਆ, ਤੁਸੀਂ ਵੀ ਕਰੋ। ਹਾਂਜੀ ਔਰ ਜਿੱਥੇ ਵੀਰ ਜੀ ਇਸ ਸੰਘਰਸ਼ ਦੀ ਗੱਲ ਹੈ ਹਾਂਜੀ ਵੀ ਵੱਧ ਅਧਿਕਾਰਾਂ ਦੀ ਗੱਲ ਆ, ਜਾਂ ਮਤਲਬ ਪੰਜਾਬ ਦੇ ਵਿੱਚ ਸਾਡੇ ਨਾਲ ਇਹ ਜਿਹੜਾ ਉਸ ਸੰਘਰਸ਼ ਸਮੇਂ ਜਿਹੜੇ ਕੈਦੀ ਨੇ ਹਾਂਜੀ ਉਹਨਾਂ ਨਾਲ ਧੱਕਾ ਹੋ ਰਿਹਾ, ਹਾਂਜੀ ਉਹਦੀ ਗੱਲ ਹੈ। ਮੈਂ ਜਿਹੜੀ ਬੇਨਤੀ ਦੂਸਰੀ ਕਰਨੀ ਚਾਹੁੰਦਾ, ਹਾਂਜੀ ਕਿਉਂਕਿ ਆਪ ਜੀ ਫਰਾਂਸ ਵਿੱਚ ਬੈਠੇ ਹੋ, ਹਾਂਜੀ ਔਰ ਉਸ ਵੇਲੇ ਦੀ ਮੂਵਮੈਂਟ ਵਿੱਚ ਬਹੁਤ ਸਾਰੇ ਸਾਡੇ ਵੀਰ ਹਾਂਜੀ ਜਿਹੜੇ ਜਲ ਵਤਨ ਨੇ ਹਾਂਜੀ ਇਸ ਵੇਲੇ, ਹਾਂਜੀ ਚਾਹੇ ਉਹ ਯੂਰਪ ਦੇ ਕਿਸੇ ਖਿੱਤੇ ਵਿੱਚ ਨੇ, ਹਾਂਜੀ ਚਾਹੇ ਬ੍ਰਿਟਿਸ਼ ਵਿੱਚ ਨੇ, ਹਾਂਜੀ ਚਾਹੇ ਅਮਰੀਕਾ 'ਚ ਨੇ, ਹਾਂਜੀ ਮਤਲਬ ਅਸੀਂ ਵਿਦੇਸ਼ਾਂ 'ਚ ਆਏ, ਹਾਂਜੀ ਇੱਥੇ ਆ ਕੇ ਸਾਨੂੰ ਇਹਨਾਂ ਦੀਆਂ ਸਰਕਾਰਾਂ ਨੇ ਸਾਥ ਦਿੱਤਾ, ਸਾਰਾ ਕੁਝ ਹੋਇਆ, ਔਰ ਅਸੀਂ ਇੱਥੇ ਸਟੇਬਲ ਹੋਏ। ਹਾਂਜੀ ਹੁਣ ਸਟੇਬਲ ਹੋ ਕੇ ਆਪ ਜੀ ਨੂੰ ਵੀ ਸਤਿਗੁਰ ਨੇ ਕਿਰਪਾ ਕੀਤੀ ਹੈ, ਕਾਰੋਬਾਰ ਆਪ ਜੀ ਦਾ ਵੀ ਮੈਨੂੰ ਪਤਾ ਹੈ ਠੀਕ ਚੱਲਦਾ ਹੈ, ਸਾਰਾ ਕੁਝ ਹੈ। ਔਰ ਆਪਣੇ ਸਿੱਖਾਂ ਨੇ ਜਿੱਥੇ ਕਾਰੋਬਾਰ ਸੈੱਟ ਕੀਤੇ, ਆਪਣੇ ਆਪ ਨੂੰ ਸੈੱਟ ਕੀਤਾ, ਹਾਂਜੀ ਉੱਥੇ ਧਰਮ ਦੀ ਗੱਲ ਵੀ ਚੱਲੀ ਹੈ। ਹਾਂਜੀ ਸਾਡੇ ਗੁਰਦੁਆਰਾ ਸਾਹਿਬਾਨ ਤਕਰੀਬਨ ਹਰ ਕੰਟਰੀ ਦੇ ਵਿੱਚ ਨੇ। ਹਾਂਜੀ ਦਾਸ ਨੂੰ ਪਿੱਛੇ ਯਾਤਰਾ ਕਰਨ ਦਾ ਸਮਾਂ ਬਣਿਆ, 19 ਗੁਰਦੁਆਰੇ ਇਕੱਲੇ ਸਪੇਨ ਵਿੱਚ ਨੇ, 39 ਗੁਰਦੁਆਰੇ ਇਕੱਲੇ ਜਰਮਨੀ ਵਿੱਚ ਨੇ, ਠੀਕ ਆ, ਹੈ ਨਾ ਜੀ। ਔਰ 68 ਗੁਰਦੁਆਰੇ ਜਿਹੜੇ ਨੇ ਇਟਲੀ 'ਚ, ਇਟਲੀ 'ਚ ਨੇ। ਹਾਂਜੀ ਇਸੇ ਤਰ੍ਹਾਂ ਹੀ ਜਿੱਥੋਂ ਤੱਕ ਮੈਨੂੰ ਤੁਹਾਡੇ ਪਤਾ ਹੈ 5 ਸ਼ਾਇਦ ਇਕੱਲੇ ਪੈਰਿਸ ਵਿੱਚ ਜਾਂ, ਭਾਰਤ 'ਚ, ਹਾਂਜੀ ਹਾਂਜੀ। ਗੁਰਦੁਆਰੇ। ਔਰ ਇਹ ਜਿਹੜਾ ਸਾਡੇ ਮਤਲਬ ਇਹ ਤੋਂ ਮਤਲਬ ਹੈ ਵੀ ਸਾਡਾ ਜਿਹੜਾ ਧਰਮ ਦੀ ਗੱਲ ਇਹਨਾਂ ਖਿੱਤਿਆਂ ਵਿੱਚ ਹੋ ਰਹੀ ਹੈ, ਹਾਂਜੀ ਵੀ ਅਸੀਂ ਇੱਥੇ ਬੈਠ ਕੇ ਕੀ, ਮੈਂ ਜਿਹੜੀ ਗੱਲ ਕਰਨ ਲੱਗਾ, ਸਾਡੀ ਜਿਹੜੀ ਨੌਜਵਾਨੀ ਹੈ ਹਾਂਜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਨਾਲ ਜੁੜ ਰਹੀ ਆ, ਜਾਂ ਉਹਦੇ ਨਾਲ ਜੋੜਨ ਲਈ ਅਸੀਂ ਇੱਥੇ ਬੈਠ ਕੇ ਕੁਝ ਕਰ ਰਹੇ ਹਾਂ। ਹਾਂਜੀ ਨਹੀਂ, ਬਹੁਤ ਵਧੀਆ ਤੁਸੀਂ ਭਾਈ ਸਾਹਿਬ ਜੀ ਇਹ ਸਵਾਲ ਕੀਤਾ ਕਿ ਅਸੀਂ ਆਪਣੇ ਧਰਮ ਨੂੰ, ਆਪਣੇ ਵਿਰਸੇ ਨੂੰ, ਆਪਣੀ ਬੋਲੀ ਨੂੰ ਕਿੰਨਾ ਕੁ ਆਉਣ ਵਾਲੇ ਟਾਈਮ ਦੇ ਵਿੱਚ ਸਾਂਭ ਰਹੇ ਹਾਂ। ਜੀ ਜੀ, ਜਿਸ ਇਹ ਵੀ ਸੌਰੀ ਮੈਂ ਗੱਲ ਕਰ ਰਿਹਾ, ਇੱਥੇ ਸਾਡਾ ਉਹ ਪੱਖ ਦਾ ਮਸਲਾ ਹੈ, ਹਾਂਜੀ ਮਤਲਬ ਅੱਜ ਦਾ ਇਹ ਵੀ ਇੱਕ ਪੱਖ ਦਾ ਮਸਲਾ ਹੈ ਹਾਂਜੀ ਕਿ ਸਾਨੂੰ ਇਹਨਾਂ ਸਰਕਾਰਾਂ ਦੇ ਅੱਗੇ ਹਾਂਜੀ ਆਪਣੇ ਧਰਮ ਦੀ ਕੁਆਲਿਟੀ ਲੈ ਕੇ ਜਾਣ ਲਈ ਹਾਂਜੀ ਕੁਝ ਕਰਨਾ ਪਏਗਾ। ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਫਰਾਂਸ ਵਿੱਚ ਦਸਤਾਰ ਦੇ ਮਸਲੇ ਨੂੰ ਝੇਲ ਰਹੇ ਹੋ, ਹਾਂਜੀ ਇਸੇ ਤਰ੍ਹਾਂ ਹੋਰ ਥਾਵਾਂ ਤੇ ਵੀ ਵੱਖ-ਵੱਖ, ਮੈਂ ਸਪੇਨ ਗਿਆ ਸੀ, ਉੱਥੇ ਕਿਰਪਾਨ ਦਾ ਮਸਲਾ ਆਇਆ। ਹਾਂਜੀ ਔਰ ਇਹ ਜਿਹੜੇ ਮਸਲੇ ਨੇ ਇੱਥੇ ਸਾਡੇ ਇਸ ਖਿੱਤੇ 'ਚ 16 ਸਾਲ ਤੋਂ ਥੱਲੇ ਵਾਲੇ ਬੱਚੇ ਨੂੰ ਇਹ ਕਹਿੰਦੇ ਨੇ ਵੀ ਤੂੰ ਸਕੂਲ ਦੇ ਵਿੱਚ ਕਿਰਪਾਨ ਪਾ ਕੇ ਨਹੀਂ ਆ ਸਕਦਾ। ਤੇ ਇਹ ਜਿਹੜੇ ਮਸਲੇ ਨੇ ਇਹ ਵੀ ਸਾਡੇ ਆਉਣ ਵਾਲੇ ਸਮੇਂ ਦੇ ਭੱਖ ਦੇ ਮਸਲੇ ਨੇ। ਇਹਨਾਂ ਲਈ ਅਸੀਂ ਕਿਵੇਂ, ਕਿਸ ਤਰ੍ਹਾਂ ਇਹਨਾਂ ਲੋਕਾਂ ਨਾਲ ਚੱਲਾਂਗੇ? ਸੋ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਜੀ ਜੀ, ਕਿਉਂਕਿ ਆਉਣ ਵਾਲੇ ਟਾਈਮ 'ਚ ਅਸੀਂ ਦੂਸਰੇ ਦੇਸ਼ਾਂ ਦੇ ਵਿੱਚ ਆ ਕੇ ਉੱਥੋਂ ਦੇ ਸਿਸਟਮ ਦੇ ਵਿੱਚ ਰਹਿ ਰਹੇ ਹਾਂ। ਜੀ ਜੀ, ਪਹਿਲਾਂ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਸਿਸਟਮ 'ਚ, ਜਿਹੜੇ ਸਿਸਟਮ 'ਚੋਂ, ਜਿਹੜੇ ਦੇਸ਼ 'ਚੋਂ, ਜਿਹੜੇ ਦੇਸ਼ ਦੇ ਅਸੀਂ ਹਿੱਸੇ ਸਾਂ, ਉੱਥੇ ਸਾਡੇ ਨਾਲ ਇਹ ਧੱਕੇ ਹੋਏ ਆ। ਜਿਹਨਾਂ ਕਰਕੇ ਇੱਥੇ ਆਉਣਾ ਪਿਆ। ਮਤਲਬ ਕਿ ਉੱਥੇ ਵੀ ਸਾਨੂੰ ਅਜੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ। ਜੀ ਤੇ ਜੀ, ਹੋਰ ਵੀ ਬੜੇ ਤਰ੍ਹਾਂ ਦੀ ਜਿਹੜੀਆਂ ਵਧੀਕੀਆਂ ਸਿੱਖ ਕੌਮ ਦੇ ਨਾਲ ਹੋਈਆਂ, ਉਹ ਮਤਲਬ ਕਿ ਵਧੀਕੀਆਂ ਦੇ ਕਾਰਨ ਸਿੱਖਾਂ ਦਾ ਜੋ ਬਾਹਰ ਨੂੰ ਰੁਝਾਨ ਹੋਇਆ, ਜੀ ਜੀ, ਇੱਥੇ ਆ ਕੇ ਮਤਲਬ ਕਿ ਸਿੱਖ ਬੜਾ ਅਵੇਅਰ ਹੈ। ਸਿੱਖ ਦੇਖੋ ਜਿੱਥੇ ਵੀ ਜਾਂਦਾ ਹੈ, ਪਹਿਲਾਂ ਸਭ ਤੋਂ ਪਹਿਲਾਂ ਉਹਦਾ ਘਰ ਬਣੇ ਜਾਂ ਨਾ ਬਣੇ, ਉਹ ਗੁਰੂ ਘਰ ਜ਼ਰੂਰ ਬਣਾਉਂਦਾ। ਜੀ ਬਿਲਕੁਲ। ਤੇ ਗੁਰੂ ਘਰ ਬਣਾਉਣ ਦਾ ਮਕਸਦ ਇਹ ਹੈ ਕਿ ਅਸੀਂ ਆਪਣੇ ਧਰਮ ਦੇ ਬਾਰੇ 'ਚ ਇੱਥੋਂ ਦੇ ਲੋਕਾਂ ਨੂੰ, ਆਪਣੇ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਮੈਂ ਕਿ ਜਾਗਰਤ ਕਰ ਸਕੀਏ। ਜੀ ਜੀ, ਉਸੇ ਜੇ ਹੁਣ ਅਸੀਂ ਇੱਥੋਂ ਦੇ ਸਿਸਟਮ ਦੇ ਵਿੱਚ ਰਹਿੰਦੇ ਹਾਂ ਤੇ ਸਾਨੂੰ ਇੱਥੋਂ ਦੇ ਲੋਕਾਂ ਤੱਕ ਆਪਣੀ ਜਿਹੜੀ ਆਵਾਜ਼ ਹੈ ਉਹ ਮਤਲਬ ਕਿ ਪਹੁੰਚਾਉਣੀ ਪਊਗੀ। ਇਹ ਏਡਾ ਸੌਖਾ ਕੰਮ ਨਹੀਂ, ਪਰ ਸਾਨੂੰ ਬੜੇ ਮਤਲਬ ਕਿ ਇਹਦੇ ਲਈ ਯਤਨ ਕਰਨਾ। ਹੁਣ ਜਿਸ ਤਰ੍ਹਾਂ ਤੁਸੀਂ ਦਸਤਾਰ ਦੀ ਗੱਲ ਕੀਤੀ ਹੈ, ਹੁਣ ਫਰਾਂਸ ਦੇ ਵਿੱਚ ਸਾਨੂੰ ਦਸਤਾਰ ਦੀ ਪ੍ਰੋਬਲਮ ਆਈ ਹੈ ਜੀ ਜੀ, ਤੇ ਅਜੇ ਤੱਕ ਉਹ ਲਗਾਤਾਰ ਜਾਰੀ ਹੈ। ਸਾਡੇ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਨੇ ਅੱਜ ਵੀ
ਮਤਲਬ ਕਿ ਉਹਨਾਂ ਨੂੰ ਨੰਗੇ ਸਿਰ ਜਾਣ ਲਈ ਮਜਬੂਰ ਹੋਣਾ ਪੈਂਦਾ। ਜੀ। ਉਹਨਾਂ ਨੂੰ ਆਪਣੀਆਂ ਪੜ੍ਹਾਈਆਂ ਵਿੱਚ ਹੀ ਛੱਡਣੀਆਂ ਪਈਆਂ। ਜੀ। ਉਹਨਾਂ ਨੂੰ ਦੇ ਬਹੁਤੇ ਬੱਚਿਆਂ ਨੂੰ ਕੇਸ ਵੀ ਕਤਲ ਕਰਾਉਣੇ ਜੀ ਪਏ। ਜੀ ਜੀ ਉਹ ਮਤਲਬ ਕਿ ਬਹੁਤ ਵੱਡੀਆਂ ਸਾਡੇ ਸਾਹਮਣੇ ਚੁਣੌਤੀਆਂ ਨੇ, ਵੱਡੀਆਂ ਤੇ ਕੁਝ ਚੁਣੌਤੀਆਂ ਨੇ। ਬੱਚੇ ਨੇ ਜਿਨ੍ਹਾਂ ਨੇ ਬੜਾ ਆਪਣੇ ਸਿਰੜ ਦੇ ਨਾਲ ਮਾਪਿਆਂ ਨੇ ਉਸ ਸਿਰੜ ਨੂੰ ਕਾਇਮ ਰੱਖਿਆ ਤੇ ਆਪਣੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਨੇ। ਜੀ ਜੀ ਪਰ ਉਹਦੇ ਵਿੱਚ ਵੀ ਸਾਡੀ ਉੱਥੋਂ ਦੀ ਮਿਨੀ ਪਾਰਲੀਮੈਂਟ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ, ਜੀ। ਉੱਥੋਂ ਦੀਆਂ ਸਰਕਾਰਾਂ ਨੇ ਬਿਲਕੁਲ ਕੋਈ ਸਾਥ ਨਹੀਂ ਕੋਈ ਸਾਥ ਨਹੀਂ ਦੇ ਰਹੀ। ਤੇ ਅੱਜ ਵੀ ਉਹ ਜਿਹੜੀ ਪ੍ਰੋਬਲਮ ਹੈ, ਮਤਲਬ ਕਿ ਤੁਹਾਡੇ ਮੀਡੀਆ ਰਾਹੀਂ ਅਸੀਂ ਸੰਗਤਾਂ ਤੱਕ ਗੱਲ ਕਰਨੀ ਚਾਹੁੰਦੇ ਹਾਂ ਜੀ ਜੀ ਕਿ ਉਹ ਸਕੂਲਾਂ ਦੇ ਵਿੱਚ ਪ੍ਰੋਬਲਮ ਉਦਾਂ ਹੀ ਲਗਾਤਾਰ ਉਹੀ ਜਾਰੀ ਟਾਈਮ ਹੈ। ਕਿਉਂਕਿ ਉਹ ਜਦੋਂ ਮੈਂ ਜਿਹੜੀਆਂ ਤੁਹਾਡੇ ਕੋਲ ਸਾਡੀਆਂ ਗਿਆ। ਆਇਡੈਂਟੀ ਕਾਰਡ ਨੇ ਹਾਂਜੀ, ਹਾਂਜੀ। ਉਹਨਾਂ ਦੇ ਉੱਤੇ ਸਾਨੂੰ ਨੰਗੇ ਸਿਰ ਫੋਟੋ ਲਗਾਉਣੀ ਜੀ, ਪੈਂਦੀ ਹੈ। ਜੀ ਜੀ ਉਹ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਜਿਹੜਾ ਉਹਦਾ ਹੱਲ ਨਹੀਂ ਹੋਇਆ। ਜੀ, ਅੱਜ ਜੀ। ਵੀ ਉਹ ਲਗਾਤਾਰ ਉਸੇ ਤਰ੍ਹਾਂ ਹੀ ਉਹ ਜਿਹੜੀ ਪ੍ਰੋਬਲਮ ਬਿਲਕੁਲ, ਜਾਰੀ ਹੈ। ਬਿਲਕੁਲ। ਤੇ ਹਰ ਇੱਕ ਸਿੱਖ ਨੂੰ ਇਥੋਂ ਦੇ ਮਤਲਬ ਕਿ ਜੇ ਸਾਡੇ ਦੇਖੋ, ਜੇ ਸਾਡੇ ਕੋਲ ਊੜਾ ਨਾ ਰਿਹਾ, ਊੜਾ ਤੇ ਜੂੜਾ ਨਾ ਰਿਹਾ, ਬਿਲਕੁਲ। ਸਾਡੀ ਬੋਲੀ ਨਾ ਰਹੀ, ਸਾਡੇ ਕੇਸ ਨਾ ਰਹੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਅਸੀਂ ਗੁਰੂ ਘਰ ਬਣਾ ਰਹੇ ਹਾਂ ਨਾ, ਇਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੁੰਦਾ। ਜੀ ਜੀ ਬਿਲਕੁਲ। ਸਾਨੂੰ ਆਪਣੀ ਜਿਹੜੀ ਉੱਥੋਂ ਦੀ, ਮੈਂ ਵੈਸੇ ਇਸ ਗੱਲ ਦਾ ਥੋੜਾ ਖੁਸ਼ੀ ਮਹਿਸੂਸ ਕਰਦਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਇੱਥੋਂ ਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਬਹੁਤ ਜੋੜਿਆ ਹੈ। ਜੀ ਜੀ ਬਿਲਕੁਲ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਟਾਈਮ ਪੰਜਾਬ ਦੇ ਵਿੱਚ ਜਿੱਥੇ ਸਾਨੂੰ ਬੜੀਆਂ ਚਾਲਾਂ ਦੇ ਅਧੀਨ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ, ਉਹਨੂੰ ਦੂਰ ਕੀਤਾ ਜਾ ਰਿਹਾ ਸਿੱਖੀ ਤੋਂ, ਪਰ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਿੱਖ ਨੇ ਨਾ, ਉਹ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਕੈਂਪਾਂ ਦੇ ਰਾਹੀਂ ਜੋੜ ਰਹੇ ਨੇ ਗੁਰੂ ਸਾਹਿਬ ਦੇ ਨਾਲ। ਤੇ ਇਸ ਗੱਲ ਦਾ ਵਿੱਚ ਵੀ ਮੈਂ ਕਹਿੰਦਾ ਸਾਡੀ ਬਹੁਤ ਵੱਡੀ ਇੱਕ ਜਿੱਤ ਇੱਕ ਕਾਮਯਾਬੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਸਿੱਖੀ ਸਰੂਪ ਦੇ ਵਿੱਚ ਜਿਹੜਾ ਲੈ ਕੇ ਬਿਲਕੁਲ ਬਿਲਕੁਲ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਇਹ ਗੱਲ ਨੂੰ ਆਪਾਂ ਸ਼ੇਅਰ ਕਰਦੇ ਜਾ ਰਹੇ ਹਾਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਬਈ ਇੱਥੇ ਸਿੱਖ ਅਵੇਅਰ ਨਹੀਂ। ਇੱਥੇ ਸਿੱਖ ਤੇ ਬੜੀ ਵੱਡੀ ਅਵੇਅਰਨੈਸ ਆ, ਕਿਉਂਕਿ ਜਦੋਂ ਦਾਸ 2013 ਵਿੱਚ ਇੱਥੋਂ ਸਾਡੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨਾਲ ਬਕਾਇਦਾ ਤੌਰ ਤੇ ਸਲਾਹ ਕਰਕੇ ਅਸੀਂ ਵੀ ਸ਼ਬਦ ਸੁਰਤ ਸਮੇਲ ਦੀ ਗੱਲ ਸੰਗਤਾਂ 'ਚ ਕਰਨ ਲਈ ਜਾਣਾ ਔਰ ਦੇਖਣਾ ਵੀ ਆ ਵੀ ਸੰਗਤਾਂ ਕੀ ਕਰ ਰਹੀਆਂ, ਕਿਵੇਂ ਆ। ਉਸ ਭਾਵਨਾ ਨਾਲ ਮੈਂ ਜਦੋਂ ਗਿਆ, ਪਹਿਲਾਂ ਸਭ ਤੋਂ ਤੁਹਾਡੇ ਕੋਲ ਪੈਰਿਸ ਗਿਆ, ਉੱਥੇ ਵੀ ਬੈਠ ਕੇ 15 ਦਿਨ ਇਹ ਦੇਖਿਆ ਵੀ ਸੰਗਤਾਂ ਵਿੱਚ ਬੜੀ ਜਾਗਰੂਕਤਾ ਹੈ। ਬਕਾਇਦਾ ਤੌਰ ਤੇ ਗੁਰਮਤ ਨਾਲ, ਪੰਜਾਬੀਅਤ ਨਾਲ, ਪੰਜਾਬੀ ਨਾਲ ਜੋੜਨ ਦੀ ਭਾਵਨਾ। ਬੇਸ਼ੱਕ ਸਾਡੇ ਕੋਈ ਨਿੱਜੀ ਬਖਰੇਵੇਂ ਹੋਣ, ਮੈਂ ਉਹਨਾਂ ਨੂੰ ਸਿਧਾਂਤਕ ਬਖਰੇਵੇਂ ਨਹੀਂ ਕਹਿੰਦਾ, ਨਿੱਜੀ ਬਖਰੇਵੇਂ ਹੋਣ, ਉਹ ਕਾਰੋਬਾਰੀ ਬਖਰੇਵੇਂ ਨੇ ਜਾਂ ਕੋਈ ਹੋਰ ਨੇ, ਪਰ ਸਿਧਾਂਤਕ ਤੌਰ ਤੇ ਅਸੀਂ ਫਿਰ ਵੀ ਸਾਡੀ ਸਾਂਝ ਹੈ। ਇਸੇ ਤਰ੍ਹਾਂ ਹੀ ਜਦੋਂ ਇਟਾਲੀਆ ਵਿੱਚ, ਇਟਲੀ 'ਚ ਮੈਂ ਗਿਆ, ਉੱਥੇ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੇ ਲੰਗਰ ਦਾ ਪ੍ਰਬੰਧ ਸੰਭਾਲਣ ਲਈ ਜ਼ਿਆਦਾ ਸੰਗਤ ਹੋਣ ਕਰਕੇ ਵੱਖਰੀ ਕਮੇਟੀ ਹੈ, ਉਹਨਾਂ ਨੇ ਉੱਥੇ ਇੱਕ ਹੋਰ ਕਮੇਟੀ ਬਣਾਈ ਹੈ, ਉਹਨੂੰ ਕਹਿੰਦੇ ਨੇ ਸਿੱਖ ਕਲਚਰ ਕਮੇਟੀ। ਉਹ ਸਿੱਖ ਕਲਚਰ ਨੂੰ ਸੰਭਾਲਣ ਲਈ ਉਹ ਨੌਜਵਾਨ ਵੀ ਨੇ ਵਿੱਚ ਜਿਹੜੇ ਇਟਲੀ ਦੇ ਵਿੱਚ ਪੜ੍ਹੇ ਨੇ, ਉਹ ਸਾਰੇ। ਔਰ ਇਹ ਪੜ੍ਹਨ ਤੋਂ ਬਾਅਦ ਉਹਨਾਂ ਦਾ ਅਗਲਾ ਜਿਹੜਾ, ਕਿਉਂਕਿ ਅਸੀਂ ਮੈਂ ਤੇ ਬਾਜਵਾ ਸਾਹਿਬ ਦਸਤਾਰ ਦਿਵਸ 'ਤੇ ਉੱਥੇ ਗਏ, ਬਕਾਇਦਾ ਤੌਰ 'ਤੇ ਉਹਨਾਂ ਦਾ ਸੱਭਿਆਚਾਰਕ ਮਿਨਿਸਟਰ ਉਹਦੇ ਵਿੱਚ ਆਇਆ ਔਰ ਉਹਨੇ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਵੱਡਾ ਸਾਥ ਦਿੰਦੇ ਹੋ, ਅਸੀਂ ਇਹ ਜਿਹੜਾ ਮਾੜਾ ਮੋਟਾ ਮਲਾਨ ਜਾਂ ਕਿਤੇ ਹੋ ਰਿਹਾ ਏਅਰਪੋਰਟਾਂ 'ਤੇ, ਇਹਦੇ ਵੱਲ ਪੂਰਾ ਧਿਆਨ ਦਿਆਂਗੇ, ਕਿਉਂਕਿ ਫਰਾਂਸ ਦੀ ਥੋੜ੍ਹੀ ਵੱਡੀ ਚੁਣੌਤੀ ਹੈ। ਇਟਲੀ ਦੇ ਵਿੱਚ ਦਸਤਾਰ ਦਾ ਮਸਲਾ ਕੇਵਲ ਏਅਰਪੋਰਟਾਂ ਤੱਕ ਖੜਾ ਹੈ, ਸਕੂਲਾਂ ਦੇ ਵਿੱਚ ਜਿੱਥੋਂ ਤੱਕ ਮੇਰੀ ਨੌਲੇਜ ਹੈ ਉੱਥੇ ਨਹੀਂ। ਇਸੇ ਤਰ੍ਹਾਂ ਸਪੇਨ ਦੇ ਵਿੱਚ ਵੀ ਬਾਰਸੀਲੋਨਾ ਜਿਹੜੀਆਂ ਸਾਡੀਆਂ ਸਿੱਖ ਕੌਂਸਲ ਬਣੀ ਹੈ, ਲਾਭ ਸਿੰਘ ਹੋਣਾ ਨੇ ਰਲ ਕੇ ਸਾਰਿਆਂ ਨੇ, ਸਾਰੇ ਪਾਸੇ ਸਾਡੇ ਇੱਥੇ ਅਵੇਅਰਨੈਸ ਚੱਲ ਰਹੀ ਹੈ। ਪਰ ਮੈਂ ਜਿਹੜੀ ਅਗਲੀ ਬੇਨਤੀ ਕਰਨੀ ਚਾਹੁੰਦਾ ਉਹ ਇਹੀ ਹੈ ਵੀ ਇਹੀ ਜਿਹੜੀ ਗੱਲ ਹੈ ਅਸੀਂ ਪੰਜਾਬ ਵਿੱਚ ਵੀ ਲੈ ਕੇ ਜਾਈਏ, ਪੰਜਾਬ ਦੇ ਲੋਕਾਂ ਨੂੰ ਵੀ ਇਸ ਪਾਸੇ ਨੂੰ ਲਿਆ ਪ੍ਰੇਰੀਏ, ਕਿਉਂਕਿ ਜਿੱਥੋਂ ਤੱਕ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਕੋਲ ਦੀ ਗੱਲ, ਇਹ ਸਿਆਸੀਕਰਨ ਜਿਹੜਾ ਹੋ ਚੁੱਕਾ ਹੈ, ਧਰਮ ਦਾ ਸਿਆਸੀਕਰਨ ਹੋਣ ਕਰਕੇ ਸਾਨੂੰ ਬਹੁਤ ਵੱਡਾ ਜਿਹੜਾ ਉੱਥੇ ਉਸ ਖਿੱਤੇ ਵਿੱਚ ਨੁਕਸਾਨ ਉਠਾਉਣਾ ਪੈ ਰਿਹਾ। ਪਰ ਵੀਰ ਜੀ ਇੱਥੇ ਵੀ ਜਿਹੜਾ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਾ ਉਹ ਇਹ ਹੈ ਵੀ ਜਦੋਂ ਸਾਡੇ ਗੁਰਦੁਆਰਿਆਂ ਦੇ ਕੇਸ ਅਦਾਲਤਾਂ ਵਿੱਚ ਜਾ ਰਹੇ ਨੇ, ਉਹਦੇ ਨਾਲ ਜਿਹੜੇ ਵੀਰ ਇਹ ਮਿਹਨਤ ਕਰਦੇ ਨੇ ਉਹਨੂੰ ਥੋੜ੍ਹੀ ਠੇਸ ਨਹੀਂ ਪਹੁੰਚਦੀ।
ਦੇਖੋ, ਜਿਹੜਾ ਗੁਰੂ ਘਰਾਂ ਦੇ ਕੇਸ ਅਦਾਲਤਾਂ 'ਚ ਜਾਣੇ ਅਤ ਨਿੰਦਣਯੋਗ ਗੱਲ ਹੈ। ਪਰ ਬਿਲਕੁਲ ਮੈਂ ਵੈਸੇ ਉੱਦਾਂ ਕਾਫੀ ਯੂਰਪ ਦੀ ਆਪਾਂ ਜੇ ਗੱਲ ਕਰੀਏ ਨਾ, ਇਹਨਾਂ ਦੇਸ਼ਾਂ ਦੇ ਵਿੱਚ ਮੇਰੇ ਖਿਆਲ ਕੋਈ ਇੱਕ ਅੱਧਾ ਕੇਸ ਹੋਊਗਾ ਜਿਹੜਾ ਅਦਾਲਤਾਂ 'ਚ ਗਿਆ। ਨਹੀਂ ਤੇ ਜਿੱਦਾਂ ਹੁਣ ਸਾਡੇ ਗੁਰੂ ਘਰ ਦਾ ਵੀ ਅਸੀਂ ਚੋਣ ਵੀ ਜਿਹੜੀ ਨਹੀਂ, ਉਹ ਮੈਂ ਉਦੋਂ ਜਦੋਂ ਤੁਹਾਡੇ ਕੋਲ ਗਿਆ ਹਨਾ ਮੈਂ ਤੁਹਾਡਾ ਚੋਣ ਸਿਸਟਮ ਦੇਖ ਕੇ ਬੜਾ ਖੁਸ਼ ਸੀ ਹਨਾ ਸਾਡੇ ਕਿ ਸਾਰੇ ਇਕੱਠੇ ਬੈਠੇ ਜੀ, ਹਾਂਜੀ ਜਕਾਰਾ ਛੱਡਿਆ ਜੀ ਚੋਣ। ਹਾਂ, ਜਿਹੜਾ ਮਤਲਬ ਕਿ ਸੇਵਾਦਾਰ ਨੇ, ਮਤਲਬ ਕਿ ਉਹਨਾਂ ਦਾ ਚੋਣ ਕੋਈ ਇਦਾਂ ਦੀ ਖਿੱਚੋਤਾਣ ਨਹੀਂ ਹੈਗੀ, ਮਤਲਬ ਕਿ ਕੋਈ ਇਦਾਂ ਦਾ ਮਤਲਬ ਕਿ ਨਹੀਂ ਕਬਜ਼ੇ ਵਾਲੀ ਗੱਲ ਨਹੀਂ, ਕੋਈ ਗੋਲਕ ਦਾ ਰੌਲਾ ਨਹੀਂ ਆ, ਇਦਾਂ ਦਾ ਕੋਈ ਰੌਲਾ ਨਹੀਂ ਨਹੀਂ ਨਹੀਂ, ਤੁਹਾਡੇ ਬਵੀਨੀ ਤਾਂ ਮੈਂ ਬਹੁਤ ਵਧੀਆ, ਮੈਨੂੰ ਉਹ ਸਿਸਟਮ ਹੀ ਬਹੁਤ ਵਧੀਆ ਲੱਗਾ ਹਾਂਜੀ ਕਿ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਫਿਰ ਹਾਂਜੀ ਉਹ ਸਾਰਾ ਜਿਹੜਾ ਸਿਸਟਮ, ਉਹ ਤਾਂ ਗੁਰਮਤ ਹੈ ਨਾ। ਹਾਂ, ਪੂਰਨ ਗੁਰਮਤ ਦੇ ਅਨੁਸਾਰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਸਿੰਘਾਂ ਦੇ ਨਾਂ ਪ੍ਰਪੋਜ਼ ਹੁੰਦੇ ਨੇ, ਉਹਨਾਂ ਸਿੰਘਾਂ ਨੂੰ ਮਤਲਬ ਕਿ ਜਕਾਰਿਆਂ ਦੇ ਨਾਲ ਮਾਨਤਾ ਮਿਲਦੀ ਏ। ਜੀ ਜੀ, ਤੇ ਵੈਸੇ ਮੇਰੇ ਖਿਆਲ ਦੇ ਵਿੱਚ ਯੂਰਪ ਦੇ ਵਿੱਚ ਇਸ ਚੀਜ਼ ਤੋਂ ਕਾਫੀ ਬਚਾਅ ਹੈ। ਅਜੇ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਉੱਥੇ ਤਾਂ ਬਹੁਤ ਜ਼ਿਆਦਾ ਇਹ ਜ਼ਿਆਦਾ ਬਹੁਤ ਜ਼ਿਆਦਾ ਗੁਰੂ ਘਰਾਂ ਦੀ ਸੰਗਤ ਦਾ ਜਿਹੜਾ ਬਜਟ ਹੈ ਨਾ, ਉਹ ਕੋਟਾਂ ਦੇ ਵਿੱਚ ਲਾਇਆ ਜਾ ਰਿਹਾ, ਜੀ ਜੀ ਬਿਲਕੁਲ, ਜਿਹੜਾ ਕਿ ਬਹੁਤ ਮਾੜੀ ਗੱਲ ਉਹੀ ਹੈ। ਮੈਂ ਇਹੀ ਗੱਲ ਕਰਦਾ ਵੀ ਵਿਦੇਸ਼ਾਂ ਵਿੱਚ ਜਿਹੜੀ ਇਹ ਸਾਡੀ ਆਹ ਲੜਾਈ ਹੈ ਨਾ, ਹਾਂਜੀ ਇਹਦੇ ਨਾਲ ਕਿਉਂਕਿ ਅਸੀਂ ਇੱਕ ਤਾਂ ਦੂਸਰੇ ਖਿੱਤੇ ਤੋਂ ਆਏ, ਹਾਂਜੀ। ਇੱਥੇ ਅਸੀਂ ਆਪਦੇ ਕਲਚਰ ਦੀ ਗੱਲ ਕਰਦੇ ਹਾਂ। ਹਾਂਜੀ ਜੇ ਕਿਤੇ ਸਾਡੇ ਨਾਲ ਇਦਾਂ ਦਾ ਲੈਵਲ ਲੱਗ ਗਿਆ ਵੀ ਇਹ ਤਾਂ ਲੜਾਕੂ ਲੋਕ ਨੇ, ਇਹ ਤਾਂ ਗੁਰਦੁਆਰੇ ਦੇ ਅੰਦਰ ਹੀ ਲੜ ਪੈਂਦੇ ਆ, ਹਾਂਜੀ ਹਾਂਜੀ ਫਿਰ ਤੇ ਸਾਡੇ ਲਈ ਉਹ ਜਿਹੜਾ ਉਹ ਨਮੋਸ਼ੀ ਵਾਲੀ ਗੱਲ ਹੋਏਗੀ। ਦੇਖੋ, ਸਾਡੀਆਂ ਤੇ ਅੱਗੇ ਬੜੀਆਂ ਲੜਾਈਆਂ ਨੇ ਜਿਹੜੀਆਂ ਅਸੀਂ ਮਤਲਬ ਕਿ ਜਿਨ੍ਹਾਂ ਨਾਲ ਨਜਿੱਠਣਾ ਹੈ, ਉਹ ਭਾਵੇਂ ਪੰਜਾਬ ਦੀਆਂ ਲੜਾਈਆਂ ਹੋਣ ਤੇ ਭਾਵੇਂ ਇੱਥੇ ਕਕਾਰਾਂ ਦੀ ਲੜਾਈ ਹੋਵੇ। ਬਿਲਕੁਲ ਅਸੀਂ ਜੇ ਆਪਣਾ ਚੰਗਾ ਪ੍ਰਭਾਵ ਦੇ ਸਕਾਂਗੇ ਨਾ ਇਹਨਾਂ ਸਰਕਾਰਾਂ ਨੂੰ, ਜੀ ਜੀ, ਤਾਂ ਹੀ ਅਸੀਂ ਉਹਨਾਂ ਲੜਾਈਆਂ ਨੂੰ ਜਿੱਤ ਸਕਾਂਗੇ। ਤੇ ਜੇ ਅਸੀਂ ਉਹ ਬੈਡ ਇੰਪ੍ਰੈਸ਼ਨ ਦਿੱਤਾ ਨਾ ਲੋਕਾਂ ਦੇ ਵਿੱਚ, ਅਸੀਂ ਇੱਕ ਮਤਲਬ ਕਿ ਲੜਾਕੇ ਸ਼ੋਅ ਹੋਏ, ਜੀ ਇਹਦੇ 'ਚ ਹਰ ਇੱਕ ਸਿੱਖ ਦਾ ਫਰਜ਼ ਬਣਦਾ। ਇਹ ਕੋਈ ਵੀ ਮੈਂ ਕਹਿੰਦਾ ਇਕੱਲੀ ਗੁਰਦੁਆਰਾ ਸਾਹਿਬ ਦੀ ਕਮੇਟੀ ਨਹੀਂ ਕਰ ਸਕਦੀ, ਹਰ ਇੱਕ ਸਿੱਖ ਨੂੰ। ਤੇ ਇਹ ਗੱਲ ਸਾਰੀ ਅਹਿੰਦੀ ਹੈ, ਹੰਕਾਰ ਦੀ ਲੜਾਈ ਹੈ। ਬਿਲਕੁਲ ਬਿਲਕੁਲ, ਉਹਦੇ ਵਿੱਚ ਮੈਂ ਤੇ ਇਹ ਮਹਿਸੂਸ ਕਰਦਾ ਕਿ ਗੋਲਖ ਦੀ ਵੀ ਬਹੁਤੀ ਵੱਡੀ ਗੱਲ ਨਹੀਂ ਨਹੀਂ, ਗੋਲਕ ਦੀ ਲੜਾਈ ਗੋਲਖ ਨਹੀਂ, ਦੀ ਨਹੀਂ ਲੜਾਈ, ਇਹ ਇਹ ਹਉਮੈ ਹਉਮੈ ਦੀ ਦੀ ਬਿਲਕੁਲ, ਲੜਾਈ ਹੈ। ਤੇ ਹਉਮੈ ਦੀ ਲੜਾਈ ਨੂੰ ਅਸੀਂ ਤਾਂ ਹੀ ਮਤਲਬ ਕਿ ਜਿੱਤ ਸਕਦੇ ਹਾਂ ਜੇ ਅਸੀਂ ਪੂਰਨ ਤੌਰ ਤੇ ਗੁਰੂ ਮਹਾਰਾਜ ਦੇ ਨਾਲ ਬਿਲਕੁਲ ਲੜ ਲੱਗ ਜਾਗੇ, ਸਮਰਪਿਤ, ਉਹਨਾਂ ਨੂੰ ਸਮਰਪਿਤ ਹੋ ਜਾਗੇ, ਬਿਲਕੁਲ, ਫਿਰ ਅਸੀਂ ਇਸ ਹਉਮੈ ਦੀ ਲੜਾਈ ਨੂੰ ਜਿੱਤ ਸਕਦੇ। ਜਿੰਨਾ ਚਿਰ ਸਾਡੇ ਵਿੱਚ ਨਾਮ ਬੰਦਗੀ ਵਾਲਾ ਸਾਡੇ ਜੀਵਨ ਨਹੀਂ ਹੈਗੇ ਨਾ, ਜੀ ਜੀ, ਉਹਨਾਂ ਚਿਰ ਅਸੀਂ ਇਸ ਲੜਾਈ ਸੇਵਾ ਨੂੰ ਤੇ ਸਿਮਰਨ ਜਿੰਨਾ ਚਿਰ ਇਹ ਸਾਡੇ ਜ਼ਰੂਰੀ। ਜੀਵਨ ਚੋਂ ਮਨਫੀ ਆ, ਹਾਂਜੀ, ਉਹਨਾਂ ਚਿਰ ਤੱਕ ਕੁਝ ਨਹੀਂ ਹੋ ਸਕਣਾ। ਹਾਂਜੀ, ਤੇ ਇਹ ਲੜਾਈ ਸਾਰੀ ਸਿਰਫ ਤੇ ਸਿਰਫ ਹਉਮੈ ਦੀ ਹੈ। ਬਿਲਕੁਲ, ਇਹਦੇ ਵਿੱਚ ਕੋਈ ਦੋਰਾਮਾ ਨਹੀਂ। ਜੇ ਉਹ ਯੂਰਪ ਦੇ 2 4 5 ਗੁਰਦੁਆਰਿਆਂ ਵਿੱਚ, ਹਾਂਜੀ। ਜ਼ਿਆਦਾ ਨਹੀਂ ਆਪਾਂ ਜਿਵੇਂ ਗਿਣੇ ਨੇ, ਗੁਰਦੁਆਰਾ ਸਾਹਿਬਾਨ ਤਾਂ ਬਹੁਤ ਨੇ, ਹਾਂਜੀ ਪਰ 2 4 5 ਗੁਰਦੁਆਰਿਆਂ 'ਚ ਜੇ ਕਿਤੇ ਅਦਾਲਤਾਂ ਤੱਕ ਕੇਸ ਗਏ ਨੇ ਜਾਂ ਕੋਈ ਗੱਲ ਹੋਈ ਹੈ, ਤੇ ਉੱਥੇ ਜਦੋਂ ਆਪਾਂ ਬਰੀਕੀ ਵਿੱਚ ਜਾਂਦੇ ਆ, ਹਾਂਜੀ ਉਹ ਉਹਨਾਂ ਸੱਜਣਾ ਦੀ ਹਉਮੈ ਹੀ ਲੜ ਰਹੀ ਆ। ਹਾਂਜੀ ਹਾਂਜੀ ਤੇ ਜੇ ਅਸੀਂ ਹਉਮੈ ਪਿੱਛੇ ਛੱਡ ਕੇ ਚੱਲੀਏ ਵੀ ਨਹੀਂ, ਇਸ ਕਲਚਰ ਦੇ ਵਿੱਚ ਅਸੀਂ ਆਪਦੇ ਮਤਲਬ ਕਲਚਰ ਬਾਰੇ ਦੱਸਣਾ ਕਿੰਨਾ ਵਧੀਆ। ਹਾਂਜੀ ਔਰ ਬੜਾ ਅੱਜ ਕੱਲ੍ਹ ਇੱਕ ਚੀਜ਼ ਸ਼ੇਅਰ ਹੋ ਰਹੀ ਹੈ ਜੀ, ਸਾਡੇ ਇੱਥੇ ਇੱਕ ਦੂਜੇ ਨੂੰ ਭੇਜੀ ਜਾ ਰਹੀ ਹੈ ਫੋਨ ਤੇ ਮੈਸੇਜ ਰਾਹੀਂ, ਬਈ ਉਹ ਡੋਚ ਦਾ ਲੈਂਡ ਦਾ ਟੀਵੀ ਆ JDF, ਉਹ ਤੋਂ ZDF ਤੋਂ ਜਾਂ RDF ਤੋਂ ਉਹ ਦਿਖਾਲਿਆ ਜਾ ਰਿਹਾ ਵੀ ਦਰਬਾਰ ਸਾਹਿਬ ਦੇ ਵਿੱਚ ਲੰਗਰ ਕਿੱਦਾਂ ਪੱਕਦਾ, ਕੀ ਹੁੰਦਾ, ਕਿੰਨੇ ਲੋਕਾਂ ਨੂੰ ਕੋਸਟਲ ਲਾਸ ਖਾਣਾ ਦਿੱਤਾ ਜਾਂਦਾ, ਕਿੱਦਾਂ ਦੀ ਇਹ ਕੌਮ ਹੈ, ਕਿਸ ਤਰ੍ਹਾਂ ਇਹ ਬਹਿੰਦੇ ਨੇ, ਕਿ ਉਹ ਅਸੀਂ ਇੱਕ ਦੂਜੇ ਤੱਕ ਭੇਜ ਰਹੇ ਹਾਂ। ਉਹ ਸਾਡੇ ਕਲਚਰ ਦਾ ਇੱਕ ਵਧੀਆ ਇੱਕ ਪੱਖ ਆ। ਇਸੇ ਤਰ੍ਹਾਂ ਅਸੀਂ ਇੱਥੇ ਰਹਿ ਕੇ ਬਕਾਇਦਾ ਤੌਰ ਤੇ ਨਮੂਨੇ ਦੇ ਤੌਰ ਤੇ ਸਿੱਖ ਕਿੱਦਾਂ ਦਾ ਹੁੰਦਾ, ਕੀ ਉਹਦਾ ਕਿਰਦਾਰ ਹੈ, ਉਹ ਜਦੋਂ ਇਹਨਾਂ ਲੋਕਾਂ ਵਿੱਚ ਪੇਸ਼ ਹੋਵਾਂਗੇ ਤੇ ਆਪਣੇ ਆਪ ਹੀ ਲੋਕ ਜਿਹੜੇ ਆ ਉਹ ਸਿੱਖੀ ਵੱਲ ਖਿੱਚੇ ਜਾਣਗੇ। ਪਰ ਜੇ ਸਾਡੇ ਗੁਰਦੁਆਰਿਆਂ 'ਚ ਹੈਲੀਕਾਪਟਰ ਉਤਰਨ ਲੱਗ ਪਏ ਪੁਲਿਸ ਦੇ, ਜਾਂ ਪੁਲਿਸ ਗੁਰਦੁਆਰੇ ਦੇ ਖੁੱਲ੍ਹਣ ਤੇ, ਲੋਕ ਖੁੱਲ੍ਹਣ ਤੇ, ਮੱਥਾ ਟੇਕਣ ਵਾਲੇ ਲਈ ਐਤਵਾਰ ਨੂੰ ਪੁਲਿਸ ਦਾ ਪਹਿਰਾ ਲੱਗੇ, ਵੀ ਇਹ ਕਿਤੇ ਲੜ ਨਾ ਪੈਣ, ਉਹ ਸਾਡੇ ਲਈ ਵਾਕਿਆ ਹੀ, ਜੋ ਤੁਸੀਂ ਪਹਿਲਾਂ ਕਿਹਾ, ਮੈਂ ਵੀ ਉਹ ਗੱਲ ਕਰਦਾ ਵੀ ਨਿੰਦਣਯੋਗ ਹੋਏਗਾ। ਔਰ ਸਾਨੂੰ ਇੱਥੇ ਰਹਿ ਕੇ ਜਿੱਥੇ ਅਸੀਂ ਭਾਈ ਸਾਹਿਬ ਦਾ ਸਾਥ ਦੇਣਾ, ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਸਾਡੇ ਲਈ, ਸਾਡਾ ਇਹ ਲਈ ਜ਼ਰੂਰੀ, ਅਤ ਜ਼ਰੂਰੀ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਕਰੀਏ। ਉੱਥੇ ਭਾਈ ਸਾਹਿਬ ਜੀ, ਤੁਸੀਂ ਇਹ ਗੱਲ ਮੈਂ ਛੋਟੀ ਜਿਹੀ ਐਡ ਕਰਨੀ ਚਾਹੁੰਦਾ ਵਾਂ। ਅਸੀਂ ਅਕਸਰ ਇਹ ਗੱਲ ਕਹਿੰਦੇ ਵੀ ਸਾਨੂੰ ਇਹਨਾਂ ਲੋਕਾਂ ਨੂੰ ਆਪਣੇ ਧਰਮ ਬਾਰੇ ਦੱਸਣਾ ਚਾਹੀਦਾ, ਆਪਣੇ ਸਾਡੇ ਆਦਰਸ਼ ਕੀ ਨੇ, ਸਾਡੇ ਮਾਡਲ ਕੀ ਨੇ।
ਉੱਥੇ ਸਾਨੂੰ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨ ਆ ਨਾ, ਜਿੱਦਾਂ ਹੁਣ 4 ਸਾਹਿਬਜ਼ਾਦੇ ਫਿਲਮ ਆਈ ਆ, ਜੀ ਜੀ ਉਸ ਫਿਲਮ ਨੇ ਬਹੁਤ ਜ਼ਿਆਦਾ ਪ੍ਰਭਾਵ ਛੱਡਿਆ ਵਾ। ਬਿਲਕੁਲ ਮੈਂ ਕਹਿੰਦਾ ਵੀ ਉਹਦੇ ਨਾਲ ਆਉਣ ਵਾਲੇ 20 ਸਾਲਾਂ ਤੱਕ ਅਸੀਂ ਉਹ ਪ੍ਰਚਾਰ ਨਹੀਂ ਸੀ ਕਰ ਸਕਦੇ ਜਿਹੜਾ ਉਸ ਫਿਲਮ ਨੇ ਕੀਤਾ ਵਾ। ਜੀ ਜੀ ਬਹੁਤ ਜ਼ਿਆਦਾ ਪ੍ਰਭਾਵ ਛੱਡਿਆ। ਜਿੱਥੇ ਅਸੀਂ ਲੋਕਾਂ ਨੂੰ ਆਪਣੇ ਬਾਰੇ ਦੱਸਣਾ, ਸਾਨੂੰ ਆਪਣੇ ਬੱਚਿਆਂ ਨੂੰ, ਤੇ ਸਾਨੂੰ ਆਪ ਵੀ ਉਹ ਸਿੱਖਣਾ ਚਾਹੀਦਾ। ਜੀ। ਇਹ ਨਾ ਹੋਏ ਕਿ ਅਸੀਂ ਆਪ ਸਿੱਖੀਏ ਹੀ ਨਾ ਤੇ ਅਸੀਂ ਕਹੀਏ ਦੂਜੀਆਂ ਕਮਿਊਨਿਟੀਆਂ ਨੂੰ ਦਸੀਏ ਤੇ ਆਪਣੇ ਸਾਡੇ ਬੱਚਿਆਂ ਨੂੰ 5 ਪਿਆਰਿਆਂ ਦੇ ਨਾਂ ਤੱਕ ਨਾ ਪਤਾ ਹੋਣ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਮੈਂ ਜਿੱਥੇ ਬੋਲਦਾ ਉਹ ਇਹ ਆ ਵੀ ਜੇ ਸਾਡੇ ਵਿੱਚੋਂ ਹਾਂਜੀ ਸਿੱਖੀ ਝਲਕਦੀ ਹੋ, ਹਾਂਜੀ ਸਾਡੇ ਕਿਰਦਾਰ ਵਿੱਚੋਂ, ਹਾਂਜੀ ਤੇ ਫਿਰ ਆਪਣੇ ਆਪ ਹੀ ਇਹ ਆਟੋਮੈਟਿਕ ਸਿੱਖੀ ਵੱਲ ਖਿੱਚੇ ਜਾਣਗੇ। ਬਿਲਕੁਲ। ਔਰ ਇਹ ਤਾਂ ਹੀ ਝਲਕ ਸਕੂਗੀ ਜੇ ਸਾਨੂੰ ਸਿੱਖੀ ਦੇ ਬਾਰੇ ਜਾਣਕਾਰੀ ਹੋ। ਹਾਂਜੀ ਅਸੀਂ ਆਪਣੇ ਔਰ ਇਸ ਆਪਣੇ ਪਰਿਵਾਰਾਂ ਵਿੱਚ ਹਾਂਜੀ ਜਿੱਥੇ ਅਸੀਂ ਚੈਨਲਾਂ ਦੇ ਹੋਰ ਗੱਲਾਂ ਚਰਚਾਵਾਂ ਕਰਦੇ ਹਾਂ ਬੱਚਿਆਂ ਨਾਲ, ਹਾਂਜੀ ਉੱਥੇ ਜੇ ਰੋਜ਼ ਦਾ ਅੱਧਾ ਘੰਟਾ ਹਾਂਜੀ ਆਪਣੇ ਸਿਧਾਂਤਾਂ ਦੀ ਗੱਲ, ਸਿੱਖੀ ਦੀ ਗੱਲ ਬੈਠ ਕੇ ਕਰਨ ਲੱਗ ਪਈਏ ਵੀ ਪੁੱਤਰ ਕਿੱਦਾਂ ਤੇਰਾ ਨਿਤਨੇਮ ਕਿੱਥੇ ਕਾ ਕੀ ਤੇਰਾ ਚੱਲ ਰਿਹਾ, ਹਾਂਜੀ ਉਹਦੇ ਨਾਲ ਬੱਚਾ ਆਪਣੇ ਆਪ ਸਿੱਖੀ ਵੱਲ ਆਉਂਦਾ ਹੈ। ਹਾਂਜੀ। ਸਾਨੂੰ ਇਹ ਅਤਿਅੰਤ ਜ਼ਰੂਰੀ ਬਣਦਾ ਹੈ ਹਾਂਜੀ ਵੀ ਜਿੱਥੇ ਅਸੀਂ ਆਪਦੇ ਬੱਚਿਆਂ ਨੂੰ ਵੀਕਐਂਡ ਤੇ ਗੁਰਦੁਆਰਾ ਸਾਹਿਬ ਲੈ ਕੇ ਜਾਈਏ, ਹਾਂਜੀ ਉੱਥੇ ਨਾਲ ਨਾਲ ਆਪਣੇ ਘਰ ਵੀ ਰੋਜ਼ ਅੱਧੇ 1 ਘੰਟੇ ਦਾ, ਮੈਂ ਕਹਿੰਦਾ ਜਿਵੇਂ ਆ ਛੁੱਟੀਆਂ ਆ ਹਾਂਜੀ ਇਹਨਾਂ ਵਿੱਚ ਬੱਚਿਆਂ ਦੇ ਨਾਲ ਜ਼ਰੂਰ ਇਹ ਡਿਸਕਸ ਹੋਵੇ ਤਾਂ ਕਿ ਸਾਡੇ ਬੱਚੇ ਹਾਂਜੀ ਸਾਨੂੰ ਇਹ ਨਾ ਲੱਗੇ, ਕਿਉਂਕਿ ਮੈਂ ਇਹ ਬੇਨਤੀ ਕਰਦਾ ਵੀ ਅੱਜ ਤੋਂ 30 ਦਿਨ ਪਹਿਲਾਂ, ਅੱਜ ਤੋਂ 10 ਦਿਨ ਪਹਿਲਾਂ ਮੇਰੀ ਬੇਟੀ ਨੇ ਮੈਨੂੰ ਪੁੱਛਿਆ ਵੀ ਇਹ ਭਾਈ ਗੁਰਬਖਸ਼ ਸਿੰਘ ਜੀ ਕੌਣ ਨੇ ਜਿਹੜੇ 30 ਦਿਨ ਤੋਂ ਭੁੱਖੇ ਬੈਠੇ ਨੇ, ਕਿਉਂ ਬੈਠੇ ਨੇ। ਜੇ ਮੈਂ ਇੰਨੀ ਗੱਲ ਕਹਿ ਰਿਹਾ ਪੁੱਤਰ ਛੱਡ, ਇਹ ਤੇਰੇ ਲੈਵਲ ਦੀ ਗੱਲ ਨਹੀਂ। ਸਭ ਬੱਚਿਆਂ ਨੂੰ ਦੱਸਣਾ ਚਾਹੀਦਾ ਠੀਕ ਕਿਉਂ ਹੈ। ਬੈਠੇ ਨੇ, ਕਾਰਨ ਔਰ ਕੀ ਆ। ਜੇ ਇਸ ਗੱਲ ਨੂੰ ਅਸੀਂ ਇਵੇਂ ਅਵੋਇਡ ਕਰ ਦਈਏ ਤੇ ਫਿਰ ਬੱਚੇ ਨੂੰ ਕੁਝ ਨਹੀਂ ਪਤਾ ਲੱਗਣਾ। ਸਾਡੀ ਉੱਥੇ ਫਰਜ਼ ਹੈ, ਸਾਡੀ ਉੱਥੇ ਡਿਊਟੀ ਬਣਦੀ ਹੈ ਵੀ ਇਹ ਇਸ ਕਰਕੇ ਬੈਠੇ ਨੇ, ਆਹ ਗੱਲ ਹੈ ਇਸ ਤਰ੍ਹਾਂ। ਸਾਡੇ ਕੋਲ ਤੇ ਬੱਚੇ ਨੇ ਇੱਕ ਸਵਾਲ ਕੀਤਾ, ਅਸੀਂ ਉਹਨੂੰ 1 ਘੰਟਾ ਉਹਦੇ ਨਾਲ ਲੱਗੇ ਵੀ ਆਹ ਸੰਘਰਸ਼ ਸੀ ਸਾਡਾ, ਇਸ ਤਰ੍ਹਾਂ ਸਾਰਾ ਕੁਝ। ਤੇ ਉਹਦੇ ਨਾਲ ਬੱਚੇ ਵਿੱਚ ਵੀ ਅਵੇਅਰਨੈਸ ਆਊਗੀ, ਬੱਚਾ ਵੀ ਸਿੱਖੀ ਨਾਲ ਜੁੜੂਗਾ। ਇਹ ਜ਼ਰੂਰੀ ਆ ਜਿਹੜੀ ਆਪਾਂ ਗੱਲ ਕਰਦੇ ਜਾ ਰਹੇ ਹਾਂ। ਔਰ ਫਿਰ ਇੱਕ ਵਾਰੀ ਮੈਂ ਇਹੀ ਬੇਨਤੀ ਦਰਸ਼ਕਾਂ ਨੂੰ ਕਰਾਂਗਾ ਵੀ ਆਓ ਅਸੀਂ ਸਾਰੇ, ਭਾਈ ਸਾਹਿਬ ਜੀ ਨੇ ਜਿਹੜੀਆਂ ਮਨੁੱਖੀ ਹੱਕ ਨੇ, ਮਨੁੱਖੀ ਹਿਊਮਨ ਰਾਈਟਸ ਦੀ ਜਿਹੜੀ ਗੱਲ ਹੈ ਉਸ ਨੂੰ ਲੈ ਕੇ, ਮਤਲਬ ਜੇ ਅਸੀਂ, ਮੇਰੇ ਬਹੁਤ ਸਾਰੇ ਸੱਜਣ, ਇੱਕ ਦਿਨ ਮੈਨੂੰ ਵੀਰ ਮਿਲਿਆ ਇੱਕ, ਕਹਿੰਦਾ ਜੀ ਰੋਟੀ ਛੱਡਣ ਦੀ ਤਾਂ ਆਗਿਆ ਸਿੱਖ ਮਤ ਨਹੀਂ ਦਿੰਦਾ। ਔਰ ਮੈਂ ਉਹਨੂੰ ਕਿਹਾ ਵੀ ਦੇਖੋ ਜਿਹੜੀ ਗੱਲ ਹੈ ਨਾ, ਅੰਨ ਨਾ ਖਾਏ ਦੇਹੀ ਦੁੱਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਾ ਥੀਜੇ, ਉਹ ਗੱਲ ਹੈ ਆਤਮਾ ਦੀ, ਵੀ ਆਤਮਾ ਨੂੰ ਪਰਮਾਤਮਾ ਨੂੰ ਮਿਲਾਉਣ ਦੀ। ਦੂਸਰੀ ਗੱਲ ਸੀ, ਕਹਿੰਦਾ ਦਰਸ਼ਨ ਸਿੰਘ ਨੇ ਵੀ, ਫੇਰੂਮਾਨ ਨੇ ਵੀ ਜੇ ਮਰਨ ਵਰਤ ਰੱਖਿਆ ਪੰਜਾਬੀ ਸੂਬੇ ਲਈ ਤੇ ਕੀ ਉਹ ਠੀਕ ਨਹੀਂ ਸੀ, ਉਹਨੂੰ ਅਸੀਂ ਅੱਜ ਤੱਕ ਗਲਤ ਕਹਿੰਦੇ ਆ। ਮੈਂ ਕਿਹਾ ਉਹ ਵੀ ਪੰਜਾਬੀ ਸੂਬਾ ਲੈਣ ਦੀ ਗੱਲ ਸੀ ਵੀ ਸਾਨੂੰ ਸੂਬਾ ਦਿੱਤਾ ਜਾਏ। ਪਰ ਹੁਣ ਤੇ ਗੱਲ ਹੀ ਮਨੁੱਖਾਂ ਦੀ ਹੋ ਰਹੀ ਆ ਵੀ ਇਹਨਾਂ ਮਨੁੱਖਾਂ ਨੂੰ ਤੁਸੀਂ ਬਣਦੀ ਸਜ਼ਾ ਵੀ ਭੁਗਤਾ ਲਈ ਹੈ, ਉਸ ਤੋਂ ਉੱਪਰ ਵੀ ਦੁੱਗਣਾ ਸਮਾਂ ਹੋ ਗਿਆ, ਉਹਨਾਂ ਨੂੰ ਛੱਡਿਆ ਜਾਵੇ। ਇਸ ਲਈ ਜਿਹੜੀ ਗੱਲ ਉਹਨਾਂ ਦੇ ਭਾਈ ਸਾਹਿਬ ਦਾ ਵੀ ਜ਼ਬਰ ਦਾ ਮੁਕਾਬਲਾ ਸਬਰ, ਉਹ ਸਬਰ ਨਾਲ ਮੁਕਾਬਲਾ ਕਰ ਰਹੇ ਨੇ, ਇਹ ਬਿਲਕੁਲ ਜਾਇਜ਼ ਹੈ। ਸਾਨੂੰ ਇਹਦੇ ਵਿੱਚ ਪੂਰਾ ਸਾਥ ਦੇਣਾ ਚਾਹੀਦਾ ਹੈ। ਔਰ ਆਪ ਜੀ ਅੱਜ ਸਾਡੇ ਦਰਸ਼ਕਾਂ ਦੇ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਕੋਲ ਆਏ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਆਪਣਾ ਸਮਾਂ ਬਖਸ਼ਿਸ਼ ਕੀਤਾ ਹੈ। ਔਰ ਤੁਸੀਂ ਅੰਤ ਵਿੱਚ ਪਿਆਰੇ ਦਰਸ਼ਕਾਂ ਨੂੰ ਕੋਈ ਸੁਨੇਹਾ ਜ਼ਰੂਰ ਆਪਣੇ ਵੱਲੋਂ ਦੇਣ ਦੀ ਕਿਰਪਾਲਤਾ ਕਰੋ। ਪਹਿਲਾਂ ਤੇ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਡਾ ਤੇ ਅਦਾਰਾ ਮੀਡੀਆ ਪੰਜਾਬ ਦਾ ਧੰਨਵਾਦ, ਜਿਨ੍ਹਾਂ ਨੇ ਰੱਬ ਵਰਗੇ ਦਰਸ਼ਕਾਂ ਦੇ ਨਾਲ ਮਤਲਬ ਕਿ ਸਾਂਝ ਪਵਾਈ ਹੈ ਸਾਡੀ। ਸੋ ਜਿਹੜੀ ਮੇਨ ਸਾਡਾ ਅੱਜ ਦੀ ਗੱਲਬਾਤ ਦਾ ਵਿਸ਼ਾ ਸੀਗਾ, ਉਹ ਸੀਗਾ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਭੁੱਖ ਹੜਤਾਲ ਤੇ ਜੇਲ੍ਹਾਂ ਦੇ ਵਿੱਚ ਬੰਦ ਉਹ ਸਿੰਘਾਂ ਦੀ ਰਿਹਾਈ। ਦੇਖੋ
ਉਹਨਾਂ ਸਿੰਘਾਂ ਦਾ ਕੋਈ ਆਪਸੀ ਮਫਾਦ ਨਹੀਂ ਸੀ ਆਪਣਾ, ਜਿਹਦੇ ਕਰਕੇ ਉਹ ਜੇਲ੍ਹਾਂ ਦੇ ਵਿੱਚ ਗਏ। ਤੇ ਭਾਈ ਗੁਰਬਖਸ਼ ਸਿੰਘ ਨੇ ਕਿਸੇ ਦੇ ਆਪਣੇ ਪਰਿਵਾਰਕ ਮੈਂਬਰ ਦੀ ਰਿਹਾਈ ਨਹੀਂ ਕਰਵਾਈ। ਜੀ ਜੀ। ਭਾਈ ਗੁਰਬਖਸ਼ ਸਿੰਘ ਨੇ ਵੀ ਕੌਮ ਦੇ ਲਈ ਇੱਕ ਬਿਲਕੁਲ। ਸੰਘਰਸ਼ ਵਿੱਢਿਆ ਏ, ਤੇ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਉਹ ਨੇ ਵੀ ਵੀ ਕੌਮੀ ਕੌਮ ਦੀ ਖਾਤਰ ਸੰਘਰਸ਼ ਸੰਘਰਸ਼ ਦੇ ਜਿਹੜਾ ਹੈ ਹਿੱਸਾ ਨੇ। ਉਹ ਲੜਿਆ ਸੀ, ਜੀ। ਤੇ ਉਹਦੇ ਕਰਕੇ ਹੀ ਉਹਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ। ਸੋ ਹਰ ਇੱਕ ਸਿੱਖ ਦਾ, ਹਰ ਇੱਕ ਇਨਸਾਫ ਪਸੰਦ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਇਹ ਧੱਕਾ ਹੋ ਰਿਹਾ ਹੈ ਉਹਦੇ ਵਿਰੁੱਧ ਅਸੀਂ ਲਾਮਬੰਦ ਹੋਈਏ, ਤੇ ਉਹਨਾਂ ਸਿੰਘਾਂ ਦੀ ਰਿਹਾਈ ਦੇ ਲਈ ਭਾਈ ਗੁਰਬਖਸ਼ ਸਿੰਘ ਜੋ ਇਸ ਟਾਈਮ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਈਏ। ਇਹ ਸਾਡਾ ਜਿਹੜਾ ਅਸਲੀ ਫਰਜ਼ ਹੋਊਗਾ। ਬਿਲਕੁਲ, ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।